क्वांटम फील्ड थ्योरी भाग 4 ਵਿੱਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਦੋ ਟੌਪਿਕ ਪੜਾਂਗੇ ਬਹੁਤ ਇੰਪੋਰਟੈਂਟ, ਸਾਈ ਡੈਗਰ ਸਾਈ ਤੇ ਲੋਕਲ ਪ੍ਰਤੀਕਿਰਿਆਵਾਂ। ਆਓ ਸ਼ੁਰੂਆਤ ਕਰਦੇ ਹਾਂ। ਸਾਡਾ ਅੱਜ ਦਾ ਪਹਿਲਾ ਟੌਪਿਕ ਹੈ ਸਾਈ ਡੈਗਰ ਸਾਈ। ਤਾਂ ਸਾਈ ਡੈਗਰ ਸਾਈ ਵੀ ਆਪਰੇਟਰ ਹੀ ਹਨ ਜਾਂ ਫਿਰ ਆਪਰੇਟਰਾਂ ਦਾ ਜੋੜ ਹਨ। ਫਰਜ਼ ਦੇ ਤੌਰ ਤੇ ਸਾਈ ਡੈਗਰ ਆਪਰੇਟਰ ਨੂੰ ਲੈਂਦੇ ਹਾਂ। ਇਸ ਵਿਚਲਾ ਕ੍ਰੀਏਸ਼ਨ ਆਪਰੇਟਰ A ਪਲੱਸ ਮੋਮੈਂਟਮ K ਵਾਲਾ ਕਣ ਪੈਦਾ ਕਰਦਾ ਹੈ। ਇਹ ਜਾਣਨ ਲਈ ਕਿ ਸਾਈ ਆਪਰੇਟਰ ਕੀ ਕਰਦੇ ਹਨ, ਸਾਨੂੰ ਕੁਆਂਟਮ ਮਕੈਨਿਕਸ ਤੋਂ ਇਹ ਯਾਦ ਕਰਨਾ ਪਏਗਾ ਕਿ ਕਲਾਸੀਕਲ ਮਕੈਨਿਕਸ ਤੋਂ ਉਲਟ ਅਵਸਥਾਵਾਂ ਨੂੰ ਲੀਨੀਅਰ ਵੈਕਟਰ ਸਪੇਸਾਂ ਰਚਣ ਲਈ ਜੋੜ ਸਕਦੇ ਹਾਂ, ਘਟਾ ਸਕਦੇ ਹਾਂ ਅਤੇ ਸਧਾਰਨ ਸੰਖਿਆਵਾਂ ਨਾਲ ਗੁਣਾ ਕਰ ਸਕਦੇ ਹਾਂ। ਇਸ ਲਈ ਆਓ ਵੈਕਿਊਮ ਤੋਂ ਸ਼ੁਰੂਆਤ ਕਰੀਏ। ਵੈਕਿਊਮ ਯਾਨੀ ਕਿ ਪੁਲਾੜ ਜਾਂ ਐਮਪਟੀ ਸਪੇਸ। ਵੈਕਿਊਮ ਜਿਸ ਨੂੰ ਪੁਲਾੜ ਕਿਹਾ ਜਾਂਦਾ ਹੈ ਜਾਂ ਗਰਾਊਂਡ ਸਟੇਟ ਕਹਿ ਸਕਦੇ ਹਾਂ ਕੁਆਂਟਮ ਮਕੈਨੀਕਲ ਭਾਸ਼ਾ ਦੇ ਵਿੱਚ। ਆਧਾਰ ਅਵਸਥਾ ਵੀ ਕਿਹਾ ਜਾਂਦਾ ਇਸ ਨੂੰ ਪੰਜਾਬੀ 'ਚ, ਜਾਂ ਫਿਰ ਖਾਲੀ ਸਪੇਸ ਨੂੰ ਦਰਸਾਉਣ ਦੇ ਲਈ ਅਸੀਂ ਅਵਸਥਾ ਵੈਕਟਰ ਦੇ ਚਿੰਨ੍ਹ ਵਿੱਚ ਬਹੁਤ ਸਾਰੀਆਂ ਸਿਫਰਾਂ ਦੀ ਥਾਂ ਇੱਕੋ ਸਿਫਰ ਲਿਖਾਂਗੇ, ਜਿਵੇਂ ਕਿ ਸਿਫਰ ਕੈਟ। ਤਾਂ ਜ਼ੀਰੋ ਕੈਟ ਜੇਕਰ ਇਸ ਅਵਸਥਾ ਉੱਤੇ ਸਾਈ ਨਾਲ ਕਿਰਿਆ ਕਰਵਾਈਏ ਤਾਂ ਕੀ ਹੋਵੇਗਾ? ਇਸ ਵਿਚਲਾ ਐਨੀਲੇਸ਼ਨ ਆਪਰੇਟਰ, ਕਿਉਂਕਿ ਸਾਈ ਆਫ ਐਕਸ ਕਣਾਂ ਨੂੰ ਨਸ਼ਟ ਕਰਨ ਦਾ ਕੰਮ ਕਰਦਾ, ਇਹ ਕਣਾਂ ਨੂੰ ਨਸ਼ਟ ਕਰਨ ਦੀ ਕੋਸ਼ਿਸ਼ ਕਰੇਗਾ। ਪਰ ਕਿਉਂਕਿ ਆਧਾਰ ਅਵਸਥਾ ਦੇ ਵਿੱਚ ਕੋਈ ਕਣ ਪਹਿਲਾਂ ਹੀ ਨਹੀਂ ਹੁੰਦਾ, ਇਸ ਲਈ ਇਹ ਆਪਰੇਟਰ ਜ਼ੀਰੋ ਨਤੀਜਾ ਦਿੰਦਾ ਹੈ। ਇਹ ਕੋਈ ਨਤੀਜਾ ਨਹੀਂ ਦਿੰਦਾ, ਇਸਦਾ ਮਤਲਬ ਹੈ ਤੇ ਕੁਝ ਵੀ ਨਹੀਂ ਕਰ ਪਾਉਂਦਾ। ਆਓ ਹੁਣ ਕ੍ਰੀਏਸ਼ਨ ਆਪਰੇਟਰ ਯੁਕਤ ਸਾਈ ਡੈਗਰ ਦੀ ਇਸ ਪੁਲਾੜ ਅਵਸਥਾ ਉੱਤੇ ਕਿਰਿਆ ਤੇ ਵਿਚਾਰ ਕਰੀਏ। ਇਸ ਨੂੰ ਗਣਿਤਕ ਰੂਪ ਦੇ ਵਿੱਚ ਇੰਝ ਲਿਖਾਂਗੇ ਕਿ ਸਾਈ ਡੈਗਰ ਆਫ ਐਕਸ ਐਕਟਿੰਗ ਔਨ ਕੈਟ ਜ਼ੀਰੋ ਇਜ਼ ਇਕੁਅਲ ਟੂ ਵਟ। ਇਹ ਕੀ ਕਰਦਾ ਹੈ? ਸਾਈ ਕੈਟ ਸਾਈ ਡੈਗਰ। ਸਾਈ ਡੈਗਰ ਦੇ ਨਾਲ ਲਿਖਿਆ ਐਕਸ ਇੱਕ ਖਾਸ ਪੋਜੀਸ਼ਨ ਨੂੰ ਦਰਸਾਉਂਦਾ, ਜਿਸ ਦਾ ਇਹ ਫੀਲਡ ਆਪਰੇਟਰ ਫੰਕਸ਼ਨ ਹੁੰਦਾ ਹੈ। ਇਸ ਪ੍ਰਕਿਰਿਆ ਨੂੰ ਅਸੀਂ ਇਸ ਤਰੀਕੇ ਨਾਲ ਮੁੱਲ ਭਰ ਕੇ ਲਿਖਦੇ ਹਾਂ ਕਿ ਸਾਈ ਡੈਗਰ ਆਫ ਐਕਸ ਐਕਟਿੰਗ ਔਨ ਜ਼ੀਰੋ ਇਜ਼ ਇਕੁਅਲ ਟੂ ਸਮ ਓਵਰ ਕੇ ਰੇਜ਼ਿੰਗ ਆਪਰੇਟਰ A of Kn multiplied by psi wave function e raised to power minus ikx acting on zero cat। ਜਿਵੇਂ ਕਿ ਆਪਾਂ ਪਹਿਲਾਂ ਦੇਖਿਆ ਸੀ ਕਿ ਜਿਹੜਾ ਸਾਈ ਡੈਗਰ ਹੈ ਇਹ ਇਹ ਸਾਰੀ ਇਕੁਏਸ਼ਨ ਹੈ ਪਿਛਲੇ ਭਾਗ ਵਿੱਚ ਆਪਾਂ ਪੜ੍ਹਿਆ। ਸਮ ਓਵਰ ਕੇ ਰੇਜ਼ਿੰਗ ਆਪਰੇਟਰ ਜਿਹਦਾ ਮੋਮੈਂਟਮ Kn ਨਾਲ ਸੰਬੰਧਿਤ ਹੈ, ਤੇ ਅੱਗੇ ਵੇਵ ਫੰਕਸ਼ਨ ਹੈ e raised to power minus ikx। ਐਕਸ ਇਸ ਦੇ ਵਿੱਚ ਵੇਵ ਨੰਬਰ ਹੈ ਜਾਂ ਫਿਰ ਇਸ ਨੂੰ ਮੋਮੈਂਟਮ ਵੀ ਕਹਿ ਸਕਦੇ ਹਾਂ ਆਪਾਂ।
ਆਪਾਂ ਇਹ ਦੇਖਦੇ ਹਾਂ ਕਿ ਹੁਣ ਇਹ ਕੀ ਕਰਦਾ, ਉੱਤੇ ਲਿਖ ਦਿੱਤਾ ਗਿਆ। ਕਿਉਂਕਿ ਉਪਰੋਕਤ ਸਮੀਕਰਨ ਦੇ ਵਿੱਚ ਲਿਖੀ ਐਕਸਪੋਨੈਂਸ਼ੀਅਲ ਰਕਮ ਹੈ ਜਿਹੜੀ e⁻⁻⁻ik(x), ਇਹ ਸਿਰਫ ਇੱਕ ਨੰਬਰ ਹੁੰਦੀ ਹੈ, ਇਸ ਲਈ ਇਸ ਨੂੰ ਜ਼ਰੂਰੀ ਨਹੀਂ ਹੈ ਕਿ ਇੱਥੇ ਲਿਖਣਾ, ਇਸ ਨੂੰ ਲੈਫਟ ਹੈਂਡ ਸਾਈਡ 'ਤੇ ਵੀ ਲਿਖ ਸਕਦੇ ਹਾਂ। ਇਕੁਏਸ਼ਨ ਦੇ ਲੈਫਟ ਨਹੀਂ, ਇਸ ਰਾਈਟ ਸਾਈਡ ਦੀ ਲੈਫਟ ਸਾਈਡ, ਇਸ ਲਈ ਅਸੀਂ ਇਸ ਨੂੰ ਜੋੜਦੇ ਅਗਲੇ ਪਾਸੇ ਖੱਬੇ ਪਾਸੇ ਵੀ ਲਿਖ ਸਕਦੇ ਹਾਂ। ਤਾਂ ਇਸ ਨੂੰ ਪਹਿਲਾਂ ਲਿਖਤਾ ਅਤੇ ਬਾਅਦ ਵਿੱਚੋਂ ਸਮ ਓਵਰ ਕੇ ਅਤੇ ਰੇਜ਼ਿੰਗ ਆਪਰੇਟਰ ਹੈ a plus of kn acting on zero cut vector, acting on empty space। ਤਾਂ ਜੋੜ ਦੇ ਚਿੰਨ੍ਹ ਤੋਂ ਸੱਜੇ ਪਾਸੇ ਲਿਖੀ ਚੀਜ਼ a plus k of n acting on zero cut ਕੀ ਚੀਜ਼ ਹੈ? ਵੈਸੇ ਆਪਾਂ ਪੜ੍ਹ ਚੁੱਕੇ ਹਾਂ ਇੱਕ ਵਾਰ, ਇੱਥੇ ਫਿਰ ਆਪਾਂ ਪੜ੍ਹਾਂਗੇ ਇਸ ਨੂੰ ਕਿ ਇਹ ਚੀਜ਼ kn ਮੋਮੈਂਟਮ ਵਾਲੇ ਇੱਕ ਕਣ ਦੀ ਅਵਸਥਾ ਨੂੰ ਪ੍ਰਸਤੁਤ ਕਰਦੀ ਹੈ। ਇਹ ਆਫ kn ਲਿਖਿਆ ਹੋਇਆ ਫੰਕਸ਼ਨ, ਇਸ ਦਾ ਇਹ kn ਦੀ ਅਵਸਥਾ ਨੂੰ ਪ੍ਰਸਤੁਤ ਕਰਦੀ ਹੈ। ਤੇ ਇਸ ਨੂੰ ਸਿਰਫ k ਦੇ ਚਿੰਨ੍ਹ ਨਾਲ ਵੀ ਦਰਸਾ ਸਕਦੇ ਹਾਂ ਆਪਾਂ, ਸਿਰਫ k ਨਾਲ, kn ਲਿਖਣ ਦੀ ਜ਼ਰੂਰਤ ਨਹੀਂ ਹੈ। ਅਸੀਂ ਫਿਲਹਾਲ ਇੱਕ ਕਣ ਦਾ ਹੀ ਕੁਆਂਟਮ ਮਕੈਨਿਕਸ ਕਰ ਰਹੇ ਹਾਂ, ਇਸ ਲਈ ਕੀ ਹੁੰਦਾ ਕਿ ਜਦੋਂ ਮੋਮੈਂਟਮ k ਵਾਲੀ ਕਿਸੇ ਅਵਸਥਾ ਨੂੰ e⁻⁻ax ਵਰਗੇ ਗੁਣਾਂਕ ਦੇ ਨਾਲ ਜੋੜਿਆ ਜਾਂਦਾ ਜਾਂ ਗੁਣਾ ਕੀਤਾ ਜਾਂਦਾ, ਇਹ ਮੋਮੈਂਟਮ k ਵਾਲੀ ਅਵਸਥਾ ਹੈ ਜੋ ਇਹ ਕੁਆਂਟਮ ਮਕੈਨਿਕਸ ਦੀ ਭਾਸ਼ਾ ਵਿੱਚ ਇਸ ਨੂੰ ਸੁਪਰਪੋਜ਼ ਕਰਨਾ ਕਿਹਾ ਜਾਂਦਾ ਹੈ, ਕਿਉਂਕਿ ਇੱਥੇ ਆ ਜੋੜਿਆ ਗਿਆ ਸਾਰਾ ਸਮ ਓਵਰ ਕੇ ਹੈ, ਤੇ ਇਸ ਨੂੰ ਸੁਪਰਪੋਜ਼ ਕਰਨਾ ਕਿਹਾ ਗਿਆ। ਜੋ ਅਵਸਥਾਵਾਂ ਦਾ ਕੁਆਂਟਮ ਸੁਪਰਪੋਜੀਸ਼ਨ ਜੋੜ ਹੁੰਦਾ ਹੈ, ਇਸ ਨੂੰ ਮੋਮੈਂਟਮ ਅਵਸਥਾਵਾਂ ਦੇ ਜੋੜ ਦੇ ਰੂਪ ਦੇ ਵਿੱਚ ਇੰਝ ਲਿਖਿਆ ਜਾ ਸਕਦਾ ਹੈ। Psi dagger of x acting on zero cut is equal to sum over k e⁻⁻kx acting on k vector। ਇੱਥੇ ਦੇਖੋ ਜੋ a plus k of n ਸੀ, ਇਹ ਜ਼ੀਰੋ ਕੱਟ ਦੇ ਉੱਤੇ ਐਕਟ ਕਰਦਾ ਅਤੇ k ਨਾਮ ਦਾ ਸਾਨੂੰ ਇੱਕ k ਮੋਮੈਂਟਮ ਦਾ ਇੱਕ ਕਣ ਦਿੰਦਾ। ਤਾਂ ਇੱਕ ਕਣ ਦੇ ਕੁਆਂਟਮ ਮਕੈਨਿਕਸ ਦੇ ਵਿੱਚ ਜਦੋਂ ਅਸੀਂ k ਮੋਮੈਂਟਮ ਵਾਲੀ ਕਿਸੇ ਅਵਸਥਾ ਨੂੰ e⁻⁻ikx ਨਾਲ ਗੁਣਾ ਕਰਦੇ ਹਾਂ ਅਤੇ ਫਿਰ ਸਾਰੀਆਂ ਅਵਸਥਾਵਾਂ ਦਾ ਜੋੜ ਕਰਦੇ ਹਾਂ, ਤਾਂ ਸਾਡੇ ਕੋਲ ਇਹ ਚੀਜ਼ ਬਣਦੀ ਹੈ ਜੋ ਨੀਚੇ ਇਕੁਏਸ਼ਨ ਹੈ। ਇਸ ਨੂੰ ਮੋਮੈਂਟਮ ਅਵਸਥਾਵਾਂ ਦੇ ਜੋੜ ਦੇ ਰੂਪ ਦੇ ਵਿੱਚ ਲਿਖਦੇ ਹਾਂ ਕਿ ਸਮ ਓਵਰ ਕੇ e⁻⁻ikx ਐਕਟਿੰਗ ਔਨ ਸਟੇਟ ਵੈਕਟਰ k। ਤਾਂ ਇਸ ਦੇ ਵਿੱਚ ਸਿੰਪਲੀ ਜਿਹੜਾ ਰੇਜ਼ਿੰਗ ਆਪਰੇਟਰ ਹੈ kn a plus of kn, ਇਹ ਜ਼ੀਰੋ ਕੱਟ ਦੇ ਉੱਤੇ ਐਕਟ ਕਰਦਾ, ਆਪਰੇਟ ਕਰਦਾ ਅਤੇ ਇਸ ਦੇ ਵਿੱਚ ਮੋਮੈਂਟਮ k ਵਾਲੀ ਅਵਸਥਾ ਪੈਦਾ ਕਰਦਾ। ਹੁਣ ਇਹ ਇੱਕ ਪੋਜੀਸ਼ਨ ਅਵਸਥਾ ਬਣ ਜਾਂਦੀ ਹੈ ਜਿਸ ਨੂੰ ਨਿਸ਼ਚਿਤ ਤੌਰ 'ਤੇ ਐਕਸ ਪੋਜੀਸ਼ਨ ਅਵਸਥਾ ਕਿਹਾ ਜਾਂਦਾ ਹੈ। ਦੂਜੇ ਸ਼ਬਦਾਂ ਦੇ ਵਿੱਚ ਜੇਕਰ ਤੁਸੀਂ ਮੋਮੈਂਟਮ ਆਈਗਨ ਅਵਸਥਾਵਾਂ ਨੂੰ e⁻⁻ikx ਨਾਲ ਜੋੜਦੇ ਹੋ
ਤਾਂ ਇਹ ਪ੍ਰਕਿਰਿਆ ਸਾਨੂੰ ਐਕਸ ਉੱਤੇ ਸਥਿਤਿਕ ਪੋਜੀਸ਼ਨ ਆਈਗਨ ਅਵਸਥਾ ਦਿੰਦੀ ਹੈ। ਇਸ ਲਈ ਸਾਨੂੰ ਇਸ ਤੋਂ ਇਹ ਪਤਾ ਚੱਲਦਾ ਕਿ ਸਾਈ ਡੈਗਰ ਆਫ ਐਕਸ ਕੀ ਕਰਦਾ ਹੈ। ਇਹ ਪੋਜੀਸ਼ਨ ਐਕਸ ਦੇ ਉੱਤੇ ਇੱਕ ਕਣ ਪੈਦਾ ਕਰਦਾ ਹੈ ਜੋ ਕਣਾਂ ਦੇ ਵੱਖਰੇ ਵੱਖਰੇ ਪ੍ਰਵਾਨਿਤ ਮੋਮੈਂਟਮਾਂ ਦੀਆਂ ਅਵਸਥਾਵਾਂ ਦਾ ਈ ਰੇਜ਼ ਟੂ ਪਾਵਰ ਮਾਈਨਸ ਆਈ ਕੇ ਐਕਸ ਦੇ ਨਾਲ ਕੁਆਂਟਮ ਮਕੈਨੀਕਲ ਸੁਪਰਪੋਜੀਸ਼ਨ ਕੋਹਰੈਂਟ ਜੋੜ ਰਚਦਾ ਹੈ। ਦੇਖੋ ਇੱਕ ਨਵਾਂ ਸ਼ਬਦ ਆ ਗਿਆ, ਕੋਹਰੈਂਟ ਜੋੜ, ਕੁਆਂਟਮ ਮਕੈਨੀਕਲ ਸੁਪਰਪੋਜੀਸ਼ਨ ਕੋਹਰੈਂਟ ਜੋੜ, ਕੋਹਰੈਂਟ ਸਮ। ਇਹ ਜੋ ਉੱਪਰ ਵਾਲੀ ਇਕੁਏਸ਼ਨ ਹੈ ਇਸ ਤਰ੍ਹਾਂ ਦਾ ਇਸਦਾ ਮਤਲਬ ਹੈ ਕਿ ਇਹ ਐਕਸ ਪੋਜੀਸ਼ਨ ਦੇ ਉੱਤੇ ਇੱਕ ਐਸਾ ਕਣ ਪੈਦਾ ਕਰਦਾ ਹੈ ਜੋ ਪ੍ਰਵਾਨਿਤ ਮੋਮੈਂਟਮਾਂ ਦੀਆਂ ਅਵਸਥਾਵਾਂ ਦਾ ਈ ਰੇਜ਼ ਪਾਵਰ ਮਾਈਨਸ ਕੇ ਐਕਸ ਵੇਵ ਫੰਕਸ਼ਨ ਦੇ ਨਾਲ ਸੁਪਰਪੋਜੀਸ਼ਨ ਕੋਹਰੈਂਟ ਸਮ ਪੈਦਾ ਕਰਦਾ ਹੈ। ਤਾਂ ਮੋਮੈਂਟਮ ਕੇ ਦੀਆਂ ਵੱਖਰੇ ਵੱਖਰੇ ਮੁੱਲਾਂ ਲਈ ਪ੍ਰੋਬੇਬਿਲਿਟੀ ਕੀ ਹੁੰਦੀ ਹੈ। ਇੱਥੇ ਇਹ ਸਵਾਲ ਆ ਗਿਆ ਕਿ ਜੇ ਅਗਰ ਇਹ ਵੱਖਰੇ ਵੱਖਰੇ ਮੁੱਲ ਨੇ ਕੇ ਦੇ, ਕਿਉਂਕਿ ਕਈ ਮੁੱਲ ਇੱਥੇ ਦਿਖਾਏ ਗਏ ਨੇ ਲੇਕਿਨ ਪ੍ਰਵਾਨਿਤ ਮੁੱਲ ਨੇ ਜਿਹੜੇ ਤਾਂ ਉਹਨਾਂ ਦੀ ਪ੍ਰੋਬੇਬਿਲਿਟੀ ਕੀ ਹੁੰਦੀ ਹੈ। ਤਾਂ ਸਾਰੀਆਂ ਵੱਖਰੀਆਂ ਮੋਮੈਂਟਮ ਅਵਸਥਾਵਾਂ ਲਈ ਇੱਕ ਸਮਾਨ ਪ੍ਰੋਬੇਬਿਲਿਟੀ ਹੀ ਹੁੰਦੀ ਹੈ, ਕਿਉਂਕਿ ਜਦ ਅਸੀਂ ਪ੍ਰੋਬੇਬਿਲਿਟੀ ਕੱਢਣੀ ਹੈ ਤਾਂ ਅਸੀਂ ਜਿਹੜਾ ਈ ਰੇਜ਼ ਟੂ ਪਾਵਰ ਮਾਈਨਸ ਆਈ ਕੇ ਐਕਸ ਐਂਪਲੀਟਿਊਡ ਹੈ, ਇਸ ਨੂੰ ਅਸੀਂ ਸਕੇਅਰ ਕਰਦੇ ਆ ਵੇਵ ਫੰਕਸ਼ਨ ਦਾ, ਵੇਵ ਫੰਕਸ਼ਨ ਹੈ ਇਹ ਸਕੇਅਰ ਕਰਨ 'ਤੇ ਸਾਨੂੰ ਇੱਕ ਮਿਲਦਾ ਹੈ। ਮਾਈਨਸ ਆਈ ਕੇ ਐਕਸ ਦਾ ਜਿਹੜਾ ਸਕੇਅਰ ਹੈ ਉਹ ਕੁਆਂਟਮ ਮਕੈਨੀਕਲ ਦੂਜਾ ਕੰਪਲੈਕਸ ਕੰਜੂਗੇਟ ਸਕੇਅਰ ਹੋਏਗਾ ਅਤੇ ਉਹਦੇ ਵਿੱਚ ਮਾਈਨਸ ਆਈ ਕੇ ਐਕਸ ਹੈ ਜੋ ਇਹ ਪਲੱਸ ਆਈ ਕੇ ਐਕਸ ਵਿੱਚ ਬਦਲ ਜਾਂਦਾ ਅਤੇ ਪਲੱਸ ਆਈ ਕੇ ਐਕਸ ਹੈ ਜਿਹੜਾ ਉਹ ਇਸ ਦੇ ਨਾਲ ਜੁੜ ਕੇ 0 ਹੋ ਜਾਂਦਾ ਹੈ ਅਤੇ ਈ ਰੇਜ਼ ਟੂ ਪਾਵਰ 0 1 ਬਣ ਜਾਂਦਾ ਹੈ। ਇਸ ਤਰ੍ਹਾਂ ਦੀਆਂ ਅਵਸਥਾਵਾਂ ਦੀ ਲੀਨੀਅਰ ਸੁਪਰਪੋਜੀਸ਼ਨ ਹੁੰਦੀ ਹੈ ਜਿਸ ਵਿੱਚ ਵੱਖਰੇ ਵੱਖਰੇ ਮੋਮੈਂਟਾਂ ਹੁੰਦੇ ਹਨ ਜਿਨ੍ਹਾਂ ਦੀ ਹੋਂਦ ਦੀ ਪ੍ਰੋਬੇਬਿਲਿਟੀ ਇੱਕਸਾਰ ਰਹਿੰਦੀ ਹੈ। ਜੋ ਇਹਨਾਂ ਨਾਲ ਜੁੜੇ ਕੋਐਫੀਸ਼ੀਐਂਟ ਈ ਰੇਜ਼ ਟੂ ਪਾਵਰ ਮਾਈਨਸ ਆਈ ਕੇ ਐਕਸ ਦੇ ਕੰਪਲੈਕਸ ਕੰਜੂਗੇਟ ਨਾਲ ਗੁਣਾ ਕਰਕੇ ਮਿਲਦੀ ਹੈ, ਜਿਸ ਨੂੰ ਵੇਵ ਫੰਕਸ਼ਨ ਦਾ ਸਕੇਅਰ ਕਰਨਾ ਵੀ ਕਹਿੰਦੇ ਹਨ। ਇਸ ਦਾ ਜਦੋਂ ਸਕੇਅਰ ਕਰਾਂਗੇ ਅਸੀਂ ਆਇਓਟਾ ਦਾ ਚਿੰਨ੍ਹ ਬਦਲ ਕੇ ਇਸ ਦੇ ਨਾਲ ਮਲਟੀਪਲਾਈ ਕਰਾਂਗੇ ਤਾਂ ਮਾਈਨਸ ਆਈ ਕੇ ਐਕਸ ਪਲੱਸ ਆਈ ਕੇ ਐਕਸ ਈ ਰੇਜ਼ ਟੂ ਪਾਵਰ 0 ਇਜ਼ ਇਕੁਅਲ ਟੂ 1 ਬਣ ਜਾਂਦਾ ਹੈ। ਇਹ ਕਿਸੇ ਕਣ ਦੇ ਲਈ ਇੱਕ ਨਿਸ਼ਚਿਤ ਪੋਜੀਸ਼ਨ ਵਾਲੀ ਅਵਸਥਾ ਹੁੰਦੀ ਹੈ। ਇਸ ਤਰ੍ਹਾਂ ਕ੍ਰੀਏਸ਼ਨ ਅਤੇ ਐਨੀਲੇਸ਼ਨ ਆਪਰੇਟਰ, ਫੀਲਡ ਆਪਰੇਟਰਾਂ, ਸਾਈ ਡੈਗਰ ਅਤੇ ਸਾਈ ਆਫ ਐਕਸ ਦੀ ਫੋਰੀਅਰ ਡੀਕੰਪੋਜੀਸ਼ਨ ਹੁੰਦੇ ਹਨ ਜੋ ਕਣਾਂ ਵਾਸਤੇ ਨਿਸ਼ਚਿਤ ਮੋਮੈਂਟਮ ਵਾਲੇ ਕ੍ਰੀਏਸ਼ਨ ਅਤੇ ਐਨੀਲੇਸ਼ਨ ਕੁਆਂਟਮ ਮਕੈਨੀਕਲ ਆਪਰੇਟਰ ਹੁੰਦੇ ਹਨ। ਸਾਈ ਡੈਗਰ ਅਤੇ ਸਾਈ ਆਫ ਐਕਸ ਨਿਸ਼ਚਿਤ ਪੋਜੀਸ਼ਨ ਵਾਲੇ ਕ੍ਰੀਏਸ਼ਨ ਅਤੇ ਐਨੀਲੇਸ਼ਨ ਕੁਆਂਟਮ ਮਕੈਨੀਕਲ ਆਪਰੇਟਰ ਕਹੇ ਜਾਂਦੇ ਹਨ। ਇਸ ਨੂੰ ਇੱਕ ਵਾਰ ਆਪਾਂ ਹੌਲੀ ਹੌਲੀ ਪੜ੍ਹਦੇ ਹਾਂ ਕਿ ਕ੍ਰੀਏਸ਼ਨ ਅਤੇ ਐਨੀਲੇਸ਼ਨ ਆਪਰੇਟਰ ਨੇ ਜਿਹੜੇ ਸਾਈ ਡੈਗਰ ਆਫ ਐਕਸ ਨੂੰ ਕ੍ਰੀਏਸ਼ਨ ਆਪਰੇਟਰ ਕਿਹਾ ਜਾਂਦਾ ਅਤੇ ਐਨੀਲੇਸ਼ਨ ਆਪਰੇਟਰ ਔਰ ਇਸ ਨੂੰ ਫੀਲਡ ਆਪਰੇਟਰ ਕਿਹਾ ਜਾਂਦਾ। ਸਾਈ ਡੈਗਰ ਅਤੇ ਸਾਈ ਆਫ ਐਕਸ ਹੈ ਜਿਹੜਾ ਉਹ ਐਨੀਲੇਸ਼ਨ ਕਰਨ ਵਾਲਾ ਫੀਲਡ ਆਪਰੇਟਰ ਹੁੰਦਾ। ਇਹਨਾਂ ਦੇ ਵਿੱਚ ਹੁੰਦੇ ਨੇ ਆਪਣੇ ਜਿਹੜੇ ਐਨੀਲੇਸ਼ਨ ਅਤੇ ਕ੍ਰੀਏਸ਼ਨ ਆਪਰੇਟਰ ਏ ਵਾਲੇ, ਇੱਥੇ ਏ ਅਤੇ ਇੱਥੇ ਲਿਖਿਆ ਨਹੀਂ ਹੈ ਕਿਉਂਕਿ ਇਹ ਆਪਣਾ ਐਕਸ਼ਨ ਪੂਰਾ ਕਰਕੇ ਸਮਾਪਤ ਹੋ ਚੁੱਕਿਆ, ਮਲਟੀਪਲਾਈ ਹੋ ਚੁੱਕਿਆ। ਇਸ ਤਰ੍ਹਾਂ ਕ੍ਰੀਏਸ਼ਨ ਅਤੇ ਐਨੀਲੇਸ਼ਨ ਆਪਰੇਟਰ ਏ ਪਲੱਸ ਅਤੇ ਮਾਈਨਸ ਵਾਲੇ ਜਿਹੜੇ ਆਪਾਂ ਪਹਿਲਾਂ ਪੜ੍ਹੇ ਹੈ, ਇਹਨਾਂ ਨੂੰ ਰੇਜ਼ਿੰਗ ਅਤੇ ਲੋਅਰਿੰਗ ਆਪਰੇਟਰ ਵੀ ਕਿਹਾ ਜਾਂਦਾ। ਉਹ ਐਨਰਜੀ ਲੈਵਲ ਨੂੰ ਵਧਾਉਂਦੇ ਆ ਅਤੇ ਐਨਰਜੀ ਲੈਵਲ ਨੂੰ ਘਟਾਉਂਦੇ ਆ। ਇਹ ਫੀਲਡ ਆਪਰੇਟਰਾਂ ਸਾਈ ਡੈਗਰ ਅਤੇ ਸਾਈ ਆਫ ਐਕਸ ਜੋ ਫੀਲਡ ਆਪਰੇਟਰ ਨੇ, ਇੱਥੇ ਇਕੱਲਾ ਸਾਈ ਡੈਗਰ ਹੀ ਲਿਖਿਆ ਗਿਆ। ਸਾਈ ਆਫ ਐਕਸ ਇੱਥੇ ਈ ਰੇਜ਼ ਟੂ ਪਾਵਰ ਪਲੱਸ ਨਾਲ ਆਏਗਾ
ਤਾਂ ਇਹ ਫੋਰੀਅਰ ਡੀਕੰਪੋਜੀਸ਼ਨ ਹੁੰਦੇ ਹਨ। ਇਸ ਦੀ ਸਾਈ ਡੈਗਰ ਦੀ ਸਾਈ ਡੈਗਰ ਤੇ ਸਾਈ ਆਫ ਐਕਸ ਦੀ, ਜੋ ਕਣਾਂ ਦੇ ਵਾਸਤੇ ਨਿਸ਼ਚਿਤ ਮੋਮੈਂਟਮ ਵਾਲੇ ਕ੍ਰੀਏਸ਼ਨ ਅਤੇ ਐਨੀਲੇਸ਼ਨ ਕੁਆਂਟਮ ਮਕੈਨੀਕਲ ਆਪਰੇਟਰ ਹੁੰਦੇ ਹਨ। ਤਾਂ ਇਹ ਪਾਰਟੀਕਲਸ ਨੂੰ ਇੱਕ ਡੈਫੀਨਿਟ ਮੋਮੈਂਟਮ ਦਿੰਦੇ ਆ ਤੇ ਪਾਰਟੀਕਲਸ ਨੂੰ ਮੁਕਾਉਂਦੇ ਆ। ਤੇ ਸਾਈ ਡੈਗਰ ਅਤੇ ਸਾਈ ਆਫ ਐਕਸ ਜਿਹੜੇ ਹੈਗੇ ਨੇ, ਇਹ ਸਾਈ ਫੀਲਡ ਆਪਰੇਟਰ ਨੇ ਜੋ, ਇਹ ਨਿਸ਼ਚਿਤ ਪੋਜੀਸ਼ਨ ਵਾਲੇ ਕ੍ਰੀਏਸ਼ਨ ਤੇ ਐਨੀਲੇਸ਼ਨ ਕੁਆਂਟਮ ਮਕੈਨੀਕਲ ਆਪਰੇਟਰ ਕਹੇ ਜਾਂਦੇ ਹਨ, ਕਿਉਂਕਿ ਖਾਸ ਪੋਜੀਸ਼ਨ ਦੇ ਉੱਤੇ ਕਣਾਂ ਦੀ ਰਚਨਾ ਕਰਦੇ ਆ ਜਾਂ ਫਿਰ ਕਣਾਂ ਨੂੰ ਖਤਮ ਕਰਦੇ ਆ। ਇਸ ਲਈ ਜੇਕਰ ਤੁਸੀਂ ਕਿਸੇ ਨਿਸ਼ਚਿਤ ਪੋਜੀਸ਼ਨ ਐਕਸ ਦੇ ਉੱਤੇ ਕੋਈ ਕਣ ਪੈਦਾ ਕਰਨਾ ਚਾਹੁੰਦੇ ਹੋਵੋ, ਤਾਂ ਤੁਸੀਂ ਕ੍ਰੀਏਸ਼ਨ ਆਪਰੇਟਰ ਏ ਪਲੱਸ ਆਫ ਕੇ ਨਾਲ ਅਜਿਹਾ ਨਹੀਂ ਕਰੋਗੇ, ਸਗੋਂ ਤੁਸੀਂ ਇਸ ਦੇ ਲਈ ਸਾਈ ਡੈਗਰ ਆਫ ਐਕਸ ਦੀ ਵਰਤੋਂ ਕਰੋਗੇ। ਦੇਖੋ ਏ ਪਲੱਸ ਆਫ ਕੇ ਹੈ ਜਿਹੜਾ, ਇਹ ਆਪਾਂ ਨੇ ਇਹ ਮੋਮੈਂਟਮ ਦੇ ਲਈ ਯੂਜ਼ ਕੀਤਾ ਜਾਂਦਾ, ਐਨਰਜੀ ਦੇ ਲਈ ਯੂਜ਼ ਕੀਤਾ ਜਾਂਦਾ, ਤੇ ਨਿਸ਼ਚਿਤ ਪੋਜੀਸ਼ਨ ਦੇ ਉੱਤੇ ਕੋਈ ਕਣ ਪੈਦਾ ਕਰਨ ਦੇ ਲਈ ਸਾਈ ਡੈਗਰ ਆਫ ਐਕਸ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਨੂੰ ਤੁਸੀਂ ਏ ਪਲੱਸ ਕੇ ਦੇ ਸ਼ਬਦਾਂ ਵਿੱਚ ਦੁਬਾਰਾ ਲਿਖ ਸਕਦੇ ਹੋ। ਪਰ ਇਹ ਤੁਹਾਨੂੰ ਮੋਮੈਂਟਮ ਅਵਸਥਾਵਾਂ ਦੀ ਕੁਆਂਟਮ ਮਕੈਨੀਕਲ ਸੁਪਰਪੋਜੀਸ਼ਨ ਨਹੀਂ ਦਿੰਦਾ, ਜੋ ਪੋਜੀਸ਼ਨ ਅਵਸਥਾ ਤੱਕ ਜੁੜ ਜਾਂਦੇ ਹਨ। ਇਹ ਕੁਆਂਟਮ ਫੀਲਡ ਦੀ ਬੁਨਿਆਦੀ ਧਾਰਨਾ ਹੈ। ਤਾਂ ਫੀਲਡ ਆਪਰੇਟਰ ਕੀ ਕਰਦੇ ਨੇ, ਸਾਨੂੰ ਮੋਮੈਂਟਮ ਅਵਸਥਾਵਾਂ ਦੀ ਕੁਆਂਟਮ ਮਕੈਨੀਕਲ ਸੁਪਰਪੋਜੀਸ਼ਨ ਦਿੰਦੇ ਆ, ਜੋ ਪੋਜੀਸ਼ਨ ਤੱਕ ਜੁੜ ਕੇ ਪੋਜੀਸ਼ਨ ਬਣ ਜਾਂਦੇ ਨੇ। ਤੇ ਇਹ ਕੁਆਂਟਮ ਫੀਲਡ ਦੀ ਬੇਸਿਕ ਕੰਸੈਪਟ ਹੈ ਕੁਆਂਟਮ ਫੀਲਡ ਦਾ। ਤਾਂ ਅਗਲਾ ਸਾਡਾ ਕਾਫੀ ਵੱਡਾ ਟੌਪਿਕ ਆਉਣ ਵਾਲਾ, ਲੋਕਲ ਪ੍ਰਤੀਕਿਰਿਆਵਾਂ। ਇਸ ਨੂੰ ਪੰਜਾਬੀ 'ਚ ਆਪਾਂ ਲੋਕਲ ਪ੍ਰਤੀਕਿਰਿਆਵਾਂ ਕਹਿ ਸਕਦੇ ਹਾਂ, ਜਾਂ ਲੋਕਲ ਨੂੰ ਸਥਾਨਿਕ ਕਹਿ ਸਕਦੇ ਹਾਂ, ਸਥਾਨਿਕ ਪ੍ਰਤੀਕਿਰਿਆਵਾਂ, ਤੇ ਅੰਗਰੇਜ਼ੀ ਵਿੱਚ ਲੋਕਲ ਰਿਐਕਸ਼ਨਸ। ਤਾਂ ਪੀਰੀਓਡਿਕ ਸਪੇਸ ਦੀ ਲੰਬਾਈ ਜਿੰਨੀ ਘੱਟ ਲਿੱਤੀ ਜਾਵੇਗੀ, ਓਨਾ ਹੀ ਜਿਹੜਾ ਖਾਸ ਮੋਮੈਂਟਮ ਵਾਲੀਆਂ ਤਰੰਗ ਲੰਬਾਈਆਂ, ਉਹਨਾਂ ਦੇ ਮੋਮੈਂਟਾਂ ਦਰਮਿਆਨ ਫਰਕ ਵੱਧਦਾ ਜਾਏਗਾ, ਕਿਉਂਕਿ ਕੇ ਇਜ਼ ਇਕੁਅਲ ਟੂ 2πn/L ਆਪਾਂ ਪਹਿਲਾਂ ਪੜ੍ਹ ਚੁੱਕੇ ਹਾਂ ਕਿ ਮੋਮੈਂਟਮ ਹੈ ਜੋ ਜਾਂ ਵੇਵ ਨੰਬਰ ਹੈ ਜੋ, ਇਹ 2πn/L ਹੈ। ਐਲ ਇੱਥੇ ਲੰਬਾਈ ਹੈ ਸਪੇਸ ਦੀ, ਤੇ ਐਨ ਗਿਣਤੀ ਹੈ ਇਸਦੀ ਕਿ ਕਿੰਨੀਆਂ ਉਸਦੇ ਵਿੱਚ ਕਿੰਨੀਆਂ ਪਾਰਟੀਸ਼ਨ ਕਰਦੇ ਆਪਾਂ ਉਸਦਾ। ਐਨ ਇੱਕ ਨੈਚੁਰਲ ਨੰਬਰ ਦੀ ਤਰ੍ਹਾਂ, ਤੇ ਐਲ ਸਪੇਸ ਦੀ ਲੰਬਾਈ ਹੈ। ਕਿਉਂਕਿ ਕੇ ਇਜ਼ ਇਕੁਅਲ ਟੂ 2πn/L, ਇਸ ਲਈ ਅੰਤ ਨੂੰ ਅਸੀਂ ਮੋਮੈਂਟਮ ਦੀ ਕੋਈ ਵੀ ਮਾਤਰਾ ਦਾ ਮੁੱਲ ਪ੍ਰਾਪਤ ਕਰਨ ਦੇ ਲਈ ਇਸ ਸਪੇਸ ਰਿੰਗ ਦਾ ਆਕਾਰ ਵੱਡਾ ਲੈ ਸਕਦੇ ਹਾਂ। ਤਾਂ ਮੋਮੈਂਟਮ ਦੀ ਜਿਹੜੇ ਕੇ ਹੈ, ਮੋਮੈਂਟਮ ਦੇ ਬਰਾਬਰ ਵੀ ਹੈ। ਜਿਵੇਂ ਆਪਾਂ ਦੇਖਿਆ ਕਿ ਮੋਮੈਂਟਮ ਅਗਰ ਐਚ ਦੀ ਵੈਲਿਊ ਪਲੈਂਕਸ ਰਿਡਿਊਸਡ ਕਾਂਸਟੈਂਟ ਹੈ, ਜੋ ਅਗਰ 1 ਦੇ ਬਰਾਬਰ ਲਈ ਜਾਂਦੀ ਹੈ, ਤਾਂ ਇਹ ਕੇ ਮੋਮੈਂਟਮ ਹੀ ਬਣ ਜਾਂਦਾ, ਕਿਉਂਕਿ ਪੀ ਇਜ਼ ਇਕੁਅਲ ਟੂ ਐਚ ਕੇ ਹੁੰਦਾ, ਤੇ ਪੀ ਮੋਮੈਂਟਮ, ਐਚ ਅਗਰ 1 ਹੈ ਤਾਂ ਪੀ ਇਜ਼ ਇਕੁਅਲ ਟੂ ਕੇ ਬਣ ਜਾਂਦਾ। ਤੇ ਇੱਥੇ ਅਸੀਂ ਐਲ ਦੀ ਮਾਤਰਾ ਅਗਰ ਵੱਡੀ ਲੈਂਦੇ ਹਾਂ ਤਾਂ ਮੋਮੈਂਟਮ ਬਹੁਤ ਛੋਟਾ ਹੋ ਜਾਂਦਾ ਹੈ। ਤਾਂ ਮੋਮੈਂਟਮ ਦੀ ਕੋਈ ਵੀ ਮਾਤਰਾ ਦਾ ਮੁੱਲ ਪ੍ਰਾਪਤ ਕਰਨ ਦੇ ਲਈ ਅਸੀਂ ਸਪੇਸ ਰਿੰਗ ਦਾ ਆਕਾਰ ਵੱਡਾ ਲੈ ਸਕਦੇ ਹਾਂ। ਅਜਿਹਾ ਕਰਨਾ ਮੋਮੈਂਟਮ ਦੀਆਂ ਡਿਸਕ੍ਰੀਟ ਮੁੱਲਾਂ ਨੂੰ ਅਜਿਹਾ ਕਰਨਾ ਮੋਮੈਂਟਮ ਦੇ ਡਿਸਕ੍ਰੀਟ ਮੁੱਲਾਂ ਨੂੰ ਕੰਟੀਨਿਊਸ ਬਣਾਉਣ ਦੇ ਸਮਾਨ ਮੰਨਿਆ ਜਾ ਸਕਦਾ ਹੈ। ਤਾਂ ਡਿਸਕ੍ਰੀਟ ਮੁੱਲਾਂ ਦਾ ਮਤਲਬ ਜੋ ਛੜੱਪਿਆਂ ਵਾਲੀ ਵੈਲਿਊਜ਼ ਨੇ ਉਹਨਾਂ ਦੀਆਂ ਮੋਮੈਂਟਮ ਦੀਆਂ, ਉਸ ਨੂੰ ਕੰਟੀਨਿਊਸ ਨਿਰੰਤਰ ਬਣਾਉਣ ਦੇ, ਲਗਾਤਾਰ ਬਣਾਉਣ ਦੇ ਸਮਾਨ ਮੰਨਿਆ ਜਾ ਸਕਦਾ ਹੈ। ਤੇ ਜੇਕਰ ਅਜਿਹੀਆਂ ਸਮੀਕਰਨਾਂ ਨੂੰ ਨਿਰੰਤਰਤਾ ਦੀ ਭਾਸ਼ਾ ਵਿੱਚ ਦਰਸਾਉਣਾ ਹੋਵੇ ਤਾਂ ਜੋੜ ਦੀ ਧਾਰਨਾ ਨੂੰ ਅਸੀਂ ਇੰਟੀਗ੍ਰੇਸ਼ਨ ਦੇ ਵਿੱਚ ਬਦਲ ਸਕਦੇ ਹਾਂ। ਦੂਜੇ ਸ਼ਬਦਾਂ ਦੇ ਵਿੱਚ ਅਸੀਂ ਇਹਨਾਂ ਸਮੀਕਰਨਾਂ ਨੂੰ ਕੇ ਉੱਤੇ ਜੋੜ ਕਰਨ ਦੇ ਨਾਲੋਂ ਕੇ ਉੱਤੇ ਇੰਟੀਗ੍ਰੇਟ ਕਰ ਸਕਦੇ ਹਾਂ।
ਪਰ ਫਿਲਹਾਲ ਇਹਨਾਂ ਨੂੰ ਅਸੀਂ ਅਨਿਰੰਤਰਤਾ ਦੇ ਜੋੜ ਵਾਲੇ ਤਰੀਕੇ ਨਾਲ ਹੀ ਸਮਝਾਂਗੇ। ਅਤੇ ਇੱਕ ਵਾਰੀ ਜਦੋਂ ਤੁਸੀਂ ਇਸ ਨੂੰ ਇਸ ਤਰੀਕੇ ਨਾਲ ਸਮਝ ਲੈਂਦੇ ਆ ਇਹਨਾਂ ਸਮੀਕਰਨਾਂ ਨੂੰ ਕਿ ਕਿਵੇਂ ਕੰਮ ਕਰਦੀਆਂ, ਫਿਰ ਅਸੀਂ ਇੰਟੀਗ੍ਰੇਸ਼ਨ ਵੀ ਕਰ ਸਕਦੇ ਹਾਂ। ਹੁਣ ਅਗਲੇ ਕਦਮ ਦੇ ਤੌਰ ਤੇ ਅਗਲਾ ਸਵਾਲ ਇਹ ਹੈ ਕਿ ਜੇਕਰ ਪੋਜੀਸ਼ਨ ਐਕਸ ਦੇ ਉੱਤੇ ਸਾਈ ਡੈਗਰ ਆਫ ਐਕਸ ਕਣ ਪੈਦਾ ਕਰਦਾ ਹੈ ਤਾਂ ਸਾਈ ਕੀ ਕਰਦਾ ਹੈ? ਇਕੱਲਾ ਸਾਈ ਹੈ ਜੋ ਇਹ ਪੋਜੀਸ਼ਨ ਉੱਤੇ ਕਣਾਂ ਨੂੰ ਐਨੀਲੇਟ ਕਰਦਾ ਹੈ, ਨਸ਼ਟ ਕਰਦਾ ਹੈ। ਆਓ ਹੁਣ ਅਸੀਂ ਰਿਐਕਸ਼ਨਾਂ ਦੀਆਂ ਸੰਭਵ ਕਿਸਮਾਂ ਦੀ ਕਲਪਨਾ ਕਰੀਏ ਕਿ ਕੀ ਹੋ ਸਕਦਾ ਹੈ। ਇੱਥੇ ਪ੍ਰਤੀਕਿਰਿਆਵਾਂ ਤੋਂ ਭਾਵ ਹੈ ਸਾਈ ਆਫ ਐਕਸ ਦੀ ਭਾਸ਼ਾ ਦੇ ਵਿੱਚ ਕਣਾਂ ਦੀਆਂ ਪ੍ਰਤੀਕਿਰਿਆਵਾਂ ਜਿਨ੍ਹਾਂ ਬਾਰੇ ਕਲਪਨਾ ਕੀਤੀ ਜਾ ਸਕੇ। ਇੱਕ ਕਣ ਪ੍ਰਤੀਕਿਰਿਆ ਉੱਤੇ ਵਿਚਾਰ ਕਰੋ ਜਿਸ ਵਿੱਚ ਕੋਈ ਕਣ ਅੰਦਰ ਆਉਂਦਾ ਹੈ ਅਤੇ ਜਦੋਂ ਇਹ ਕਿਸੇ ਅਜਿਹੇ ਟਾਰਗੇਟ ਜਾਂ ਨਿਸ਼ਾਨੇ ਨੂੰ ਹਿੱਟ ਕਰਦਾ ਹੈ ਜੋ ਬਹੁਤ ਸ਼ੁੱਧਤਾ ਨਾਲ ਕਿਸੇ ਪੋਜੀਸ਼ਨ ਦੇ ਉੱਤੇ ਸਥਿਤ ਹੈ ਤਾਂ ਉਹ ਕਣ ਅਲੋਪ ਹੋ ਜਾਂਦਾ ਹੈ ਅਤੇ ਫਿਰ ਕਿਸੇ ਹੋਰ ਦੂਰ ਸਥਿਤ ਪੋਜੀਸ਼ਨ ਉੱਤੇ ਪੁਨਰ ਪ੍ਰਗਟ ਹੋ ਜਾਂਦਾ ਹੈ। ਕਿ ਇਸ ਤਰ੍ਹਾਂ ਹੋਣ ਦੀ ਸੰਭਾਵਨਾ ਹੋ ਸਕਦੀ ਹੈ। ਤਾਂ ਰਿਐਕਸ਼ਨਸ ਤੋਂ ਸਾਡਾ ਭਾਵ ਹੈ ਕਿ ਸਾਈ ਆਫ ਐਕਸ ਦੀ ਭਾਸ਼ਾ ਦੇ ਵਿੱਚ ਕਣਾਂ ਦੀਆਂ ਰਿਐਕਸ਼ਨਾਂ ਜਿਨ੍ਹਾਂ ਦੇ ਬਾਰੇ ਇਮੈਜੀਨੇਸ਼ਨ ਹੋ ਸਕਦੀ ਹੈ। ਅਤੇ ਇੱਕ ਕਣ ਪ੍ਰਤੀਕਿਰਿਆ ਦੇ ਉੱਤੇ ਹੁਣ ਆਪਾਂ ਵਿਚਾਰ ਕਰਦੇ ਹਾਂ ਜਿਸ ਵਿੱਚ ਕੋਈ ਕਣ ਅੰਦਰ ਆਉਂਦਾ ਅਤੇ ਜਦੋਂ ਇਹ ਕਣ ਕਿਸੇ ਐਸੇ ਨਿਸ਼ਾਨੇ ਨੂੰ ਹਿੱਟ ਕਰਦਾ, ਫੀਲਡ ਨੂੰ ਹਿੱਟ ਕਰਦਾ ਜਿਵੇਂ, ਤਾਂ ਬਹੁਤ ਸ਼ੁੱਧਤਾ ਦੇ ਨਾਲ ਕਿਸੇ ਸਥਾਨ ਦੇ ਉੱਤੇ ਪੋਜੀਸ਼ਨ ਦੇ ਉੱਤੇ ਸਥਿਤ ਜੋ ਹੁੰਦਾ ਹੈ, ਜੋ ਕਿਸੇ ਖਾਸ ਸਥਿਤ ਅਤੇ ਫੀਲਡ ਸਥਿਤ ਹੁੰਦੀ ਹੈ, ਉਹ ਕਣ ਅਲੋਪ ਹੋ ਜਾਂਦਾ ਹੈ ਅਤੇ ਫਿਰ ਕਿਸੇ ਹੋਰ ਦੂਰ ਸਥਿਤ ਪੋਜੀਸ਼ਨ ਉੱਤੇ ਪੁਨਰ ਪ੍ਰਗਟ ਹੋ ਜਾਂਦਾ ਹੈ। ਇਸ ਤਰ੍ਹਾਂ ਹੋਣ ਦੀ ਸੰਭਾਵਨਾ ਹੋ ਸਕਦੀ ਹੈ। ਕਿਸੇ ਇੱਕ ਸਥਾਨ ਤੋਂ ਅਲੋਪ ਹੋ ਕੇ ਦੂਰ ਸਥਿਤ ਸਥਾਨ ਦੇ ਉੱਤੇ ਨਵੀਂ ਪੋਜੀਸ਼ਨ ਗ੍ਰਹਿਣ ਕਰਕੇ ਮੁੜ ਪ੍ਰਗਟ ਹੋਣ ਦੀ ਘਟਨਾ ਨੂੰ ਗੈਰ ਸਥਾਨਿਕਤਾ ਜਾਂ ਅੰਗਰੇਜ਼ੀ ਦੇ ਵਿੱਚ ਨੌਨ ਲੋਕੈਲਿਟੀ ਕਿਹਾ ਜਾਂਦਾ ਹੈ, ਜੋ ਇਸ ਨਿਯਮ ਦੀ ਉਲੰਘਣਾ ਕਰਦੀ ਹੈ ਕਿ ਸਿਗਨਲ ਅਰਥਾਤ ਸੰਕੇਤ ਹੈ ਜੋ ਇਹ ਤੁਰੰਤ ਸੰਚਾਰਿਤ ਨਹੀਂ ਹੋ ਸਕਦਾ, ਪ੍ਰੋਪੇਗੇਟ ਨਹੀਂ ਹੋ ਸਕਦਾ। ਤਾਂ ਇਹ ਉਸ ਕਾਨੂੰਨ ਦੀ ਉਲੰਘਣਾ ਕਰਦੀ ਹੈ, ਨੌਨ ਲੋਕੈਲਿਟੀ ਹੈ ਜੋ ਕਿ ਇਸ ਤਰ੍ਹਾਂ ਨਹੀਂ ਹੋ ਸਕਦਾ ਕਿ ਕੋਈ ਕਣ ਪਹਿਲਾਂ ਕਿਤੇ ਗਾਇਬ ਹੋ ਜਾਵੇ ਅਤੇ ਹੋਰ ਪਾਸੇ ਜਾ ਕੇ ਪ੍ਰਗਟ ਹੋ ਜਾਵੇ। ਤਾਂ ਇਸ ਦੀ ਤਾਂ ਫਿਰ ਕਲਪਨਾ ਕਰਨ ਦਾ ਸਹੀ ਤਰੀਕਾ ਕੀ ਹੋਣਾ ਚਾਹੀਦਾ ਹੈ? ਸਹੀ ਤਰੀਕਾ ਇਹ ਹੈ ਕਿ ਜੇਕਰ ਤੁਸੀਂ ਆਪਣੀ ਥਿਊਰੀ ਦੇ ਅੰਦਰ ਲੋਕੈਲਿਟੀ, ਸਥਾਨਿਕਤਾ ਜਿਸ ਨੂੰ ਪੰਜਾਬੀ 'ਚ ਕਹਿ ਸਕਦੇ ਹਾਂ, ਦੀ ਬਹੁਤ ਸ਼ੁੱਧ ਧਾਰਨਾ ਨੂੰ ਸੁਰੱਖਿਅਤ ਰੱਖਣਾ ਚਾਹੁੰਦੇ ਹੋਵੋ ਤਾਂ ਇਹੀ ਮੰਨਣਾ ਪਏਗਾ ਕਿ ਜਿਸ ਪੋਜੀਸ਼ਨ ਦੇ ਉੱਤੇ ਕੋਈ ਕਣ ਅਲੋਪ ਹੁੰਦਾ ਤਾਂ ਬਿਲਕੁਲ ਉਸੇ ਪੋਜੀਸ਼ਨ ਦੇ ਕੁਝ ਨਿਸ਼ਚਿਤ ਖੇਤਰ ਦੇ ਅੰਦਰ ਇਹ ਘਟਨਾ ਵਾਪਰਨ ਦੇ ਨਾਲੋਂ ਉਸੇ ਬਿੰਦੂ ਉੱਤੇ ਹੀ ਉਸਦੇ ਬਦਲੇ ਹੋਏ ਮੋਮੈਂਟਮ ਵਾਲਾ ਕਣ ਜਾਂ ਉਸਦੇ ਖਿੰਡ ਕੇ ਬਣੇ ਦੋ ਵੱਖਰੇ ਮੋਮੈਂਟਮ ਵਾਲੇ ਕਣ ਪ੍ਰਗਟ ਹੋ ਕੇ ਬਾਹਰ ਨਿਕਲਦੇ ਹਨ। ਇੱਥੇ ਇਹ ਕਿਹਾ ਜਾ ਸਕਦਾ ਕਿ ਕਣ ਹੈ ਜੋ ਉਸੇ ਪੋਜੀਸ਼ਨ ਦੇ ਉੱਤੇ ਹੀ ਉਹ ਜਾਂ ਤਾਂ ਹੋਰ ਮੋਮੈਂਟਮ ਪਕੜ ਲੈਂਦਾ ਜਾਂ ਫਿਰ ਉਹ ਦੋ ਕਣਾਂ ਦੇ ਵਿੱਚ ਖਿੰਡ ਜਾਂਦਾ ਅਤੇ ਦੋ ਵੱਖਰੇ ਮੋਮੈਂਟਮ ਫੜ ਲੈਂਦਾ ਅਤੇ ਉੱਥੋਂ ਉਸੇ ਪੋਜੀਸ਼ਨ ਦੇ ਉੱਤੇ ਹੀ ਬਾਹਰ ਨਿਕਲਦਾ ਜਿਸ ਪੋਜੀਸ਼ਨ ਦੇ ਉੱਤੇ ਉਹ ਹੁੰਦਾ। ਉਸ ਦੇ ਨਾਲ ਗਵਾਂਢੀ ਕਿਸੇ ਹੋਰ ਖੇਤਰ ਵਿੱਚ ਜਾਂ ਦੂਰ ਖੇਤਰ ਦੇ ਵਿੱਚ ਨਹੀਂ ਹੁੰਦਾ, ਉਹ ਉੱਥੇ ਹੀ ਹੁੰਦਾ। ਤਾਂ ਫਿਰ ਅਜਿਹੀ ਕਿਸੇ ਰਿਐਕਸ਼ਨ ਨੂੰ ਅਸੀਂ ਕਿਵੇਂ ਦਰਸਾ ਸਕਦੇ ਹਾਂ, ਕਿਵੇਂ ਦਰਸਾਵਾਂਗੇ ਜਿਸ ਦੇ ਵਿੱਚ ਇੱਕ ਕਣ ਹੈ ਜਿਹੜਾ ਉਹ ਕਿਸੇ ਪੋਜੀਸ਼ਨ ਐਕਸ ਦੇ ਉੱਤੇ ਅੰਦਰ ਦਾਖਲ ਹੁੰਦਾ ਹੈ ਅਤੇ ਇਸ ਬਿੰਦੂ ਦੇ ਉੱਤੇ ਖਾ ਲਿਆ ਜਾਂਦਾ ਹੈ ਜਾਂ ਇਸ ਨੂੰ ਅੰਗਰੇਜ਼ੀ 'ਚ ਕਹਾਂਗੇ ਅਬਜ਼ੋਰਬ ਕਰ ਲਿਆ ਜਾਂਦਾ ਅਤੇ ਫਿਰ ਦੋ ਕਣ ਉਸੇ ਬਿੰਦੂ ਤੋਂ ਬਾਹਰ ਨਿਕਲਦੇ ਹਨ ਜਾਂ ਇਸ ਨੂੰ ਆਪਾਂ ਸਾਇੰਸ ਦੀ ਭਾਸ਼ਾ 'ਚ ਕਹਾਂਗੇ ਐਮਿਟ ਹੁੰਦੇ ਹਨ। ਅਸੀਂ ਓਪਰੇਟਰਾਂ ਨੂੰ ਗੈਰ ਲੋਕਲ ਕਿਰਿਆਵਾਂ ਨੂੰ ਦਰਸਾਉਣ ਦੇ ਲਈ
ਵਰਤ ਸਕਦੇ ਸੀ, ਪਰ ਅਸੀਂ ਇਹਨਾਂ ਨੂੰ ਲੋਕਲ ਕਿਰਿਆਵਾਂ ਪ੍ਰੋਸੈਸਾਂ ਦੇ ਦਰਸਾਓ ਵਾਸਤੇ ਵਰਤਣਾ ਹੈ। ਇਹਨਾਂ ਨੂੰ ਅਸੀਂ ਇਸ ਤਰ੍ਹਾਂ ਲਿਖਾਂਗੇ ਕਿ ਪਹਿਲਾਂ ਸਿਸਟਮ ਤੋਂ ਕਣ ਨੂੰ ਐਨੀਲੇਸ਼ਨ ਫੀਲਡ ਆਪਰੇਟਰ ਸਾਈ ਆਫ ਐਕਸ ਦੀ ਵਰਤੋਂ ਦੇ ਨਾਲ ਐਕਸ ਬਿੰਦੂ ਪੋਜੀਸ਼ਨ ਦੇ ਉੱਤੇ ਹਟਾ ਦਿੱਤਾ ਜਾਂਦਾ ਹੈ ਅਤੇ ਫਿਰ ਦੋ ਕਣਾਂ ਨੂੰ ਇਸੇ ਬਿੰਦੂ ਐਕਸ ਦੇ ਉੱਤੇ ਦੋ ਕ੍ਰੀਏਸ਼ਨ ਫੀਲਡ ਆਪਰੇਟਰਾਂ ਸਾਈ ਡੈਗਰ ਆਫ ਐਕਸ ਸਾਈ ਡੈਗਰ ਆਫ ਐਕਸ ਦੋ ਫੀਲਡ ਆਪਰੇਟਰਾਂ ਦੀ ਵਰਤੋਂ ਕਰਦੇ ਹੋਏ ਵਾਪਸ ਰੱਖ ਦਿੱਤਾ ਜਾਂਦਾ ਹੈ। ਇਸ ਨੂੰ ਗਣਿਤਿਕ ਚਿੰਨ੍ਹਾਂ ਦੇ ਵਿੱਚ ਇੰਝ ਲਿਖਾਂਗੇ, ਸਾਈ ਡੈਗਰ ਆਫ ਐਕਸ ਐਂਡ ਸਾਈ ਡੈਗਰ ਆਫ ਐਕਸ ਤੇ ਸਾਈ ਆਫ ਐਕਸ ਐਕਟਿੰਗ ਔਨ ਜਾਂ ਫਿਰ ਆਪਰੇਟਿੰਗ ਔਨ ਕੋਈ ਕਿਸੇ ਇਨੀਸ਼ੀਅਲ ਸਟੇਟ ਦੇ ਉੱਤੇ, ਕੋਈ ਸ਼ੁਰੂਆਤੀ ਅਵਸਥਾ ਦੇ ਉੱਤੇ ਇਹ ਤਿੰਨੇ ਆਪਰੇਟਰ ਐਕਟ ਕਰਦੇ ਨੇ। ਤਿੰਨਾਂ ਦੇ ਵਿੱਚ ਤੇ ਦੋ ਆਪਰੇਟਰ ਸੇਮ ਨੇ, ਡੈਗਰ ਸਾਈ ਡੈਗਰ ਵਾਲੇ ਕ੍ਰੀਏਸ਼ਨ ਆਪਰੇਟਰ ਨੇ ਜੋ ਕ੍ਰੀਏਸ਼ਨ ਫੀਲਡ ਆਪਰੇਟਰ, ਤੇ ਸਾਈ ਆਫ ਐਕਸ ਇਕੱਲਾ ਸਭ ਤੋਂ ਪਹਿਲਾਂ ਲਗਾਇਆ ਜਾਂਦਾ, ਪਹਿਲਾਂ ਇਹ ਸਮਾਪਤ ਕਰੇਗਾ, ਉਸ ਤੋਂ ਬਾਅਦ ਫਿਰ ਇਹ ਕਣ ਨੂੰ ਪੈਦਾ ਕਰਨਗੇ। ਸਾਈ ਡੈਗਰ ਆਫ ਐਕਸ ਸਾਈ ਡੈਗਰ ਆਫ ਐਕਸ ਸਾਈ ਡੈਗਰ ਆਪਰੇਟਿੰਗ ਔਨ ਕੋਈ ਸ਼ੁਰੂਆਤ ਅਵਸਥਾ। ਆਓ ਇਸ ਸਮੀਕਰਨ ਦਾ ਅਧਿਐਨ ਕਰੀਏ। ਮੰਨ ਲਓ ਕਿ ਮੋਮੈਂਟਮ ਕੇ ਵਾਲਾ ਕਣ ਅੰਦਰ ਦਾਖਲ ਹੁੰਦਾ। ਅਸੀਂ ਇਹ ਜਾਣਨਾ ਚਾਹੁੰਦੇ ਹਾਂ ਕਿ ਜੇਕਰ ਮੋਮੈਂਟਮ ਕੇ ਵਾਲਾ ਕਣ ਪੋਜੀਸ਼ਨ ਐਕਸ ਦੇ ਉੱਤੇ ਖਾ ਲਿਆ ਜਾਂਦਾ ਤਾਂ ਅੰਤਿਮ ਅਵਸਥਾ ਕੀ ਬਣੇਗੀ ਅਤੇ ਉਸ ਅੰਤਿਮ ਅਵਸਥਾ ਦੁਆਰਾ ਇਹ ਜਾਂ ਉਹ ਮੋਮੈਂਟਮ ਰੱਖਣ ਦੀਆਂ ਵਿਭਿੰਨ ਪ੍ਰੋਬੇਬਿਲਟੀਆਂ ਕੀ ਹੋਣਗੀਆਂ, ਕਿਉਂਕਿ ਕੁਆਂਟਮ ਮਕੈਨਿਕਸ ਦੇ ਵਿੱਚ ਸਾਨੂੰ ਪ੍ਰੋਬੇਬਿਲਟੀਆਂ ਹੀ ਮਿਲਣਗੀਆਂ ਤੇ ਇਸ ਵਿੱਚ ਅੰਤਿਮ ਅਵਸਥਾ ਜੋ ਲਾਸਟ ਸਟੇਟ ਵੈਕਟਰ ਹੈ ਉਹ ਕੀ ਬਣੇਗਾ, ਇਹ ਆਪਾਂ ਨੇ ਪਤਾ ਕਰਨਾ ਹੈ। ਇਹ ਸਭ ਕੁਝ ਪਤਾ ਕਰਨਾ ਬਹੁਤ ਆਸਾਨ ਹੈ। ਸਭ ਤੋਂ ਪਹਿਲਾਂ ਅਸੀਂ ਇਹ ਕਹਾਂਗੇ ਕਿ ਇਹ ਮੋਮੈਂਟਮ ਵਾਲਾ ਸੰਬੰਧਿਤ ਸਪੇਸ ਦੀ ਪੋਜੀਸ਼ਨ ਦੇ ਉੱਤੇ ਇੱਕ ਕਣ ਵਾਲੀ ਸ਼ੁਰੂਆਤੀ ਅਵਸਥਾ ਨੂੰ ਇੰਝ ਲਿਖਾਂਗੇ ਕਿ ਮੋਮੈਂਟਮ ਨਾਲ ਸੰਬੰਧਿਤ ਸਪੇਸ ਦੀ ਪੋਜੀਸ਼ਨ ਦੇ ਉੱਤੇ ਇੱਕ ਕਣ ਵਾਲੀ ਸ਼ੁਰੂਆਤੀ ਅਵਸਥਾ ਨੂੰ ਅਸੀਂ ਇਸ ਤਰੀਕੇ ਨਾਲ ਲਿਖਦੇ ਹਾਂ 0 0 1 0 0 0 ਉਸ ਦੀ ਕੋਈ ਪੋਜੀਸ਼ਨ ਹੈ ਜੋ ਕੋਈ ਐਕਸ ਪੋਜੀਸ਼ਨ ਕਹਿ ਦਿਓ, ਤੇ ਉੱਥੇ ਜੋ ਉਸ ਪੋਜੀਸ਼ਨ ਦੇ ਉੱਤੇ ਕਣ ਦਾ ਮੋਮੈਂਟਮ ਹੈ ਉਹ ਕੇ ਹੈ, ਇਨੀਸ਼ੀਅਲ ਸਟੇਟ ਹੈ ਇਹ ਰਿਐਕਸ਼ਨ ਹੋਣ ਤੋਂ ਪਹਿਲਾਂ। ਸ਼ੁਰੂਆਤੀ ਅਵਸਥਾ ਕੱਟ 0 0 1 0 0 ਅਤੇ ਪ੍ਰਤੀਕਿਰਿਆ ਨੂੰ ਇਸ ਤਰੀਕੇ ਨਾਲ ਦਰਸਾਵਾਂਗੇ ਤੇ ਇਸ ਦੇ ਉੱਤੇ ਸਾਈ ਡੈਗਰ ਆਫ ਐਕਸ ਸਾਈ ਡੈਗਰ ਆਫ ਐਕਸ ਤੇ ਸਾਈ ਆਫ ਐਕਸ ਐਕਟ ਕਰਦੇ ਨੇ ਤੇ ਲੋਕਲ ਫੀਲਡ ਆਪਰੇਟਰਾਂ ਦੀਆਂ ਸਮੀਕਰਨਾਂ ਦੇ ਵਿੱਚ ਮੋਮੈਂਟਮ ਕ੍ਰੀਏਸ਼ਨ ਐਨੀਲੇਸ਼ਨ ਆਪਰੇਟਰਾਂ ਦੀ ਭਾਸ਼ਾ ਵਾਲੀਆਂ ਇਹ ਰਕਮਾਂ ਭਰਾਂਗੇ। ਤਾਂ ਹੁਣ ਇਹ ਮੋਮੈਂਟਮ ਆਪਰੇਸ਼ਨ ਕ੍ਰੀਏਸ਼ਨ ਆਪਰੇਟਰ ਨੇ ਜੋ ਲੋਅਰਿੰਗ ਤੇ ਰੇਜ਼ਿੰਗ ਵਾਲੇ ਏ ਮਾਈਨਸ ਤੇ ਏ ਪਲੱਸ, ਇਹ ਅਸੀਂ ਭਰਾਂਗੇ ਇੱਥੇ ਸਾਈ ਆਫ ਐਕਸ ਤੇ ਸਾਈ ਡੈਗਰ ਆਫ ਐਕਸ ਨੂੰ ਸਮ ਓਵਰ ਐਕਸ ਏ ਮਾਈਨਸ ਆਫ ਕੇ ਈ ਰੇਜ਼ ਟੂ ਪਾਵਰ ਪਲੱਸ ਆਈ ਕੇ ਐਕਸ, ਤੇ ਸਾਈ ਡੈਗਰ ਦੇ ਵਿੱਚ ਭਰਨਾ ਅਸੀਂ ਸਮ ਓਵਰ ਕੇ ਏ ਪਲੱਸ ਆਫ ਕੇ ਈ ਰੇਜ਼ ਟੂ ਪਾਵਰ ਮਾਈਨਸ ਕੇ ਐਕਸ। ਇਹਨਾਂ ਬਾਰੇ ਆਪਾਂ ਪਹਿਲਾਂ ਪੜ੍ਹ ਚੁੱਕੇ ਹਾਂ। ਇਹ ਉੱਤੇ ਬਾਰ-ਬਾਰ ਲਿਖਿਆ ਮਿਲੇਗਾ ਤੁਹਾਨੂੰ, ਯਾਦ ਕਰਨ ਦੇ ਲਈ ਚੰਗਾ ਆਸਾਨ ਰਹੇਗਾ। ਤਾਂ ਇਹ ਦੋਨੋਂ ਫੀਲਡ ਆਪਰੇਟਰ ਇਸ ਤਰ੍ਹਾਂ ਇਹ ਪ੍ਰਕਿਰਿਆ ਇਸ ਤਰੀਕੇ ਨਾਲ ਸ਼ੁਰੂ ਕੀਤੀ ਜਾ ਸਕਦੀ ਹੈ ਕਿ ਇਹ ਸਮ ਓਵਰ ਕੇ ਸਭ ਤੋਂ ਪਹਿਲਾਂ ਜਿਹੜਾ ਐਨੀਲੇਸ਼ਨ ਆਪਰੇਟਰ ਹੈ ਇਹ ਉੱਪਰ ਜੋ ਰੈੱਡ ਕਲਰ 'ਚ ਲਿਖਿਆ ਹੋਇਆ ਇਹ ਆਪਰੇਟ ਕਰੇਗਾ ਇਸ ਸ਼ੁਰੂਆਤੀ ਅਵਸਥਾ ਦੇ ਉੱਤੇ ਜਿਸ ਦਾ ਕੇ ਮੋਮੈਂਟਮ ਹੈ, ਸ਼ੁਰੂਆਤੀ ਮੋਮੈਂਟਮ ਹੈ, ਇੱਕ ਕਣ ਹੈ, ਕੇ ਇਸ ਦਾ ਮੋਮੈਂਟਮ ਹੈ ਤੇ ਇਸ ਦੀ ਪੋਜੀਸ਼ਨ ਐਕਸ ਹੈ ਤੇ ਇਸ ਦਾ ਵੇਵ ਫੰਕਸ਼ਨ ਹੈ ਐਕਸ ਦਾ ਈ ਰੇਜ਼ ਟੂ ਪਾਵਰ ਆਈ ਕੇ ਐਕਸ, ਕੇ ਉਸ ਦਾ ਮੋਮੈਂਟਮ ਹੈ ਤੇ ਸਮ ਓਵਰ ਕੇ ਉਸਦੇ ਬਾਕੀ ਸਾਰੇ ਮੋਮੈਂਟਮਾਂ ਜਿੰਨੇ ਵੀ ਉਸ ਪੋਜੀਸ਼ਨ ਨੂੰ ਬਣਾਉਣ ਵਾਲੇ ਮੋਮੈਂਟਮ ਨੇ ਉਹਨਾਂ ਜਿਨ੍ਹਾਂ ਦਾ ਜੋੜ ਬਣ ਕੇ ਉਹ ਸਾਰਾ ਬਣਿਆ
ਸਾਰੀ ਪੋਜੀਸ਼ਨ ਬਣਦੀ ਹੈ ਉਹ ਇਸ ਦੇ ਉੱਤੇ ਆਪਰੇਟ ਕਰਦੇ ਨੇ। ਕਿਉਂਕਿ ਅੰਤਿਮ ਅਵਸਥਾ ਵਾਲੇ ਦੋਵੇਂ ਮੋਮੈਂਟਮ ਕੇ ਤੋਂ ਵੱਖਰੇ ਹੋ ਸਕਦੇ ਹਨ, ਤਾਂ ਇਸ ਲਈ ਅਸੀਂ ਇਹਨਾਂ ਦੇ ਲਈ ਜੋੜ ਇੰਡੈਕਸ ਕੇ ਦੀ ਜਗ੍ਹਾ ਕੋਈ ਹੋਰ ਚਿੰਨ੍ਹ ਐਲ ਤੇ ਐਮ ਯੂਜ਼ ਕਰਾਂਗੇ ਤਾਂ ਜੋ ਕਨਫਿਊਜ਼ਨ ਨਾ ਹੋ ਸਕੇ। ਧਿਆਨ ਰਹੇ ਕਿ ਹੇਠਾਂ ਲਿਖੀ ਸਮੀਕਰਨ ਦੇ ਵਿੱਚ ਵਰਤੇ ਗਏ ਕੇ ਐਲ ਤੇ ਐਮ ਵਾਲੇ ਜਿਹੜੇ ਤਿੰਨੇ ਚਿੰਨ੍ਹ ਨੇ ਇਹ ਸਿਰਫ ਵੱਖਰੇ ਵੱਖਰੇ ਵੇਵ ਨੰਬਰਾਂ ਦੇ ਮੋਮੈਂਟਮਾਂ ਨੂੰ ਪ੍ਰਸਤੁਤ ਕਰਨ ਦੇ ਲਈ ਨਾਮਾਂ ਦੇ ਤੌਰ ਤੇ ਵਰਤੇ ਗਏ ਹਨ। ਇਹਨਾਂ ਦਾ ਅਰਥ ਕਿਸੇ ਹੋਰ ਭੌਤਿਕੀ ਚਿੰਨ੍ਹ ਜਿਵੇਂ ਪੁੰਜ ਵਾਸਤੇ ਐਮ ਨਹੀਂ ਵਰਤਣਾ ਚਾਹੀਦਾ, ਕਿਉਂਕਿ ਇਹ 'ਚ ਐਮ ਯੂਜ਼ ਕੀਤਾ ਅਸੀਂ ਐਮ ਪੁੰਜ ਮਾਸ ਦੇ ਲਈ ਵੀ ਯੂਜ਼ ਕਰਦੇ ਹਾਂ ਆਪਾਂ, ਤਾਂ ਇੱਥੇ ਮੋਮੈਂਟਮ ਲਈ ਯੂਜ਼ ਕੀਤਾ ਕੇ ਐਲ ਤੇ ਐਮ। ਇਹ ਸਿਰਫ ਨਾਮ ਨੇ ਮੋਮੈਂਟਮ ਦੇ, ਅਲੱਗ-ਅਲੱਗ ਮੋਮੈਂਟਮ ਦੇ। ਇਸ ਲਈ ਸਾਈ ਡੈਗਰ ਵਾਲੇ ਦੋਵੇਂ ਆਪਰੇਟਰਾਂ ਦੇ ਸਮੇਤ ਇਸ ਰਿਐਕਸ਼ਨ ਸਮੀਕਰਨ ਨੂੰ ਇੰਝ ਲਿਖਾਂਗੇ। ਦੇਖੋ ਕਿੰਨੀ ਲੰਬੀ ਚੌੜੀ ਇਹ ਇਕੁਏਸ਼ਨ ਬਣ ਜਾਂਦੀ ਹੈ ਦੇਖਣ ਲਈ, ਲੇਕਿਨ ਹੈ ਕੁਛ ਵੀ ਨਹੀਂ ਹੈ, ਇਸ ਨੂੰ ਧਿਆਨ ਨਾਲ ਪੜ੍ਹੋਗੇ। ਸਮ ਓਵਰ ਐਮ ਰੇਜ਼ਿੰਗ ਆਪਰੇਟਰ ਐਮ ਆਫ ਐਮ ਮੋਮੈਂਟਮ ਈ ਰੇਜ਼ ਟੂ ਪਾਵਰ ਮਾਈਨਸ ਐਮ ਐਕਸ ਕੇ ਦੀ ਜਗ੍ਹਾ ਅਸੀਂ ਐਮ ਯੂਜ਼ ਕਰਾਂਗੇ ਹੁਣ, ਕਿਉਂਕਿ ਇਹ ਬਾਹਰ ਨਿਕਲਣ ਵਾਲੇ ਉਸ ਕਣ ਦਾ ਮੋਮੈਂਟਮ ਹੋਣਾ ਚਾਹੀਦਾ ਜੋ ਐਮ ਮੋਮੈਂਟਮ ਰੱਖਦਾ। ਤੇ ਦੂਜਾ ਹੈਗਾ ਸਮ ਓਵਰ ਐਲ, ਇਹ ਇੱਕ ਨਹੀਂ ਹੈਗਾ ਐਲ ਹੈ, ਸਮ ਓਵਰ ਐਲ ਇਹ ਰੇਜ਼ਿੰਗ ਆਪਰੇਟਰ ਹੈਗਾ ਐਲ ਦਾ, ਐਲ ਮੋਮੈਂਟਮ ਦਾ ਜੋ ਐਲ ਮੋਮੈਂਟਮ ਨੂੰ ਵਧਾਉਂਦਾ। ਤੇ ਈ ਰੇਜ਼ ਟੂ ਪਾਵਰ ਮਾਈਨਸ ਆਈ ਐਲ ਐਕਸ ਹੈ, ਇਹ ਦੂਜੇ ਕਣ ਦਾ ਮੋਮੈਂਟਮ ਹੈ ਆਈ ਐਲ ਐਕਸ। ਦੋਨਾਂ ਨੂੰ ਮੈਂ ਜਾਣਬੁੱਝ ਕੇ ਹਰੇ ਰੰਗ ਦੇ ਵਿੱਚ ਲਿਖਿਆ ਕਿਉਂਕਿ ਕ੍ਰੀਏਸ਼ਨ ਫੀਲਡ ਆਪਰੇਟਰ ਨੇ, ਤੇ ਇੱਥੇ ਐਨੀਲੇਸ਼ਨ ਆਪਰੇਟਰ ਪੀਲੇ ਰੰਗ 'ਚ ਲਿਖਿਆ ਜੋ ਈ ਸਮ ਓਵਰ ਕੇ ਐਨੀਲੇਸ਼ਨ ਆਪਰੇਟਰ ਹੈਗਾ ਇਹ ਕੇ ਮੋਮੈਂਟਮ ਦਾ। ਤੇ ਈ ਰੇਜ਼ ਟੂ ਪਾਵਰ ਮਾਈਨਸ ਕੇ ਐਕਸ ਇਸ ਦਾ ਵੇਵ ਫੰਕਸ਼ਨ ਹੈ। ਇਹ ਸਾਰੇ ਮੋਮੈਂਟਮਾਂ ਦਾ ਜੋੜ ਹੈ ਜੋ ਉਸ ਪੋਜੀਸ਼ਨ ਨੂੰ ਬਣਾਉਂਦੇ ਆ, ਐਕਸ ਪੋਜੀਸ਼ਨ ਨੂੰ। ਐਕਸ ਪੋਜੀਸ਼ਨ ਇੱਥੇ ਹੈ ਜਿਸ ਦੇ ਉੱਤੇ ਇੱਕ ਕਣ ਹੈ ਜਿਸ ਦਾ ਸ਼ੁਰੂਆਤੀ ਮੋਮੈਂਟਮ ਕੇ ਹੈ। ਤਾਂ ਇਸ ਨੂੰ ਪੜ੍ਹਨ ਦਾ ਇਹ ਤਰੀਕਾ ਸਾਰਾ, ਤੇ ਇਸ ਨੂੰ ਆਪਾਂ ਸਟੈਪ ਬਾਈ ਸਟੈਪ ਦੇਖਾਂਗੇ ਇਹ ਐਕਸ਼ਨ ਕਿਵੇਂ ਹੁੰਦਾ ਹੈ। ਪਹਿਲਾਂ ਸਾਰੀ ਉੱਪਰ ਇਕੁਏਸ਼ਨ ਦੁਬਾਰਾ ਲਿਖ ਰਹੇ ਹਾਂ ਆਪਾਂ। ਹੁਣ ਆਓ ਦੇਖੀਏ ਕਿ ਇਹ ਸਮੀਕਰਨ ਕਿਸ ਤਰ੍ਹਾਂ ਦੀ ਅਵਸਥਾ ਪੈਦਾ ਕਰਦੀ ਹੈ। ਸਭ ਤੋਂ ਪਹਿਲਾਂ ਅਸੀਂ ਸਾਈ ਆਪਰੇਟਰ ਵਾਲੇ ਸ਼ੁਰੂਆਤੀ ਮੋਮੈਂਟਮ ਕੇ ਉੱਤੇ ਧਿਆਨ ਦੇਵਾਂਗੇ। ਤਾਂ ਅਸੀਂ ਜੋ ਇਹ ਸ਼ੁਰੂਆਤੀ ਮੋਮੈਂਟਮ ਵਾਲਾ ਪਹਿਲਾ ਆਪਰੇਟਰ ਹੈ ਕੇ ਵਾਲਾ ਪੀਲੇ ਰੰਗ ਵਾਲਾ, ਇਸ ਦੇ ਉੱਤੇ ਧਿਆਨ ਦੇਵਾਂਗੇ। ਇੱਥੇ ਆਸਾਨੀ ਨਾਲ ਸਮਝਿਆ ਜਾ ਸਕਦਾ ਹੈ ਕਿ ਕ੍ਰੀਏਸ਼ਨ ਆਪਰੇਟਰ ਜਿਹੜੇ ਹਰੇ ਰੰਗ ਦੇ ਵਿੱਚ ਲਿਖੇ ਗਏ ਨੇ, ਇਹ ਕ੍ਰੀਏਸ਼ਨ ਆਪਰੇਟਰ ਨੇ ਫੀਲਡ ਆਪਰੇਟਰ, ਇਹ ਐਕਸਪੋਨੈਂਸ਼ੀਅਲ ਫੰਕਸ਼ਨ ਅਤੇ ਸਮ ਫੰਕਸ਼ਨ ਦੇ ਵਿੱਚ ਲਿਖਿਆ ਕੇ ਹੈ ਜਿਹੜਾ ਇਹ ਪੀਲੇ ਰੰਗ ਵਾਲਾ। ਇੱਧਰ ਵੀ ਹੈਗੇ ਨੇ ਐਕਸਪੋਨੈਂਸ਼ੀਅਲ ਫੰਕਸ਼ਨ, ਲੇਕਿਨ ਇਸ ਦੀ ਗੱਲ ਹੋ ਰਹੀ ਹੈ ਫਿਲਹਾਲ ਪਹਿਲੇ ਵਾਲੇ ਦੀ, ਕਿਉਂਕਿ ਪਹਿਲਾਂ ਇਸ ਨੇ ਆਪਰੇਟ ਕਰਨਾ ਹੈ, ਪਹਿਲਾਂ ਉਹ ਕਣ ਨੂੰ ਖਤਮ ਕਰੇਗਾ ਤਾਂ ਦੂਜਾ ਕਣ ਰੱਖਿਆ ਜਾ ਸਕੇਗਾ ਉੱਥੇ। ਜਿਸ ਕਣ ਨੇ ਖਤਮ ਹੋਣਾ ਹੈ ਸਭ ਤੋਂ ਪਹਿਲਾਂ ਖਤਮ ਕਰਨ ਵਾਲਾ ਆਪਰੇਟਰ ਲੱਗਦਾ। ਤੇ ਐਕਸਪੋਨੈਂਸ਼ੀਅਲ ਫੰਕਸ਼ਨ ਤੇ ਸਮ ਫੰਕਸ਼ਨ ਦੇ ਵਿੱਚ ਲਿਖਿਆ ਵਾ ਜਿਹੜਾ ਕੇ ਹੈ, ਜੇਕਰ ਅਵਸਥਾ ਵੈਕਟਰ ਅੰਦਰ ਵਾਲੇ ਕਣ ਦੇ ਮੋਮੈਂਟਮ ਕੇ ਦੇ ਬਰਾਬਰ ਨਹੀਂ ਹੋਵੇਗਾ ਤਾਂ ਨਤੀਜਾ 0 ਮਿਲੇਗਾ। ਇਸ ਦਾ ਮਤਲਬ ਹੈ ਕਿ ਜੋ ਇਸ ਦੇ ਵਿੱਚ ਪੀਲੇ ਰੰਗ ਦੇ ਵਿੱਚ ਜੋ ਆਪਣਾ ਐਨੀਲੇਸ਼ਨ ਆਪਰੇਟਰ ਆ ਇਹ ਲਿਖਿਆ ਗਿਆ, ਇਸ ਦੇ ਵਿੱਚ ਜੋ ਕੇ ਹੈ ਜਿਹਦਾ ਮੋਮੈਂਟਮ ਹੈ ਐਨੀਲੇਸ਼ਨ ਆਪਰੇਟਰ ਦਾ ਜੋ ਕੇ ਹੈ ਮੋਮੈਂਟਮ ਹੈ ਜੋ ਇਹ ਇਸ ਦੇ ਬਰਾਬਰ ਹੋਣਾ ਚਾਹੀਦਾ, ਇਸ ਨੂੰ ਖਤਮ ਤਾਂ ਹੀ ਕਰ ਪਾਏਗਾ ਉਹ। ਯਾਨੀ ਕਿ ਜੇਕਰ ਅਸੀਂ 7ਵੇਂ ਐਕੂਪੇਸ਼ਨ ਉੱਤੇ ਸਥਿਤ ਕਣ ਦੇ ਮੋਮੈਂਟਮ ਨੂੰ
ਕਿਸੇ ਹੋਰ ਜਿਵੇਂ ਕਿ 3 ਵਾਲੇ ਮੋਮੈਂਟਮ ਨਾਲ ਹਿੱਟ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਉੱਥੇ ਕੋਈ ਕਣ ਨਾ ਹੋਣ ਕਾਰਨ 0 ਨਤੀਜਾ ਮਿਲੇਗਾ। ਕਹਿਣ ਦਾ ਮਤਲਬ ਹੈ ਕਿ ਜਿਹੜਾ ਮੋਮੈਂਟਮ ਹੈ ਉਹ ਸੇਮ ਹੋਣਾ ਚਾਹੀਦਾ ਅਗਰ ਉਸਨੇ ਹਿੱਟ ਕਰਨਾ ਉਸਨੂੰ ਜੋ ਪਹਿਲਾ ਕਣ ਹੈ ਉਸਦੇ ਬਰਾਬਰ ਦਾ ਹੀ ਮੋਮੈਂਟਮ ਹੋਣਾ ਚਾਹੀਦਾ ਉਸਦਾ ਜਿਸਨੇ ਹਿੱਟ ਕਰਨਾ ਹੈ ਉਸਨੂੰ ਖ਼ਤਮ ਕਰਨਾ ਹੈ। ਅਗਰ ਉਹ ਕਿਸੇ ਹੋਰ ਪੋਜੀਸ਼ਨ ਦੇ ਉਸੇ ਪੋਜੀਸ਼ਨ ਦੇ ਉੱਤੇ ਜਾ ਕੇ ਹੀ ਉਸਨੂੰ ਹਿੱਟ ਕਰੇਗਾ ਉਹ ਜਿਸ ਪੋਜੀਸ਼ਨ ਦੇ ਉੱਤੇ ਉਹ ਹੈ। ਅਗਰ ਉਹ 9ਵੀਂ ਪੋਜੀਸ਼ਨ ਦੇ ਉੱਤੇ ਹੈ ਜਿਵੇਂ 7ਵੇਂ ਕੋਈ ਐਕੂਪੇਸ਼ਨ ਦੇ ਉੱਤੇ ਸਥਿਤ ਹੈ ਅਗਰ ਹੈਗਾ ਤਾਂ ਉਸਨੂੰ ਅਸੀਂ ਤੀਜੀ ਪੋਜੀਸ਼ਨ ਦੇ ਉੱਤੇ ਜਾ ਕੇ ਹਿੱਟ ਨਹੀਂ ਕਰ ਸਕਦੇ, ਉਸੇ ਪੋਜੀਸ਼ਨ ਦੇ ਉੱਤੇ ਜਾ ਕੇ ਹੀ ਹਿੱਟ ਕਰਨਾ ਪਏਗਾ। ਇਸਦਾ ਇਹ ਮਤਲਬ ਹੈ, ਨਹੀਂ ਤਾਂ ਫਿਰ ਨਤੀਜਾ 0 ਮਿਲੇਗਾ ਅਗਰ ਕਿਸੇ ਹੋਰ ਪੋਜੀਸ਼ਨ ਦੇ ਉੱਤੇ ਹਿੱਟ ਕਰਾਂਗੇ। ਤਾਂ ਸਿਰਫ ਤੇ ਸਿਰਫ ਜਦੋਂ ਤੱਕ ਅਵਸਥਾ ਵੈਕਟਰ ਅੰਦਰਲਾ ਕੇ ਅਵਸਥਾ ਵੈਕਟਰ ਦੇ ਅੰਦਰ ਜੋ ਕੇ ਹੈ ਜੋ ਕਿ ਸ਼ੁਰੂਆਤੀ ਮੈਂ ਇੱਥੇ ਬਾਰ-ਬਾਰ ਲਿਖਦਾ ਨਾਲ ਅਤੇ ਫੀਲਡ ਆਪਰੇਟਰ ਅੰਦਰਲਾ ਕੇ ਹੈ ਜੋ ਫੀਲਡ ਆਪਰੇਟਰ ਦੇ ਅੰਦਰ ਜੋ ਕੇ ਹੈ ਜੋ ਮੋਮੈਂਟਮ ਹੈ ਇੱਕੋ ਆਕੂਪੇਸ਼ਨ ਨੰਬਰ ਨਾਲ ਜਦੋਂ ਸੰਬੰਧਿਤ ਹੁੰਦੇ ਆ ਯਾਨੀ ਕਿ ਸੇਮ ਪੋਜੀਸ਼ਨ ਦੇ ਆਕੂਪੇਸ਼ਨ ਨੰਬਰ ਨੇ ਉਹ ਤਾਂ ਫੀਲਡ ਆਪਰੇਟਰ ਵਿਚਲਾ ਕ੍ਰੀਏਸ਼ਨ ਆਪਰੇਟਰ ਹੈ ਜਿਹੜਾ ਇਹ ਵਾਲਾ ਇਹ ਮਾਈਨਸ ਆਫ ਕੇ ਕੁਝ ਕਰ ਸਕਦਾ ਤਾਂ ਹੀ ਉਸ ਕਣ ਨੂੰ ਨਸ਼ਟ ਕਰ ਪਾਏਗਾ ਅਗਰ ਉਹ ਸੇਮ ਪੋਜੀਸ਼ਨ ਤੇ ਜਾਏਗਾ। ਤੇ ਇਸ ਮੋਮੈਂਟਮ ਦੇ ਨਾਲ ਸੰਬੰਧਿਤ ਕਣ ਨੂੰ ਹਟਾ ਦਿੰਦਾ ਹੈ। ਫਿਰ ਉਹ ਹਟਾ ਸਕਦਾ ਇਸ ਇਸ ਕਣ ਦੇ ਉੱਤੇ ਇਸ ਪੋਜੀਸ਼ਨ ਦੇ ਉੱਤੇ ਜਾ ਕੇ। ਤਾਂ ਨਿਯਮ ਇਹੀ ਹੈ ਕਿ ਐਨੀਲੇਸ਼ਨ ਆਪਰੇਟਰ ਨੂੰ ਐਨੀਲੇਟ ਕਰਨ ਵਾਸਤੇ ਕੋਈ ਕਣ ਚਾਹੀਦਾ ਹੁੰਦਾ ਹੈ, ਇਸ ਲਈ ਉਪਰੋਕਤ ਸਮੀਕਰਨ ਦੇ ਸੱਜੇ ਪਾਸੇ ਵਾਲਾ ਹਿੱਸਾ ਇਹ ਬਣ ਜਾਂਦਾ ਹੈ। ਤੇ ਜਿਹੜਾ ਇਹ ਸੱਜੇ ਪਾਸੇ ਵਾਲਾ ਹਿੱਸਾ ਹੈ ਉਪਰੋਕਤ ਸਮੀਕਰਨ ਦਾ ਅੱਧਾ ਹਿੱਸਾ ਜੋ ਇੱਥੋਂ ਪੀਲੇ ਰੰਗ ਤੋਂ ਸ਼ੁਰੂ ਹੁੰਦਾ ਜੋ ਇਸ ਨੂੰ ਦੁਬਾਰਾ ਲਿਖਿਆ ਗਿਆ ਸਿਰਫ ਇਹ ਸੱਜੇ ਪੀਲੇ ਰੰਗ ਵਾਲੇ ਹਿੱਸੇ ਨੂੰ ਦੁਬਾਰਾ ਲਿਖਿਆ ਗਿਆ ਪੀਲੇ ਇੱਥੋਂ ਇਹ ਸਮ ਓਵਰ ਕੇ ਸ਼ੁਰੂਆਤੀ ए माइनस ऑफ के शुरुआती ई रेज टू पावर आई के शुरुआती एक्स एक्ट ऑपरेटिंग ऑन ए पार्टिकल ऑफ के शुरुआती यानी कि सारिया चीज़ां बराबर होनी चाहिए। इसका मोमेंटम है जो वो उस नाल संबंधित होना चाहिए उस पोजीशन के नाल। तो जदों ये इक्को गल है तो फिर इस दे विच सम ओवर के लिखण की जरूरत नहीं है सानू। इस तरह ये साई फील्ड ऑपरेटर के शुरुआती मोमेंटम स्लॉट खाने अंदर मौजूद इस मोमेंटम के नाल संबंधित कण नूं हटा दिंदा है क्योंकि एक ही कण मौजूद होंदा है, इसलिए क्रिएशन ऑपरेटर जिहड़ा ये माइनस ऑफ के शुरुआती वाला क्रिएशन ऑपरेटर है ये अवस्था वैक्टर नूं तब्दील करन वेले अंडर रूट ऑफ n इज इक्वल टू अंडर रूट ऑफ 1 ਦੇ ਗੁਣਾਂਕ ਦੇ ਨਾਲ ਕਿਉਂਕਿ n ਇੱਥੇ ਇੱਕ ਹੈ ਇੱਥੇ ਇੱਕ ਕਣ ਦੀ ਉਹ ਗੱਲ ਹੋ ਰਹੀ ਹੈ ਇਸ ਦੇ ਲਈ 1 ਦੇ ਵਰਗਮੂਲ ਦੇ ਨਾਲ ਹੀ ਗੁਣਾ ਕਰੇਗਾ ਯਾਨੀ ਕਿ 1 ਦੇ ਨਾਲ ਹੀ ਗੁਣਾ ਕਰੇਗਾ ਯਾਨੀ ਕਿ ਇਸ ਨੂੰ ਅਗਰ ਨਾ ਵੀ ਲਿਖੀਏ ਤਾਂ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਇਹ ਵੀ ਜ਼ਰੂਰੀ ਹੈ ਕਿ ਉਸਦੇ ਉਹ ਅਵਸਥਾ ਦਾ ਜਿਹੜਾ ਨੰਬਰ ਹੈ ਉਸ ਦੇ ਨਾਲ ਉਸਨੂੰ ਗੁਣਾ ਵੀ ਕਰਦਾ ਹੈ ਉਹ ਇਹ ਆਪਾਂ ਪਹਿਲਾਂ ਪੜ੍ਹ ਚੁੱਕੇ ਹਾਂ। ਕ੍ਰੀਏਸ਼ਨ ਆਪਰੇਟਰ ਜਿਹੜਾ ਏ ਵਾਲਾ ਇਹ ਗੁਣਾ ਕਰਦਾ ਹੁੰਦਾ ਵੱਡੀ ਤੋਂ ਵੱਡੀ ਜੋ ਅਵਸਥਾ ਹੁੰਦੀ ਹੈ ਤਾਂ ਇੱਥੇ ਇਸ ਤਰ੍ਹਾਂ ਇਹ ਜਿਹੜਾ ਸਾਈ ਫੀਲਡ ਆਪਰੇਟਰ ਹੈ ਇਹ ਯੈਲੋ ਕਲਰ ਵਾਲਾ ਇਹ ਸਾਰਾ ਫੀਲਡ ਆਪਰੇਟਰ ਹੈ ਇਹ ਜੋ ਸ਼ੁਰੂਆਤ ਵਿੱਚ ਕਣ ਮਿਲਦਾ ਸਾਨੂੰ ਕਣ ਆਉਂਦਾ ਜੋ ਦਾਖਲ ਹੁੰਦਾ ਜਿਸ ਨੂੰ ਹਿੱਟ ਕਰਨਾ ਹੁੰਦਾ ਉਸ ਦੇ ਸਲੋਟ ਦੇ ਉੱਤੇ ਜਾ ਕੇ ਉਸ ਦੇ ਉੱਤੇ ਖਾਨੇ ਉੱਤੇ ਉਸ ਦੀ ਪੋਜੀਸ਼ਨ ਦੇ ਉੱਤੇ ਜਾ ਕੇ
ਉਸਦੇ ਅੰਦਰੋਂ ਮੌਜੂਦ ਇਸ ਸੰਬੰਧਿਤ ਕਣ ਨੂੰ ਹਟਾ ਦਿੰਦਾ ਹੈ। ਕਿਉਂਕਿ ਇਹ ਇੱਕ ਹੀ ਕਣ ਮੌਜੂਦ ਹੁੰਦਾ, ਇਸ ਦੇ ਲਈ ਇਸ ਨੂੰ ਜੋ ਗੁਣਾ ਕਰਦਾ ਹੈ ਉਹ ਅਵਸਥਾ ਵੈਕਟਰ ਨੂੰ, ਇਸਦੇ ਨੂੰ, ਉਹ ਅੰਡਰ ਰੂਟ ਆਫ ਐਨ, ਜੋ ਐਨ ਇੱਥੇ ਇੱਕ ਹੁੰਦਾ, ਐਨ ਨੰਬਰ ਆਫ ਪਾਰਟੀਕਲਸ ਹੈ, ਅਤੇ ਕਿੰਨੇ ਕਣ ਨੇ, ਉਹ ਇੱਕ ਕਣ ਹੈ, ਅਤੇ ਉਸਦੇ ਨਾਲ ਉਸ ਨੂੰ ਮਲਟੀਪਲਾਈ ਕਰਦਾ ਉਸਦੇ ਅੰਡਰ ਰੂਟ ਨਾਲ, ਅਤੇ ਇੱਕ ਦਾ ਵਰਗਮੂਲ ਹੈ ਜੋ ਇੱਕ ਹੀ ਹੁੰਦਾ। ਇਸ ਦੇ ਨਾਲ ਇਸ ਸਮੀਕਰਨ ਨੂੰ ਗੁਣਾ ਵੀ ਕਰਦਾ ਹੈ, ਜੋ ਇੱਥੇ ਲਿਖਣ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਇੱਕ ਦੇ ਨਾਲ ਉਹ ਸੇਮ ਸਾਰੀ ਸੰਖਿਆ ਵਾਪਸ ਮਿਲ ਜਾਂਦੀ ਸਾਨੂੰ। ਇਸ ਤਰ੍ਹਾਂ ਇਹ ਹਿੱਸਾ ਇਸ ਵਿਧੀ ਨੂੰ ਬਣਾਉਂਦਾ ਹੋਇਆ ਸੁੰਗੜ ਕੇ ਇਵੇਂ ਬਣਦਾ ਜਾਂਦਾ ਹੈ, ਅਤੇ ਜੋੜ ਵਾਲੇ ਚਿੰਨ੍ਹ ਦੀ ਵੀ ਜ਼ਰੂਰਤ ਨਹੀਂ ਰਹਿੰਦੀ। ਤਾਂ ਇਸ ਦੇ ਵਿੱਚ ਅਸੀਂ ਸਿਗਮਾ ਕੇ ਉਡਾ ਸਕਦੇ ਹਾਂ, ਲਿਖਣ ਦੀ ਜ਼ਰੂਰਤ ਨਹੀਂ ਹੈ। ਅਤੇ ਇਹ ਜਿਹੜਾ ਇੱਥੇ ਵਾਲਾ ਹਿੱਸਾ ਹੈ, ਸੱਜੇ ਪਾਸੇ ਵਾਲਾ, ਇਹ ਇਸ ਤਰੀਕੇ ਨਾਲ ਜਿਹੜਾ ਐਨੀਲੇਸ਼ਨ ਆਪਰੇਟਰ ਹੈ, ਇਹ ਕੇ ਸ਼ੁਰੂਆਤੀ ਦੇ ਉੱਤੇ ਐਕਟ ਕਰੇਗਾ, ਅਤੇ ਇੱਥੇ ਸਮ ਓਵਰ ਕੇ ਲਿਖਣ ਦੀ ਹੁਣ ਸਾਨੂੰ ਜ਼ਰੂਰਤ ਨਹੀਂ ਪਏਗੀ। ਇੱਥੇ ਆਪਰੇਟਰ ਆਪਣਾ ਕੰਮ ਕਰ ਦਿੰਦਾ ਹੈ, ਅਤੇ ਜੋ ਇੱਕ ਕਣ ਆ ਉਹਦੀ ਜਗ੍ਹਾ 0 ਬਣਾ ਦਿੰਦਾ ਹੈ, ਕੇ ਸ਼ੁਰੂਆਤੀ ਉਸਦਾ ਮੋਮੈਂਟਮ ਖਤਮ ਕਰ ਦਿੰਦਾ ਹੈ। ਅਤੇ ਇਹ ਇੱਥੇ ਹੁਣ ਕਿਉਂਕਿ ਮਲਟੀਪਲਾਈ ਹੋ ਚੁੱਕਿਆ ਇੱਧਰ, ਅਤੇ ਇਸ ਲਈ ਇੱਥੇ ਹੁਣ ਇਹ ਖਤਮ ਹੋ ਗਿਆ ਐਨੀਲੇਸ਼ਨ ਆਪਰੇਟਰ, ਅਤੇ ਸਾਡਾ ਇਹ ਗੁਣਾਂਕ ਰਹਿ ਗਿਆ ਮਲਟੀਪਲ e⁻−ik(x) ਆਪਰੇਟਿੰਗ ਔਨ ਖਾਲੀ ਸਪੇਸ ਆ ਗਈ ਹੈ। ਪਹਿਲਾਂ ਇੱਕ ਕਣ ਹੁੰਦਾ ਸੀ, ਉੱਥੇ ਖਾਲੀ ਸਪੇਸ ਪੈਦਾ ਹੋ ਗਈ ਹੈ ਐਨੀਲੇਸ਼ਨ ਆਪਰੇਟਰ ਦੇ ਨਾਲ, ਅਤੇ ਇਸ ਨੂੰ 0 ਕੱਟ ਲਿਖ ਸਕਦੇ ਹਾਂ ਆਪਾਂ, 0 ਕੱਟ ਮਲਟੀਪਲਾਈਡ ਵਿਦ e⁻ik(x). ਤਾਂ ਇਸ ਤਰ੍ਹਾਂ ਹੁਣ ਸਾਡੇ ਕੋਲ e⁻ik(x) ਦੇ ਗੁਣਾਂਕ ਦੇ ਤੌਰ 'ਤੇ ਖਾਲੀ ਸਪੇਸ ਬਚ ਜਾਂਦੀ ਹੈ। ਇਸ ਤਰ੍ਹਾਂ ਨਾਲ ਸਾਡੇ ਕੋਲ ਇਹੀ ਬਚਦਾ, ਜੋ ਇਹ ਇੱਥੋਂ ਬਾਅਦ ਦੀ ਗੱਲ ਹੈ, ਪੀਲੇ ਰੰਗ ਤੋਂ ਬਾਅਦ ਜੋ ਲਿਖਿਆ ਗਿਆ। ਇਹ ਅੱਗੇ ਵਾਲੇ 2 ਆਪਰੇਟਰ ਜੇ ਪਏ ਨੇ, ਖੈਰ ਕ੍ਰੀਏਸ਼ਨ ਆਪਰੇਟਰ ਸਾਡੇ ਹਜੇ ਐਕਟ ਕਰਨਾ ਇਹਨਾਂ ਨੇ। ਇਸ ਤੋਂ ਬਾਅਦ ਅਸੀਂ ਇਸ ਦੇ ਉੱਤੇ 2 ਹੋਰ ਆਪਰੇਟਰਾਂ ਸਾਈਡ ਡਾਇਗਰਾਂ ਨਾਲ ਆਪਰੇਟ ਕਰਨਾ ਹੁੰਦਾ। ਇਹ ਜੋ ਅੱਗੇ ਲਿਖੇ ਗਏ ਨੇ, ਇੱਕ ਐਲ ਅਤੇ ਐਮ ਵਾਲੇ, ਐਮ ਇੱਥੇ ਬਾਅਦ ਵਿੱਚ ਐਕਟ ਕਰਦਾ, ਪਹਿਲਾਂ ਐਲ ਐਕਟ ਕਰਦਾ, ਜਿਸ ਨੂੰ ਦੋਵੇਂ ਵੱਖਰੇ ਮੋਮੈਂਟਮ ਵੇਵ ਨੰਬਰ ਐਲ ਅਤੇ ਐਮ ਵਰਤਦੇ ਹੋਏ ਲਿਖਿਆ ਜਾਏਗਾ। ਇੱਥੇ ਮੈਂ ਇਹਨਾਂ ਨੂੰ ਦੋਵਾਂ ਨੂੰ ਅਲੱਗ-ਅਲੱਗ ਰੰਗ ਦੇਵਾਂਗਾ ਹੁਣ, ਇੱਕ ਨੂੰ ਐਲ ਨੂੰ ਨੀਲਾ ਰੰਗ ਅਤੇ ਐਮ ਨੂੰ ਰੈੱਡ ਕਲਰ। ਇਹਨਾਂ ਦੇ ਫੀਲਡ ਆਪਰੇਟਰ ਆ ਜਿਹੜੇ, ਇਹ ਵੀ ਕਲਰਫੁੱਲ ਕਰ ਦਿੱਤੇ ਨੇ ਮੈਂ। ਸਾਈ ਆਫ ਐਕਸ ਜਿਹੜਾ ਹੈ ਰੈੱਡ ਵਾਲਾ, ਇਹ ਐਮ ਨੂੰ ਕ੍ਰੀਏਟ ਕਰੇਗਾ, ਅਤੇ ਸਾਈ ਡੈਗਰ ਆਫ ਐਕਸ ਹੈ ਜਿਹੜਾ, ਇਹ ਐਲ ਦੇ ਕਲਰ ਵਾਲਾ, ਇਹ ਐਲ ਮੋਮੈਂਟਮ ਵਾਲਾ ਪਾਰਟੀਕਲ ਕ੍ਰੀਏਟ ਕਰੇਗਾ। ਅਤੇ e⁻ik(x) ਜੋ ਅਸੀਂ ਹੁਣੇ ਉੱਪਰੋਂ ਪਹਿਲੀ ਇਕੁਏਸ਼ਨ ਜਦੋਂ ਜਿਸ ਦੇ ਵਿੱਚ ਇਹ ਮਲਟੀਪਲ ਸਾਡੇ ਕੋਲ ਬਚ ਗਿਆ ਸੀ, ਐਪਟੀ ਸਪੇਸ ਬਚ ਗਈ ਸੀ ਨਾਲ, ਅਤੇ ਜਿਸ ਦੇ ਨਾਲ ਇਹ ਵਾਲਾ ਮਲਟੀਪਲ ਬਚਿਆ, ਉਸਦਾ ਗੁਣਾ ਕੀਤਾ ਹੋਇਆ ਜੋ ਵੀ ਸਾਨੂੰ ਇੱਕ ਗੁਣਾਂਕ ਮਿਲਦਾ। ਅਤੇ ਹੁਣ ਪਹਿਲਾ ਆਪਰੇਟਰ ਹੈ ਸਾਈਡ ਡਾਇਗਰ ਆਫ ਐਕਸ, ਇਸ ਦੇ ਵਿੱਚ ਕੀ ਹੈ, ਸਮ ਓਵਰ ਐਮ, ਕ੍ਰੀਏਸ਼ਨ ਆਪਰੇਟਰ ਆਫ ਐਮ ਮੋਮੈਂਟਮ ਹੈ, e⁻IMX, AX ਦੀ ਜਗ੍ਹਾ IMX ਆਏਗਾ। ਅਤੇ ਦੂਜਾ ਆਪਰੇਟਰ ਹੈ ਸੇਮ, ਸਮ ਓਵਰ ਐਲ, ਕ੍ਰੀਏਸ਼ਨ ਆਪਰੇਟਰ ਐਲ, ਅਤੇ e⁻−ILX। ਇੱਥੇ ਧਿਆਨ ਦੇਣਾ, ਜੋ ਐਨੀਲੇਸ਼ਨ ਆਪਰੇਟਰ ਹੈ ਇਹ ਪਲੱਸ IKX ਦੇ ਨਾਲ ਹੈ, ਅਤੇ ਕ੍ਰੀਏਸ਼ਨ ਆਪਰੇਟਰ ਦੇ ਨਾਲ ਜਿਹੜਾ ਵੇਵ ਫੰਕਸ਼ਨ ਹੈ ਇਹ -ILX ਨਾਲ ਹੈ। ਇਹ ਦੋਨੇ ਆਪਸ ਵਿੱਚ ਕੰਜੂਗੇਟ ਹੁੰਦੇ ਨੇ, ਅਤੇ ਇੱਥੇ ਐਲ ਦਾ, ਇਸ ਲਈ ਇੱਥੇ ਐਲ ਲਿਖਿਆ ਗਿਆ, ਇਹ ਕੇ ਦਾ ਸੀ, ਅਤੇ ਉੱਥੇ ਕੇ ਲਿਖਿਆ ਗਿਆ।
ਹੁਣ ਇਹ ਸਭ ਤੋਂ ਪਹਿਲਾਂ ਕੀ ਕਰੇਗਾ, ਖੱਬੇ ਪਾਸੇ ਲਿਖੇ ਦੋਵੇਂ ਫੀਲਡ ਆਪਰੇਟਰ ਜਿਹੜੇ ਰੈੱਡ ਕਲਰ 'ਚ ਲਿਖੇ, ਰੈੱਡ ਤੇ ਨੀਲੇ ਕਲਰ 'ਚ, ਇਹ ਪਿਛਲੇ ਕ੍ਰੀਏਸ਼ਨ ਆਪਰੇਟਰ ਨੇ ਜਿਹੜੇ ਇਹਨਾਂ ਦੇ ਵਿੱਚ A+M ਤੇ A+L, ਇਹ ਹੁਣ ਪੁਲਾੜ ਅਵਸਥਾ ਦੇ ਵਿੱਚ ਕ੍ਰਮਵਾਰ ਮੋਮੈਂਟਮ L ਤੇ M ਨਾਲ ਸੰਬੰਧਿਤ ਖਾਨਿਆਂ ਵਿੱਚ ਕਣ ਰੱਖਣ ਦੇ ਲਈ ਆਉਂਦੇ ਆ, ਕਿਉਂਕਿ ਇੱਥੇ ਪੁਲਾੜ ਅਵਸਥਾ ਹੈ। ਤੇ ਇੱਥੇ ਸਭ ਤੋਂ ਪਹਿਲਾਂ ਜਿਸ ਨਾਲ ਬਣੀ ਨਵੀਂ ਅਵਸਥਾ ਨੂੰ ਅਸੀਂ LM ਲਿਖਾਂਗੇ। ਜੋ ਨਵੀਂ ਅਵਸਥਾ ਬਣੇਗੀ ਉਹ L ਤੇ M ਦੋ ਕਣਾਂ ਵਾਲੀ ਬਣੇਗੀ। ਤੇ ਸਾਰੀ ਪ੍ਰਤੀਕਿਰਿਆ ਨੂੰ ਇਸ ਤਰੀਕੇ ਨਾਲ ਅਸੀਂ ਲਿਖ ਸਕਦੇ ਹਾਂ। ਤਾਂ ਇਸ ਨੂੰ ਇਹ ਲੰਬੀ ਚੌੜੀ ਹੁਣ ਆਪਾਂ ਅੱਗੇ ਇਕੁਏਸ਼ਨ ਪੜ੍ਹਨ ਜਾ ਰਹੇ ਹਾਂ ਕਿ ਸਾਰੀ ਪ੍ਰਤੀਕਿਰਿਆ ਕਿਵੇਂ ਹੋਏਗੀ। ਧਿਆਨ ਦੇਣਾ, ਮੈਂ ਕਾਫੀ ਸਲੋ ਪੜਾਂਗਾ ਇਸ ਨੂੰ। ਤਾਂ ਪਹਿਲਾ ਕ੍ਰੀਏਸ਼ਨ ਆਪਰੇਟਰ ਹੈ ਸਮ ਓਵਰ M A+M ਤੇ e ਰੇਜ਼ ਟੂ ਪਾਵਰ -IMX। ਤੇ ਦੂਜਾ ਆਪਰੇਟਰ ਹੈ ਸਮ ਓਵਰ L ਕ੍ਰੀਏਸ਼ਨ ਆਪਰੇਟਰ A+ ਆਫ L e ਰੇਜ਼ ਟੂ ਪਾਵਰ -ILX। ਇੱਥੇ I ਹੈ ਆਇਓਟਾ, LX L ਇਜ਼ ਮੋਮੈਂਟਮ ਹੈ, X ਉਸਦੀ ਪੋਜੀਸ਼ਨ ਹੈ, ਤੇ e ਰੇਜ਼ ਟੂ ਪਾਵਰ IK ਸ਼ੁਰੂਆਤੀ X ਵਾਲਾ ਜੋ ਗੁਣਾਂਕ ਸਾਡੇ ਕੋਲ ਬਚਿਆ ਸੀਗਾ ਪਹਿਲੇ ਆਪਰੇਟਰ ਤੋਂ, ਜੋ ਐਨੀਲੇਸ਼ਨ ਆਪਰੇਟਰ ਸੀਗਾ ਫੀਲਡ ਆਪਰੇਟਰ, ਤੇ ਉਸਦਾ ਇਹ ਮਲਟੀਪਲ ਸਾਡੇ ਕੋਲ ਬਚ ਗਿਆ ਸੀ ਤੇ ਅੱਗੇ ਖਾਲੀ ਸਪੇਸ ਹੈ। ਤਾਂ ਇਸ ਦੇ ਵਿੱਚ ਦੇਖੋ ਅਸੀਂ ਕੀ ਕਰਦੇ ਹਾਂ। ਸਭ ਤੋਂ ਪਹਿਲਾਂ ਤਾਂ ਜਿਹੜਾ ਇਹ ਵਾਲਾ ਪੀਲੇ ਰੰਗ ਦੇ ਵਿੱਚ ਮਲਟੀਪਲ ਹੈ, ਗੁਣਾਂਕ ਹੈ, ਜੋ ਕੋਐਫੀਸ਼ੀਐਂਟ ਹੈ, ਇਸ ਨੂੰ ਅਸੀਂ ਅੱਗੇ ਲਿਖ ਦਿੰਦੇ ਹਾਂ, ਕਿਉਂਕਿ ਇਹ ਇੱਕ ਨੰਬਰ ਹੈ, ਆਇਓਟਾ ਵੀ ਨੰਬਰ ਹੈ ਤੇ K ਮੋਮੈਂਟਮ ਵੀ ਨੰਬਰ ਹੈ ਤੇ X ਵੀ ਇੱਕ ਨੰਬਰ ਹੈ। ਇਸ ਪੂਰਾ ਫੰਕਸ਼ਨ ਇਹ ਇੱਕ ਨੰਬਰ ਹੈ ਤੇ ਇਸ ਨੂੰ ਇੱਧਰਲੇ ਪਾਸੇ ਲਿਖਣ ਨਾਲ ਕੋਈ ਫਰਕ ਨਹੀਂ ਪੈਂਦਾ। ਇਸ ਤੋਂ ਬਾਅਦ ਆ ਦੋਨੋਂ ਇੱਥੇ ਲਿਖ ਦਿੱਤੇ ਗਏ ਨੇ ਤੇ ਇੱਥੇ ਇਸ ਤੋਂ ਬਾਅਦ ਤੀਜਾ ਸਟੈਪ ਹੈ। ਤੀਜੇ ਸਟੈਪ ਦੇ ਵਿੱਚ ਅਸੀਂ ਇਹਦੇ ਵਾਲਾ ਜਿਹੜਾ e ਰੇਜ਼ ਟੂ ਪਾਵਰ -ILX ਹੈ, ਇਹ ਵੀ ਬਾਹਰ ਕੱਢ ਲੈਂਦੇ ਹਾਂ, ਇੱਧਰ ਖੱਬੇ ਪਾਸੇ ਲਿਖ ਦਿੰਦੇ ਹਾਂ, ਕਿਉਂਕਿ ਇਹ ਵੀ ਇੱਕ ਨੰਬਰ ਹੈ, ਇੱਥੇ ਇਹ ਵੀ ਨੰਬਰ ਹੈ, ਇਹ ਵੀ ਪਹਿਲਾਂ ਕੱਢ ਸਕਦੇ ਹਾਂ ਇੱਥੇ ਬਾਹਰ, ਹਜੇ ਫਿਲਹਾਲ ਜ਼ਰੂਰਤ ਨਹੀਂ ਹੈ। ਇੱਥੇ ਸਮ ਓਵਰ L ਵਾਲਾ ਹਿੱਸਾ ਸਿਰਫ ਆਪਰੇਟ ਕਰਦਾ ਇੱਥੇ A+ ਆਫ L ਆਪਰੇਟ ਔਨ ਜ਼ੀਰੋ ਕੈਟ, ਆਪਰੇਟ ਔਨ ਐਮਪਟੀ ਸਪੇਸ। ਇਹ ਪੁਲਾੜ ਦੇ ਉੱਤੇ ਕਿਰਿਆ ਕਰਦਾ ਐਮਪਟੀ ਸਪੇਸ ਦੇ ਉੱਤੇ। ਤੇ ਇਸ ਤੋਂ ਬਾਅਦ ਅਗਲਾ ਚੌਥਾ ਸਟੈਪ ਹੈ, ਜਿਸ ਦੇ ਵਿੱਚ ਇਹ ਇੱਥੇ ਇੱਕ ਕਣ ਪੈਦਾ ਕਰਦਾ ਹੈ ਜਿਸ ਦਾ ਮੋਮੈਂਟਮ L ਹੁੰਦਾ, ਪੋਜੀਸ਼ਨ X ਤੇ ਹੁੰਦਾ, X ਪੋਜੀਸ਼ਨ ਦੇ ਉੱਤੇ ਇੱਕ ਕਣ ਪੈਦਾ ਕਰਦਾ ਹੈ। ਇਹ ਕਣ ਪੈਦਾ ਕਰਕੇ ਇਹ ਵਾਲਾ ਜਿਹੜਾ ਆਪਰੇਟਰ ਹੈ ਚਲੇ ਜਾਂਦਾ ਇੱਥੋਂ। ਦੇਖੋ ਇੱਥੇ ਹੁਣ ਲਿਖਣ ਦੀ ਇਸ ਨੂੰ ਜ਼ਰੂਰਤ ਨਹੀਂ, ਕਿਉਂਕਿ ਇਸ ਦਾ ਕੰਮ ਹੋ ਗਿਆ ਤੇ ਇਹ ਬਾਕੀ ਚੀਜ਼ਾਂ ਸਾਰੀਆਂ ਰਹਿ ਗਈਆਂ। ਇਸ ਤੋਂ ਬਾਅਦ A+ ਵਾਲੇ ਦੀ ਵਾਰੀ ਹੈ, A+M ਵਾਲੇ ਦੀ ਵਾਰੀ ਹੈ, ਤੇ A+M ਵਾਲੇ ਦਾ ਵੀ ਅਸੀਂ ਜਿਹੜਾ ਇਹ ਵਾਲਾ ਕੋਐਫੀਸ਼ੀਐਂਟ IMX e ਰੇਜ਼ ਟੂ ਪਾਵਰ -IMX ਇਹ ਪਿੱਛੇ ਲਿਖ ਦਿੰਦੇ ਹਾਂ, ਤੇ ਸਮ ਓਵਰ M A+ ਆਫ M ਇੱਥੇ ਆ ਗਿਆ। ਤੇ ਇਹ ਹੁਣ ਐਕਟ ਕਰੇਗਾ ਇਸ ਪੋਜੀਸ਼ਨ ਦੇ ਉੱਤੇ ਜਿੱਥੇ ਆਲਰੇਡੀ ਇੱਕ ਕਣ L ਮੋਮੈਂਟਮ ਵਾਲਾ ਮੌਜੂਦ ਹੈ, ਉਸੇ ਸੇਮ X ਵਾਲੀ ਪੋਜੀਸ਼ਨ ਦੇ ਉੱਤੇ। ਇਹ ਅਗਲਾ ਸਟੈਪ ਹੈ, ਜਿਸ ਦੇ ਵਿੱਚ ਇਹ ਵਾਲਾ ਕ੍ਰੀਏਸ਼ਨ ਆਪਰੇਟਰ ਹੈ ਜੋ M ਮੋਮੈਂਟਮ ਵਾਲਾ, ਇਹ ਵੀ ਆਪਣਾ ਕੰਮ ਕਰਦਾ ਤੇ ਉੱਥੇ ਇੱਕ ਕਣ ਉਸ M ਮੋਮੈਂਟਮ ਵਾਲਾ ਪੈਦਾ ਕਰਦਾ ਹੈ। ਇਹ M ਦੇ ਸਲੋਟ ਵਿੱਚ ਕਰਦਾ ਤੇ ਇਹ L ਦੇ ਸਲੋਟ ਵਿੱਚ ਕਰਦਾ। ਇੱਥੇ ਦੋ ਕਣ ਪੈਦਾ ਹੋ ਗਏ ਨੇ ਤੇ ਸਾਡੇ ਕੋਲ ਤਿੰਨ ਕੋਐਫੀਸ਼ੀਐਂਟ ਬਚ ਗਏ ਨੇ, IKX ILX ਤੇ IMX। ਇੱਕ ਕਣ L ਮੋਮੈਂਟਮ ਵਾਲਾ, ਇੱਕ M ਮੋਮੈਂਟਮ ਵਾਲਾ। ਇਸ ਨੂੰ ਇਸ ਤਰੀਕੇ ਨਾਲ ਲਿਖ ਸਕਦੇ ਹਾਂ ਕਿ ਦੋ ਮੋਮੈਂਟਮ ਵਾਲੀ ਇੱਕ ਅਵਸਥਾ ਇੱਥੇ
ਪੈਦਾ ਹੋ ਜਾਂਦੀ ਹੈ ਅਤੇ ਉਹ ਜਿਹੜੇ ਕ੍ਰੀਏਸ਼ਨ ਆਪਰੇਟਰ ਨੇ ਉਹ ਚਲੇ ਜਾਂਦੇ ਨੇ। ਐਨੀਲੇਸ਼ਨ ਆਪਰੇਟਰ ਤਾਂ ਪਹਿਲਾਂ ਹੀ ਚਲੇ ਜਾਂਦਾ, ਸਿਰਫ ਉਹਨਾਂ ਦੇ ਮਲਟੀਪਲ ਵੱਜ ਜਾਂਦੇ ਨੇ ਇੱਥੇ। ਇਸ ਤਰੀਕੇ ਨੂੰ ਇਸ ਨੂੰ ਸਾਰਾ ਸ਼ਾਰਟ ਫਾਰਮ ਦੇ ਵਿੱਚ ਇਸ ਤਰੀਕੇ ਨਾਲ ਲਿਖ ਸਕਦੇ ਹਾਂ। ਐਲ ਅਤੇ ਐਮ ਨਾਮ ਦੀ ਅਵਸਥਾ ਪੈਦਾ ਹੁੰਦੀ ਹੈ। ਐਲ ਅਤੇ ਐਮ ਨਾਪ ਦੇ ਮੋਮੈਂਟਮ ਦੀ ਅਵਸਥਾ ਪੈਦਾ ਹੁੰਦੀ ਹੈ ਅਤੇ ਆਈ ਕੇ ਐਕਸ ਮਾਈਨਸ ਆਈ ਕੇ ਐਕਸ ਪੋਜ਼ੀਟਿਵ ਹੈ ਕਿਉਂਕਿ ਐਨੀਲੇਸ਼ਨ ਆਪਰੇਟਰ ਤੋਂ ਆਇਆ, ਅਤੇ ਇੱਥੇ ਮਾਈਨਸ ਆਈ ਐਲ ਐਕਸ ਅਤੇ ਮਾਈਨਸ ਐਮ ਐਕਸ ਕ੍ਰੀਏਸ਼ਨ ਆਪਰੇਟਰ ਤੋਂ ਆਏ ਜੋ ਮਾਈਨਸ ਦੇ ਨਾਲ ਉਹਨਾਂ ਦਾ ਵੇਵ ਫੰਕਸ਼ਨ। ਅਤੇ ਤਿੰਨ ਸਾਡੇ ਕੋਲ ਓਟੇ ਆ ਗਏ ਨੇ ਇੱਥੇ, ਤਿੰਨ ਮੋਮੈਂਟਮ ਆ ਗਏ ਨੇ ਅਤੇ ਤਿੰਨ ਪੋਜੀਸ਼ਨਾਂ ਆ ਗਈਆਂ ਨੇ ਐਕਸ ਦੀਆਂ। ਅਤੇ ਇਹ ਸਾਰਾ ਕੁਛ ਇੱਕੋ ਪੋਜੀਸ਼ਨ 'ਤੇ ਹੁੰਦਾ ਐਲ 'ਤੇ, ਜਿੱਥੇ ਅਲੱਗ-ਅਲੱਗ ਟਾਈਪ ਦੇ ਮੋਮੈਂਟਮ ਦੇ ਦੋ ਕਣ ਪ੍ਰੋਡਿਊਸ ਹੁੰਦੇ ਆ। ਅਤੇ ਸਮ ਓਵਰ ਐਲ ਅਤੇ ਐਮ ਯਾਨੀ ਕਿ ਇੱਕ ਐਕਸ ਪੋਜੀਸ਼ਨ ਦੇ ਉੱਤੇ ਦੋ ਟਾਈਪ ਦੇ ਮੋਮੈਂਟਮਾਂ ਦਾ ਜੋੜ ਹੁੰਦਾ ਇੱਥੇ, ਯਾਨੀ ਕਿ ਦੋ ਟਾਈਪ ਦੇ ਮੋਮੈਂਟਮ ਨੇ ਜਿਹੜੇ ਉਹ ਇੱਕ ਪੋਜੀਸ਼ਨ ਕ੍ਰੀਏਟ ਕਰਦੇ ਹਾਂ। ਅਤੇ ਇਸ ਨੂੰ ਆਪਾਂ ਸੋਲਵ ਕਰਕੇ ਲਿਖ ਸਕਦੇ ਹਾਂ। ਈ ਰੇਜ਼ ਟੂ ਪਾਵਰ ਮਾਈਨਸ ਐਕਸ ਕਾਮਨ ਕੱਢ ਲੈਂਦੇ ਹਾਂ। ਕੇ ਮਾਈਨਸ ਐਮ ਅਤੇ ਐਲ ਅਤੇ ਐਮ ਪਹਿਲਾਂ ਲਿਖ ਦਿੱਤਾ ਗਿਆ, ਐਲ ਬਾਅਦ ਵਿੱਚੋਂ ਹੈ। ਕੇ ਮਾਈਨਸ ਐਮ ਮਾਈਨਸ ਐਲ, ਐਲ ਮਾਈਨਸ ਐਮ ਵੀ ਲਿਖ ਸਕਦੇ ਹਾਂ, ਕੋਈ ਫਰਕ ਨਹੀਂ। ਅਤੇ ਐਲ ਅਤੇ ਐਮ ਅਵਸਥਾ ਦੇ ਮੋਮੈਂਟਮ ਦੀ ਅਵਸਥਾ ਇੱਥੇ ਲਿਖੀ ਗਈ ਹੈ ਜੋ ਆਖਿਰ ਵਿੱਚ ਬਣ ਜਾਂਦੀ ਹੈ, ਅੰਤਿਮ ਅਵਸਥਾ ਕਿਹਾ ਜਾ ਸਕਦਾ ਇਸ ਨੂੰ। ਅਤੇ ਸਮ ਓਵਰ ਐਲ ਐਮ, ਸਮ ਓਵਰ ਐਲ ਐਮ ਦਾ ਮਤਲਬ ਹੈ ਕਿ ਸਾਰੇ ਹੀ ਇਸ ਤਰ੍ਹਾਂ ਦੇ ਜੋੜ ਜੋ ਜੋੜਾਂ ਦੀ ਸੁਪਰ ਪੋਜੀਸ਼ਨ ਹੈ ਉਹ ਐਕਸ ਦੇ ਉੱਤੇ, ਇਸ ਐਕਸ ਦੇ ਉੱਤੇ ਇਸ ਮੋਮੈਂਟਮਾਂ ਦੀ ਜੋੜ ਆ ਜਿਹੜਾ ਉਹ ਦੋ ਤਰ੍ਹਾਂ ਦੇ ਮੋਮੈਂਟਮ ਉੱਤੇ ਇੱਕੋ ਪੋਜੀਸ਼ਨ ਦੇ ਉੱਤੇ ਕ੍ਰੀਏਟ ਹੋ ਜਾਂਦੇ ਆ। ਦੋ ਤਰ੍ਹਾਂ ਦੇ ਕਣ ਪੈਦਾ ਹੁੰਦੇ ਆ ਇੱਕ ਪੋਜੀਸ਼ਨ ਦੇ ਉੱਤੇ। ਹੁਣ ਨਿਯਮ ਇਹ ਹਨ ਕਿ ਸਾਰੇ ਕ੍ਰੀਏਸ਼ਨ ਆਪਰੇਟਰ ਆਪਸ ਵਿੱਚ ਕਮਿਊਟੇਸ਼ਨ ਸੰਬੰਧ ਰੱਖਦੇ ਨੇ। ਕਮਿਊਟੇਸ਼ਨ ਦਾ ਮਤਲਬ ਆਪਾਂ ਵਾਰ-ਵਾਰ ਪੜ੍ਹ ਚੁੱਕੇ ਹਾਂ ਪਹਿਲਾਂ। ਅਤੇ ਸਾਰੇ ਐਨੀਲੇਸ਼ਨ ਆਪਰੇਟਰ ਵੀ ਆਪਸ ਵਿੱਚ ਕਮਿਊਟੇਸ਼ਨ ਸੰਬੰਧ ਰੱਖਦੇ ਹਨ। ਅਤੇ ਕ੍ਰੀਏਸ਼ਨ ਅਤੇ ਐਨੀਲੇਸ਼ਨ ਆਪਰੇਟਰ ਆਪਸ ਵਿੱਚ ਕਮਿਊਟੇਸ਼ਨ ਸੰਬੰਧ ਤਾਂ ਰੱਖਦੇ ਹਨ ਜੇਕਰ ਇਹ ਵੱਖਰੇ ਮੋਮੈਂਟਾਂ ਨੂੰ ਦਰਸਾਉਂਦੇ ਹਨ। ਤਾਂ ਕਮਿਊਟੇਸ਼ਨ ਸੰਬੰਧ ਇਹਨਾਂ ਦਾ ਤਾਂ ਹੈ ਅਗਰ ਇਹ ਵੱਖਰੇ ਵੱਖਰੇ ਮੋਮੈਂਟਮ ਨਾਲ ਸੰਬੰਧਿਤ ਨੇ। ਕ੍ਰੀਏਸ਼ਨ ਦੇ ਐਨੀਲੇਸ਼ਨ ਆਪਰੇਟਰ ਅਗਰ ਇੱਕੋ ਅਰਥਾਤ ਇੱਕੋ ਮੋਮੈਂਟਮ ਨੂੰ ਰੱਖਣ ਵਾਲੇ ਕ੍ਰੀਏਸ਼ਨ ਅਤੇ ਐਨੀਲੇਸ਼ਨ ਆਪਰੇਟਰ ਆਪਸ ਵਿੱਚ ਕਮਿਊਟੇਸ਼ਨ ਸੰਬੰਧ ਨਹੀਂ ਰੱਖਦੇ। ਸਿੱਧੀ ਜੀ ਗੱਲ ਹੈ ਕਿ ਉਹ ਦੋਵਾਂ ਨੂੰ ਵਟਾ ਕੇ ਲਿਖਣ ਦੇ ਨਾਲ ਫਿਰ ਡਿਫਰੈਂਸ ਕਰਨ ਦੇ ਨਾਲ ਕੁਛ ਨਹੀਂ ਮਿਲੇਗਾ। ਅਗਰ ਦੋਵੇਂ ਚੀਜ਼ਾਂ ਸੇਮ ਨੇ ਤੇ ਅਗਰ ਅਲੱਗ-ਅਲੱਗ ਨੇ ਤਾਂ ਉਹਨਾਂ ਦਾ ਡਿਫਰੈਂਸ ਆਏਗਾ ਕੁਛ ਨਾ ਕੁਛ। ਇਸ ਨੂੰ ਆਪਾਂ ਕਾਫੀ ਵਾਰ ਪੜ੍ਹ ਚੁੱਕੇ ਹਾਂ ਪਹਿਲਾਂ। ਤਾਂ ਉਪਰੋਕਤ ਸਮੀਕਰਨ ਤਾਂ ਹੀ ਸਹੀ ਰਹਿੰਦੀ ਹੈ ਜੇਕਰ ਐਲ ਅਤੇ ਐਮ ਵੱਖਰੇ ਵੱਖਰੇ ਹੋਣ। ਇੱਥੇ ਐਲ ਅਤੇ ਐਮ ਡਿਫਰੈਂਟ ਹੋਣੇ ਚਾਹੀਦੇ ਆ। ਤਾਂ ਵੱਖਰੇ ਮੋਮੈਂਟਮ ਐਲ ਅਤੇ ਐਮ ਵਾਲੇ ਕਣਾਂ ਦੇ ਪੈਦਾ ਹੋਣ ਦੀਆਂ ਪ੍ਰੋਬੇਬਿਲਟੀਆਂ ਕੀ ਹੁੰਦੀਆਂ ਹਨ। ਧਿਆਨ ਰਹੇ ਕਿ ਇੱਥੇ ਮੋਮੈਂਟਮ ਦੀ ਸੁਰੱਖਿਅਤਾ ਨਹੀਂ ਹੁੰਦੀ ਕਿਉਂਕਿ ਕਣਾਂ ਨੂੰ ਖਾਣ ਵਾਲਾ ਐਟਮ ਅੰਦਰ ਵੱਲ ਇਕੱਠਾ ਹੋ ਸਕਦਾ ਹੈ, ਯਾਨੀ ਕਿ ਭਾਰੀ ਐਟਮ ਕਿਸੇ ਵੀ ਮੋਮੈਂਟਮ ਦੀ ਮਾਤਰਾ ਨੂੰ ਅਬਜ਼ੋਰਬ ਕਰ ਸਕਦਾ ਹੈ। ਹੈਵੀ ਐਟਮ ਹੈ ਜੋ ਮੋਮੈਂਟਮ ਦੀ ਜਿੰਨੀ ਵੀ ਕੁਆਂਟਿਟੀ ਹੈ ਉਸ ਨੂੰ ਖਾ ਸਕਦਾ, ਨਸ਼ਟ ਕਰ ਸਕਦਾ। ਤਾਂ ਉਪਰੋਕਤ ਐਕਸਪੋਨੈਂਸ਼ੀਅਲ ਫੰਕਸ਼ਨ ਫੇਜ਼ ਨੂੰ ਦਰਸਾਉਂਦਾ ਹੈ ਜਿਸ ਦਾ ਮੁੱਲ 1 ਹੋਣਾ ਚਾਹੀਦਾ ਹੈ। ਇੱਕ ਦਾ ਮਤਲਬ ਹੈ ਕਿ ਇੱਕ ਕਣ ਜ਼ਰੂਰ ਪੈਦਾ ਹੋਣਾ ਚਾਹੀਦਾ ਜੋ ਕਿਉਂਕਿ ਨਹੀਂ ਤਾਂ ਜਿਹੜਾ ਭਾਰੀ ਐਟਮ ਹੈ ਉਹ ਮੋਮੈਂਟਮ ਨੂੰ ਖਤਮ ਕਰ ਸਕਦਾ ਹੈ। ਕਣਾਂ ਨੂੰ ਖਾਣ ਵਾਲਾ ਐਟਮ ਅੰਦਰ ਵੱਲ ਇਕੱਠਾ ਹੋ ਸਕਦਾ ਹੈ ਅਤੇ ਜਿਸ ਦਾ ਅਰਥ ਹੈ ਕਿ ਐਲ ਅਤੇ ਐਮ ਮੋਮੈਂਟਮ ਦੇ ਲਈ ਇੱਕ ਸਮਾਨ ਪ੍ਰੋਬੇਬਿਲਟੀਆਂ ਬਣਦੀਆਂ ਹਨ। ਯਾਨੀ ਕਿ ਜਿਹੜਾ ਫੇਜ਼ ਹੈ ਈ ਰੇਜ਼ ਟੂ ਪਾਵਰ ਆਈ ਕੇ ਐਕਸ ਵਾਲਾ, ਅਤੇ ਉਹ
ਜਦੋਂ ਪ੍ਰੋਬੇਬਿਲਿਟੀ ਕਰਦੇ ਹਾਂ ਸਕੇਅਰ ਕਰਕੇ ਉਹ 1 ਬਣਨਾ ਚਾਹੀਦਾ। तो 1 ਬਣਨ ਦੇ ਲਈ ਇਹ ਉੱਪਰ ਜੋ ਸਾਰੀ ਇਕੁਏਸ਼ਨ ਹੈ ਇਸਦਾ ਫੇਜ਼ ਆ ਜਿਹੜਾ ਇਹ 1 ਹੋਣਾ ਚਾਹੀਦਾ ਜਦੋਂ ਪ੍ਰੋਬੇਬਿਲਿਟੀ ਕੀਤੀ ਜਾਂਦੀ ਹੈ, ਇਹਦੇ ਲਈ ਸਕੇਅਰ ਕੀਤਾ ਜਾਂਦਾ ਜਦੋਂ ਇਸਦਾ। ਕੀ ਹੋਵੇ ਕਿ ਜੇਕਰ ਐਲ ਤੇ ਐਮ ਮੋਮੈਂਟਮ ਇੱਕੋ ਹੋਣ, ਆਓ ਇਸ ਤੇ ਵਿਚਾਰ ਕਰਦੇ ਹਾਂ ਕਿ ਐਲ ਤੇ ਐਮ ਅਗਰ ਇੱਕੋ ਹੋਣ ਦੋਨੋਂ ਤਾਂ ਕੀ ਹੁੰਦਾ। ਇਸ ਪ੍ਰਤੀਕਿਰਿਆ ਨੂੰ ਦਰਸਾਉਣ ਵਾਲੀ ਸਮੀਕਰਨ ਐਲ ਦੀ ਜਗ੍ਹਾ ਐਮ ਭਰ ਕੇ ਇਸ ਤਰੀਕੇ ਨਾਲ ਬਣੇਗੀ। ਤਾਂ ਇੱਥੇ ਅਸੀਂ ਦੋਵਾਂ ਦੇ ਵਿੱਚ ਐਮ ਭਰ ਲਿਆ ਵਾਰ-ਵਾਰ, ਜਿਵੇਂ ਇਹ ਜਿਹੜੇ ਬਲੂ ਤੇ ਰੈੱਡ ਕਲਰ ਵਾਲੀ ਇਕੁਏਸ਼ਨ ਸੀਗੀ ਇੱਥੇ ਦੋਨੋਂ ਜਗ੍ਹਾ ਐਮ ਲਿਖਤਾ ਐਲ ਦੀ ਜਗ੍ਹਾ। ਤੇ ਇਹ ਆਈ ਕੇ ਐਕਸ ਵਾਲਾ ਜੋ ਪਹਿਲਾ ਮਲਟੀਪਲ ਸਾਨੂੰ ਬਚਿਆ ਸੀਗਾ ਐਨੀਲੇਸ਼ਨ ਕਰਨ ਆਪਰੇਟਰ ਤੋਂ, ਤੇ ਆਪਰੇਟਿੰਗ ਔਨ ਐਮਪਟੀ ਸਪੇਸ, ਇੱਥੇ ਇਸ ਦੇ ਵਿੱਚ ਦੇਖਾਂਗੇ ਕੀ ਬਣੇਗਾ। ਸਭ ਤੋਂ ਪਹਿਲਾਂ ਅਸੀਂ ਇੱਥੇ ਐਮ ਕ੍ਰੀਏਸ਼ਨ, ਐਮ ਦਾ ਜੋ ਐਮ ਮੋਮੈਂਟਮ ਦਾ ਕ੍ਰੀਏਸ਼ਨ ਆਪਰੇਟਰ ਹੈ ਇਹ ਐਕਟ ਕਰੇਗਾ। ਇਹਦੇ ਦੋ ਮਲਟੀਪਲ ਪੈਦਾ ਮਿਲ ਜਾਂਦੇ ਨੇ ਸਾਨੂੰ, ਆਈ ਐਮ ਐਕਸ ਮਾਈਨਸ ਵਾਲੇ, ਤੇ ਇੱਕ ਜੋ ਕਣ ਹੈ ਉਹ ਐਮ ਮੋਮੈਂਟਮ ਵਾਲਾ ਇੱਥੇ ਮਿਲ ਜਾਂਦਾ। ਤੇ ਜਦੋਂ ਹੁਣ ਦੂਜਾ ਇੱਕ ਕ੍ਰੀਏਸ਼ਨ ਆਪਰੇਟਰ ਹੋਰ ਬਚਿਆ ਵਾ ਇੱਥੇ, ਇੱਕ ਤਾਂ ਕੰਮ ਕਰ ਗਿਆ ਆਪਣਾ, ਦੂਜਾ ਜੇ ਫੇਰ ਇਸ ਦੇ ਪਿੱਛੇ ਤਾਂ ਇੱਥੇ ਜਿਹੜਾ ਇੱਥੇ ਇਸਦਾ ਮਲਟੀਪਲ ਹੈ ਉਹ 2IMX ਬਣ ਜਾਂਦਾ, ਦੋਨੋਂ ਜੁੜ ਜਾਂਦੇ ਨੇ। ਇਹ ਦੋਨਾਂ ਦੀ ਜਗ੍ਹਾ 1 ਲਿਖਿਆ ਗਿਆ ਤੇ ਇੱਥੇ ਹੁਣ ਇੱਕ ਕਣ ਪਹਿਲੇ ਕ੍ਰੀਏਸ਼ਨ ਆਪਰੇਟਰ A ਪਲੱਸ M ਨੇ ਪੈਦਾ ਕਰਤਾ ਤੇ ਦੂਜਾ ਅਜੇ ਪਿਆ ਆਪਰੇਟਰ, ਇਹ ਦੇਖੋ ਕੀ ਕਰੇਗਾ। ਜਿਵੇਂ ਕਿ ਅਸੀਂ ਦੇਖ ਸਕਦੇ ਹਾਂ ਕਿ ਜਦੋਂ ਦੂਜਾ ਕ੍ਰੀਏਸ਼ਨ ਆਪਰੇਟਰ ਐਮ ਮੋਮੈਂਟਮ ਵਾਲੇ ਖਾਨੇ ਤੇ ਆਪਰੇਟ ਕਰਨ ਲੱਗਦਾ ਤਾਂ ਉੱਥੇ ਪਹਿਲਾਂ ਇੱਕ ਕਣ ਮੌਜੂਦ ਹੁੰਦਾ, ਇੱਥੇ ਪਹਿਲਾਂ ਇੱਕ ਕਣ ਹੈਗਾ ਤੇ ਜੋ ਇਸ ਤੋਂ ਪਹਿਲਾਂ ਕ੍ਰੀਏਸ਼ਨ ਆਪਰੇਟਰ ਦੁਆਰਾ ਰੱਖਿਆ ਗਿਆ ਹੁੰਦਾ ਹੈ। ਇਹ ਪਹਿਲਾ ਕ੍ਰੀਏਸ਼ਨ ਆਪਰੇਟਰ ਜੋ ਇੱਕ ਕਣ ਪੈਦਾ ਕਰ ਜਾਂਦਾ ਇਹ ਉੱਥੇ ਆਲਰੇਡੀ ਹੁੰਦਾ। ਇਸ ਲਈ ਇਹ ਕ੍ਰੀਏਸ਼ਨ ਆਪਰੇਟਰ ਇਸੇ ਮੋਮੈਂਟਮ ਖਾਨੇ ਦੇ ਵਿੱਚ ਸਥਿਤ ਕਣ ਦੀ ਊਰਜਾ ਨੂੰ ਵਧਾ ਦਿੰਦਾ ਤੇ ਇੱਕ ਯੂਨਿਟ ਹੋਰ ਵਧਾ ਦਿੰਦਾ ਇਸ ਨੂੰ, ਤੇ ਨਾਲ ਹੀ M+1 ਵਾਲੇ ਗੁਣਾਂਕ ਦੇ ਨਾਲ ਇਸ ਨੂੰ ਮਲਟੀਪਲਾਈ ਵੀ ਕਰਦਾ, ਜੋ ਇਸ ਸਮੀਕਰਨ ਦੇ ਵਾਸਤੇ 1+1 ਬਣੇਗਾ। ਤਾਂ ਇਹ ਜਿਵੇਂ ਆਪਾਂ ਪਹਿਲਾਂ ਪੜ੍ਹ ਚੁੱਕੇ ਹਾਂ ਕਿ ਜਦੋਂ M ਅਵਸਥਾ ਦੇ ਉੱਤੇ ਕੋਈ ਕ੍ਰੀਏਸ਼ਨ ਆਪਰੇਟਰ A+M ਐਕਟ ਕਰਦਾ ਤਾਂ ਕੀ ਬਣਦਾ, ਉਹ ਉਸ ਨੂੰ M+1 ਬਣਾ ਦਿੰਦਾ ਤੇ M+1 ਦੇ ਨਾਲ ਹੀ ਉਸ ਨੂੰ ਮਲਟੀਪਲਾਈ ਵੀ ਕਰਦਾ ਉਸਦੇ ਅੰਡਰ ਰੂਟ ਨਾਲ। √2 ਹੋਏਗਾ ਇੱਥੇ ਅਗਰ M 1 ਹੈ, ਇੱਕ ਕਣ ਹੈ ਤੇ ਉਹ ਇਸਦੇ √2 ਦੇ ਨਾਲ ਇਸ ਨੂੰ ਮਲਟੀਪਲਾਈ ਵੀ ਕਰੇਗਾ। √2 e raised to power IKX e raised to power -2IMX, ਇਹ ਵਾਲਾ ਆਪਰੇਟਰ ਜੋ ਇਹ ਸਾਰਾ ਗੁਣਾ ਕੇ ਇਹ ਵਾਲਾ ਬਚਿਆ ਸੀ ਇੱਥੇ ਆ ਗਿਆ ਤੇ ਇੱਥੇ 2 ਕਣ ਹੋ ਜਾਂਦੇ ਨੇ। ਹੁਣ ਇਸ ਦੀ ਯੂਨਿਟ ਇੱਕ ਦੀ ਬਜਾਏ 2 ਕਣ ਹੋ ਜਾਂਦੇ ਨੇ ਇੱਥੇ, ਜਿਨ੍ਹਾਂ ਦਾ ਮੋਮੈਂਟਮ M ਹੈ। ਇਸ ਲਈ ਇੱਕੋ ਜਿਹੇ ਮੋਮੈਂਟਮ ਦੇ ਨਾਲ ਬਾਹਰ ਨਿਕਲਣ ਵਾਲੇ 2 ਕਣਾਂ ਦੇ ਮਾਮਲੇ ਲਈ ਪ੍ਰੋਬੇਬਿਲਿਟੀ ਵਾਸਤੇ ਜਦੋਂ ਇਸ ਵੇਵ ਫੰਕਸ਼ਨ ਦਾ ਵਰਗ ਕੀਤਾ ਜਾਂਦਾ, ਸਕੇਅਰ ਕੀਤਾ ਜਾਂਦਾ, ਤਾਂ ਪ੍ਰੋਬੇਬਿਲਿਟੀ ਦੁੱਗਣੀ ਹੋ ਜਾਂਦੀ ਹੈ। ਇਹ ਜੋ √2 ਹੈ ਇਹ ਜਦੋਂ ਸਕੇਅਰ ਹੋਵੇਗਾ ਤਾਂ ਇਸਦਾ ਪ੍ਰੋਬੇਬਿਲਿਟੀ ਦੇ ਲਈ ਅਸੀਂ ਵੇਵ ਫੰਕਸ਼ਨ ਦਾ ਸਕੇਅਰ ਕਰਦੇ ਹਾਂ ਤੇ √2 2 ਬਣ ਜਾਂਦਾ, ਪ੍ਰੋਬੇਬਿਲਿਟੀ ਦਾ ਮਤਲਬ ਹੈ ਦੁੱਗਣੀ ਹੋ ਜਾਂਦੀ ਹੈ। ਤੇ ਇਹ ਕਣ ਉਸੇ ਮੋਮੈਂਟਮ ਅਵਸਥਾ ਦੇ ਵਿੱਚ ਰਹਿਣਾ ਪਸੰਦ ਕਰਦੇ ਹਨ ਪਰ 2 ਬਣ ਜਾਂਦੇ ਹਨ।
ਦਰਅਸਲ ਹੁਣ ਤੱਕ ਪੜ੍ਹੀ ਹੋਈ ਕੁਆਂਟਮ ਫੀਲਡ ਥਿਊਰੀ ਇੱਕੋ ਜਿਹੇ ਦਿਸਣ ਵਾਲੇ ਕਣਾਂ ਦਾ ਵੇਰਵਾ ਦਿੰਦੀ ਹੈ, ਜਿਨ੍ਹਾਂ ਨੂੰ ਵੱਖਰਾ-ਵੱਖਰਾ ਨਹੀਂ ਪਛਾਣਿਆ ਜਾ ਸਕਦਾ। ਇਹਨਾਂ ਸਭ ਦਾ ਮੋਮੈਂਟਮ ਇੱਕੋ ਰਹਿੰਦਾ ਹੈ, ਪਰ ਗਿਣਤੀ ਵੱਧ ਜਾਂਦੀ ਹੈ, ਜਿਵੇਂ 2 ਫੋਟੋਨ ਇੱਕ ਮੋਮੈਂਟਮ ਅਵਸਥਾ ਦੇ ਵਿੱਚ ਹੋਣ। ਆਓ ਹੁਣ ਇੱਕ ਹੋਰ ਉਦਾਹਰਨ ਤੇ ਵਿਚਾਰ ਕਰੀਏ। ਮੰਨ ਲਓ ਸਾਡੇ ਕੋਲ ਕੋਈ ਅਜਿਹਾ ਕਣ ਹੈ ਜੋ ਡਿਸੇ ਹੁੰਦਾ ਹੈ, ਜਿਸ ਨੂੰ ਵਿਕਿਰਿਤ ਹੋਣਾ ਕਹਿੰਦੇ ਆ ਪੰਜਾਬੀ 'ਚ, ਜਾਂ ਰੇਡੀਏਟ ਹੋਣਾ ਕਹਿੰਦੇ ਆ। ਤਾਂ ਜੋ ਡਿਸੇ ਹੋ ਸਕਦਾ, ਡਿਸੇ ਹੋ ਕੇ ਫੋਟੋਨ ਦਾ ਨਿਕਾਸ ਕਰਦਾ, ਇੱਕ ਫੋਟੋਨ ਇਮਿਟ ਕਰਦਾ, ਅਤੇ ਅਸੀਂ ਇਸ ਨੂੰ ਸਾਈ ਆਫ ਐਕਸ ਦੇ ਨਾਲ ਦਰਸਾ ਸਕਦੇ ਹਾਂ। ਆਓ ਪੋਜੀਸ਼ਨ ਬਿੰਦੂ ਐਕਸ ਦੇ ਉੱਤੇ ਇੱਕ ਫੋਟੋਨ ਪੈਦਾ ਕਰੀਏ। ਇਹ ਇਸ ਸਰਲ ਸਮੀਕਰਨ ਦੇ ਨਾਲ ਸਾਈ ਡੈਗਰ ਦੁਆਰਾ ਵੈਕਿਊਮ ਤੇ ਕਿਰਿਆ ਕਰਨ ਦੇ ਨਾਲ ਪੈਦਾ ਹੁੰਦਾ ਹੈ। ਇਹ ਪੈਦਾ ਹੁੰਦਾ ਦਰਸਾਇਆ ਜਾ ਸਕਦਾ ਸਾਈ ਡੈਗਰ ਆਫ ਐਕਸ ਆਪਰੇਟਿੰਗ ਔਨ ਵੈਕਿਊਮ, ਆਪਰੇਟਿੰਗ ਔਨ ਜ਼ੀਰੋ ਕੈਟ। ਅਰਥਾਤ ਇਹ ਰਿਐਕਸ਼ਨ ਮੋਮੈਂਟਮ ਕ੍ਰੀਏਸ਼ਨ ਆਪਰੇਟਰਾਂ ਦੇ ਸ਼ਬਦਾਂ ਦੇ ਵਿੱਚ ਇੰਝ ਹੁੰਦੀ ਹੈ। ਤਾਂ ਸਾਈ ਡੈਗਰ ਆਫ ਐਕਸ ਦੀ ਵੈਲਿਊ ਲਿਖਾਂਗੇ ਆਪਾਂ ਸਮ ਓਵਰ ਕੇ ਏ ਪਲੱਸ ਆਫ ਕੇ ਈ ਰੇਜ਼ ਪਾਵਰ ਮਾਈਨਸ ਆਈ ਕੇ ਐਕਸ ਆਪਰੇਟਿੰਗ ਔਨ ਵੈਕਮ, ਜੋ ਸਾਨੂੰ ਮੋਮੈਂਟਮ ਕੇ ਵਾਲਾ ਇੱਕ ਕਣ ਦਿੰਦੀ ਹੈ। ਤਾਂ ਸਮ ਓਵਰ ਕੇ ਈ ਰੇਜ਼ ਪਾਵਰ ਮਾਈਨਸ ਆਈ ਕੇ ਐਕਸ, ਵੈਕਿਊਮ ਦੀ ਜਗ੍ਹਾ ਸਾਨੂੰ ਕੇ ਮਿਲ ਜਾਂਦਾ, ਅਤੇ ਸਾਡਾ ਜਿਹੜਾ ਇਹ ਕ੍ਰੀਏਸ਼ਨ ਆਪਰੇਟਰ ਹੈ ਏ ਪਲੱਸ ਆਫ ਕੇ ਖਤਮ ਹੋ ਜਾਂਦਾ ਇੱਥੇ ਲਿਖਣ ਨਾਲੋਂ, ਅਤੇ ਆਪਣਾ ਕੰਮ ਕਰ ਜਾਂਦਾ ਵੈਕਿਊਮ ਨੂੰ ਕੇ ਮੋਮੈਂਟਮ ਦੇ ਕਣ ਦੇ ਵਿੱਚ ਚੇਂਜ ਕਰ ਜਾਂਦਾ ਹੈ। ਅਰਥਾਤ ਮੋਮੈਂਟਮ ਕੇ ਨਾਲ ਪੈਦਾ ਹੋਣ ਵਾਲੇ ਸਾਰੇ ਫੋਟੋਨਾਂ ਦੀ ਇੱਕ ਸਮਾਨ ਪ੍ਰੋਬੇਬਿਲਿਟੀ ਰਹਿੰਦੀ ਹੈ। ਹੁਣ ਮੰਨ ਲਓ ਕਿਸੇ ਪੋਜੀਸ਼ਨ ਉੱਤੇ ਐਲ ਮੋਮੈਂਟਮ ਵਾਲਾ ਕੋਈ ਕਣ ਪਹਿਲਾਂ ਤੋਂ ਹੀ ਮੌਜੂਦ ਹੈ, ਯਾਨੀ ਕਿ ਸਾਨੂੰ ਹੁਣ ਇਸ ਪੂਰਵ ਮੌਜੂਦ ਮੋਮੈਂਟਮ ਐਲ ਵਾਲੇ ਕਣ ਵਾਲੀ ਅਵਸਥਾ ਦੇ ਉੱਤੇ ਕੇ ਮੋਮੈਂਟਮ ਵਾਲੇ ਕ੍ਰੀਏਸ਼ਨ ਆਪਰੇਟਰ ਨਾਲ ਆਪਰੇਟ ਕਰਨਾ ਹੁੰਦਾ। ਜੇਕਰ ਕੇ ਅਤੇ ਐਲ ਇੱਕੋ ਚੀਜ਼ ਨਾ ਹੋਣ ਤਾਂ ਕੇ ਮੋਮੈਂਟਮ ਵਾਲਾ ਆਪਰੇਟਰ ਕੇ ਮੋਮੈਂਟਮ ਦੇ ਖਾਨੇ ਦੇ ਵਿੱਚ ਕਣ ਪੈਦਾ ਕਰ ਦਿੰਦਾ, ਪਰ ਅਵਸਥਾ ਵੈਕਟਰ ਨੂੰ ਗੁਣਾਂਕ ਦੇ ਰੂਪ ਦੇ ਵਿੱਚ ਇੱਕ ਦਾ ਵਰਗਮੂਲ ਇੱਕ ਹੀ ਹੋਣ ਕਾਰਨ ਕੋਈ ਫਰਕ ਨਹੀਂ ਪੈਂਦਾ। ਤਾਂ ਕੇ ਨਾਲ ਪੈਦਾ ਹੋਣ ਵਾਲੇ ਸਾਰੇ ਫੋਟੋਨਾਂ ਦੇ ਲਈ ਇੱਕ ਸਮਾਨ ਪ੍ਰੋਬੇਬਿਲਿਟੀ ਹੁੰਦੀ ਹੈ, ਅਤੇ ਮੰਨ ਲਓ ਕਿਸੇ ਪੋਜੀਸ਼ਨ ਦੇ ਉੱਤੇ ਐਲ ਮੋਮੈਂਟਮ ਵਾਲਾ ਕੋਈ ਕਣ ਪਹਿਲਾਂ ਹੀ ਮੌਜੂਦ ਹੈ, ਤਾਂ ਇਸ ਪਹਿਲਾਂ ਤੋਂ ਹੀ ਮੌਜੂਦ ਮੋਮੈਂਟਮ ਐਲ ਵਾਲੇ ਕਣ ਦੀ ਅਵਸਥਾ ਦੇ ਉੱਤੇ ਇੱਕ ਕੇ ਮੋਮੈਂਟਮ ਵਾਲਾ ਕ੍ਰੀਏਸ਼ਨ ਆਪਰੇਟਰ ਨਾਲ ਆਪਰੇਟ ਕਰ ਹੁੰਦਾ ਹੈ। ਅਗਰ ਤਾਂ ਕੇ ਅਤੇ ਐਲ ਅਗਰ ਅਲੱਗ-ਅਲੱਗ ਹੋਣ, ਦੋਵੇਂ ਦਾ ਮੋਮੈਂਟਮ ਵੱਖਰਾ ਹੋਵੇ, ਤਾਂ ਕੇ ਮੋਮੈਂਟਮ ਵਾਲਾ ਆਪਰੇਟਰ ਕੇ ਮੋਮੈਂਟਮ ਦੇ ਖਾਨੇ ਵਿੱਚ ਕਣ ਪੈਦਾ ਕਰਦਾ, ਪਰ ਅਵਸਥਾ ਵੈਕਟਰ ਨੂੰ ਗੁਣਾਂਕ ਦੇ ਰੂਪ ਦੇ ਵਿੱਚ ਇੱਕ ਦਾ ਵਰਗਮੂਲ ਇੱਕ ਦੇ ਹੋਣ ਕਰਕੇ ਕੋਈ ਫਰਕ ਨਹੀਂ ਪੈਂਦਾ। ਇਸ ਤਰ੍ਹਾਂ ਕੇ ਐਲ ਦੀ ਅਵਸਥਾ ਪੈਦਾ ਹੁੰਦੀ ਹੈ ਅਗਰ ਕੇ ਅਤੇ ਐਲ ਦੋਵੇਂ ਡਿਫਰੈਂਟ ਹੁੰਦੇ ਨੇ, ਅਤੇ ਦੋ ਕਣ ਬਣ ਜਾਂਦੇ ਨੇ। ਇਹ ਇੱਕ ਕੇ ਮੋਮੈਂਟਮ ਵਾਲਾ, ਇੱਕ ਐਲ ਮੋਮੈਂਟਮ ਵਾਲਾ। ਇਸ ਤਰੀਕੇ ਨਾਲ ਕੇ ਐਲ ਦੀ ਅਵਸਥਾ ਜਿਹੜੀ ਪੈਦਾ ਹੁੰਦੀ ਹੈ, ਇਸ ਦੇ ਵਿੱਚ ਦੋ ਕਣ ਹੋ ਜਾਂਦੇ ਹਨ। ਇੱਥੇ ਕ੍ਰੀਏਸ਼ਨ ਆਪਰੇਟਰ ਕੇ ਹੈ ਜਿਹੜਾ, ਇਹ ਐਲ ਮੋਮੈਂਟਮ ਵਾਲਾ ਕਣ ਹੈ, ਜਦੋਂ ਇਸ 'ਤੇ ਐਕਟ ਕਰਦਾ ਤਾਂ ਕੇ ਮੋਮੈਂਟਮ ਦਾ ਇੱਕ ਹੋਰ ਕਣ ਬਣਾ ਦਿੰਦਾ,
ਇੱਥੇ ਫਿਲਹਾਲ ਅਸੀਂ ਬਣਾਇਆ ਨਹੀਂ, ਇੱਥੇ 0K ਹੈ ਕਿ K ਦਾ ਸਲੋਟ ਹੈ ਜੋ ਉਸ ਦੇ ਉੱਤੇ ਇਸਨੇ ਬਣਾਉਣਾ, ਅਤੇ ਇੱਥੇ ਕ੍ਰੀਏਸ਼ਨ ਆਪਰੇਟਰ ਇਹ K ਵਾਲਾ ਆਪਣਾ ਕੰਮ ਕਰਕੇ ਚਲਾ ਗਿਆ। ਇੱਥੇ ਇੱਕ ਕਣ ਪੈਦਾ ਕਰ ਗਿਆ, 0K ਨੂੰ 1K ਦੇ ਵਿੱਚ ਤਬਦੀਲ ਕਰ ਗਿਆ। ਤੇ ਇਸ ਦਾ ਮੋਮੈਂਟਮ K ਹੈ, ਇਸ ਦਾ L ਹੈ, ਅਤੇ ਇਹ ਗੁਣਾਂਕ ਜੋ ਬਚਿਆ, ਕਿਉਂਕਿ ਇੱਕ ਕਣ ਜਦੋਂ ਇੱਕ ਕਣ ਦੀ ਗੱਲ ਹੁੰਦੀ ਹੈ ਉੱਥੋਂ ਉਦੋਂ ਜਿਹੜਾ ਗੁਣਾਂਕ ਹੈ ਮਲਟੀਪਲ ਹੈ ਉਹ √-1 ਹੀ ਹੁੰਦਾ, ਅਤੇ ਉਹ 1 ਹੀ ਹੁੰਦਾ। ਇਸ ਦੇ ਲਈ ਉਸਨੂੰ ਇੱਥੇ ਲਿਖਣ ਦੀ ਕੋਈ ਜ਼ਰੂਰਤ ਨਹੀਂ ਪੈਂਦੀ। ਜਿਹੜੀ ਅਵਸਥਾ ਇਸ ਨੂੰ KL ਕੈਟ ਲਿਖ ਸਕਦੇ ਹਾਂ ਆਪਾਂ, ਅਤੇ ਮਲਟੀਪਲ ਹੈ ਜੋ ਇਸਦਾ e⁻⁻IKX ਐਜ਼ ਇਟ ਇਜ਼ ਰਹਿ ਜਾਂਦਾ। ਅਗਰ ਪਹਿਲਾਂ ਹੀ ਇੱਥੇ ਇੱਕ ਕਣ ਮੌਜੂਦ ਹੈ। ਇਸ ਤਰ੍ਹਾਂ L ਮੋਮੈਂਟਮ ਵਾਲਾ ਕਣ ਉੱਥੇ ਹੀ ਰਹਿੰਦਾ ਹੈ, ਅਤੇ K ਮੋਮੈਂਟਮ ਵਾਲਾ ਕਣ ਵੀ ਅਵਸਥਾ ਵੈਕਟਰ ਵਿੱਚ ਸ਼ਾਮਿਲ ਹੋ ਜਾਂਦਾ ਹੈ। ਹੁਣ ਮੰਨ ਲਓ K ਅਤੇ L ਇੱਕੋ ਹੋਣ। ਹੁਣ ਅਗਰ ਦੋਨੋਂ K ਅਤੇ L ਮੋਮੈਂਟਮ ਇੱਕੋ ਹੋਵੇ ਫਿਰ ਕੀ ਹੁੰਦਾ, ਤਾਂ ਅਸੀਂ ਕੀ ਪ੍ਰਾਪਤ ਕਰਾਂਗੇ? ਜਿਵੇਂ ਅਸੀਂ ਪਹਿਲਾਂ ਪੜ੍ਹਿਆ ਕਿ ਹੁਣ ਅਸੀਂ 2 ਦਾ ਵਰਗਮੂਲ √2 ਗੁਣਾਂਕ ਦੇ ਰੂਪ ਦੇ ਵਿੱਚ ਪ੍ਰਾਪਤ ਕਰਾਂਗੇ, ਅਤੇ ਇਸ ਲਈ ਜਿੰਨੀ ਦੇਰ K ਅਤੇ L ਇੱਕ ਬਰਾਬਰ ਨਹੀਂ ਹੁੰਦੇ ਸਭ ਕੁਝ ਠੀਕ ਰਹਿੰਦਾ ਹੈ। ਇਸ ਤਰ੍ਹਾਂ ਅਲੱਗ-ਅਲੱਗ ਮੋਮੈਂਟਮ ਵਾਲੇ ਖਾਨਿਆਂ ਦੇ ਹਿਸਾਬ ਨਾਲ ਸਾਨੂੰ 2 ਕਣ ਪ੍ਰਾਪਤ ਹੁੰਦੇ ਆ, ਜਿਨ੍ਹਾਂ ਦਾ ਕੁਆਂਟਮ ਮਕੈਨੀਕਲ ਐਂਪਲੀਟਿਊਡ e⁻⁻IKX ਹੁੰਦਾ। ਪਰ ਜਦੋਂ ਕਿਸੇ ਅਵਸਥਾ ਵੈਕਟਰ ਅੰਦਰ ਪਹਿਲਾਂ ਤੋਂ ਹੀ ਉਸੇ ਮੋਮੈਂਟਮ ਨਾਲ ਕੋਈ ਕਣ ਮੌਜੂਦ ਹੁੰਦਾ, ਤਾਂ ਉਸ ਅਵਸਥਾ ਉੱਤੇ ਮੋਮੈਂਟਮ ਵਾਲਾ ਕੋਈ ਹੋਰ ਕਣ ਪੈਦਾ ਕਰਨ ਦੇ ਲਈ ਕਰਵਾਈ ਗਈ ਕ੍ਰੀਏਸ਼ਨ ਆਪਰੇਟਰ ਦੀ ਕਿਰਿਆ ਵਧੀ ਹੋਈ ਪ੍ਰੋਬੇਬਿਲਿਟੀ 2 ਦਿੰਦੀ ਹੈ। ਤਾਂ ਸਾਨੂੰ 2 ਦੀ ਪ੍ਰੋਬੇਬਿਲਿਟੀ ਮਿਲਦੀ ਹੈ, ਕਿਉਂਕਿ √2 ਅਤੇ √2 ਮਲਟੀਪਲਾਈ ਹੋ ਕੇ 2 ਬਣ ਜਾਂਦੇ ਨੇ। ਇਸ ਨੂੰ ਅੰਗਰੇਜ਼ੀ ਭੌਤਿਕ ਵਿਗਿਆਨ ਦੀ ਭਾਸ਼ਾ 'ਚ ਸਟਿਮੂਲੇਟਡ ਐਮਿਸ਼ਨ ਕਿਹਾ ਜਾਂਦਾ, ਜਿਸ ਨੂੰ ਅਸੀਂ ਪੰਜਾਬੀ ਵਿੱਚ ਉੱਭਰਿਆ ਹੋਇਆ ਨਿਕਾਸ ਕਹਿ ਸਕਦੇ ਹਾਂ। ਇਹ ਸਾਨੂੰ ਮਿਲਦਾ, ਫਿਰ 2 ਕਣ ਮਿਲਦੇ ਨੇ ਸਾਨੂੰ। ਅਗਰ K ਅਤੇ L ਬਰਾਬਰ ਹੋਣ ਤਾਂ L ਮੋਮੈਂਟਮ ਦੇ 2 ਕਣ ਮਿਲਦੇ ਨੇ, ਜਿਨ੍ਹਾਂ ਦੀ ਪ੍ਰੋਬੇਬਿਲਿਟੀ ਹੈ ਜੋ ਉਹ 2 ਹੁੰਦੀ ਹੈ। ਇਸ ਦਾ ਮਤਲਬ ਐਂਪਲੀਟਿਊਡ √2 ਹੁੰਦਾ, ਕਿਉਂਕਿ ਪ੍ਰੋਬੇਬਿਲਿਟੀ ਦਾ ਵਰਗਮੂਲ ਹੁੰਦਾ ਐਂਪਲੀਟਿਊਡ, ਅਤੇ ਇਹ ਵੇਵ ਫੰਕਸ਼ਨ ਹੈ e⁻⁻I2ILX, ਕਿਉਂਕਿ K ਅਤੇ L ਬਰਾਬਰ ਨੇ ਇੱਥੇ। ਤਾਂ L ਚਾਹੇ K ਵੀ ਲਿਖਿਆ ਜਾ ਸਕਦਾ, ਇੱਕੋ ਗੱਲ ਹੈ। ਤਾਂ ਮੋਮੈਂਟਮ ਇਸ ਤਰ੍ਹਾਂ ਨਾਲ ਸਾਨੂੰ ਇੱਕੋ ਮੋਮੈਂਟਮ ਵਾਲੇ 2 ਕਣ ਪ੍ਰਾਪਤ ਹੁੰਦੇ ਆ। ਇਸ ਤਰ੍ਹਾਂ ਇਹ ਆਪਰੇਟਰ ਇਹ ਕੁਝ ਕਰਦੇ ਹਨ, ਇਹ ਕਣਾਂ ਦੀ ਗਿਣਤੀ ਦੇ ਵਰਗਮੂਲ ਦੇ ਬਰਾਬਰ ਅੰਤਿਮ ਅਵਸਥਾ ਵੈਕਟਰ ਨੂੰ ਕੁਆਂਟਮ ਮਕੈਨੀਕਲ ਐਂਪਲੀਟਿਊਡ ਦਿੰਦੇ ਹਨ, ਅਤੇ ਪਹਿਲਾਂ ਤੋਂ ਮੌਜੂਦ ਮੋਮੈਂਟਮ ਦੀ ਹੀ ਅਵਸਥਾ ਵਿੱਚ ਇੱਕੋ ਪੋਜੀਸ਼ਨ ਉੱਤੇ ਸਿਸਟਮ ਵਿੱਚ ਹੋਰ ਕਣਾਂ ਦੀ ਸੰਭਾਵਨਾ ਵਧਾ ਦਿੰਦੇ ਹਨ, ਅਤੇ ਜਿਨ੍ਹਾਂ ਵਿੱਚੋਂ ਇੱਕੋ ਪੋਜੀਸ਼ਨ ਅਤੇ ਜਿਨ੍ਹਾਂ ਦੀ ਪੋਜੀਸ਼ਨ 'ਤੇ ਮੋਮੈਂਟਮ ਸਮਾਨ ਹੁੰਦਾ, ਕਿ ਪੋਜੀਸ਼ਨ ਵੀ ਉਹੀ ਹੁੰਦੀ ਹੈ ਅਤੇ ਮੋਮੈਂਟਮ ਵੀ ਬਰਾਬਰ ਹੁੰਦਾ ਹੈ। ਦਰਅਸਲ ਕਣ ਵੇਵ ਫੈਕਟਾਂ ਦੇ ਰੂਪ ਵਿੱਚ ਬਾਹਰ ਨਿਕਲਦੇ ਹਨ, ਜੋ ਅਨਿਰੰਤਰ ਮੋਮੈਂਟਮ ਆਈਗਨ ਅਵਸਥਾ ਦੇ ਵਿੱਚ ਨਹੀਂ ਆਉਂਦੇ। ਅਨਿਰੰਤਰ ਦਾ ਮਤਲਬ ਡਿਸਕ੍ਰੀਟ ਮੋਮੈਂਟਮ ਆਈਗਨ ਅਵਸਥਾਵਾਂ ਦੇ ਵਿੱਚ ਨਹੀਂ ਆਉਂਦੇ, ਛੜੱਪਿਆਂ ਵਾਲੀ ਮੋਮੈਂਟਮ ਦੀ ਆਈਗਨ ਅਵਸਥਾ ਦੇ ਵਿੱਚ ਨਹੀਂ ਆਉਂਦੇ, ਪਰ ਕਿਸੇ ਕੈਵਿਟੀ ਦੇ ਅੰਦਰ ਇਹ ਇੱਕ ਡੈਫੀਨਿਟ ਮੋਮੈਂਟਮ ਅਵਸਥਾਵਾਂ ਦੇ ਨਾਲ ਕੁਆਂਟਾਈਜ਼ ਹੋ ਕੇ ਬਾਹਰ ਨਿਕਲਦੇ ਹਨ। ਕਿਸੇ ਬੰਦ ਕੈਵਿਟੀ ਦੇ ਅੰਦਰ ਡੈਫੀਨਿਟ ਮੋਮੈਂਟਮ ਅਵਸਥਾਵਾਂ ਦੇ ਨਾਲ ਕੁਆਂਟਾਈਜ਼ ਹੁੰਦੇ ਆ, ਅਤੇ ਕੈਵਿਟੀ ਨੂੰ ਭਰਨ ਵਾਲੇ ਮੌਜੂਦ ਕਣਾਂ ਦੇ ਵਿੱਚੋਂ ਉਹਨਾਂ ਕਣਾਂ ਦੇ ਬਾਹਰ ਆਉਣ ਦੀ ਜ਼ਿਆਦਾ ਤਰਜੀਹ ਵਾਲੀ ਸੰਭਾਵਨਾ ਹੁੰਦੀ ਹੈ, ਜਿਨ੍ਹਾਂ 'ਚ ਉਸੇ ਮੋਮੈਂਟਮ ਰੱਖਣ ਵਾਲੇ ਕਣਾਂ ਦੀ ਜ਼ਿਆਦਾ ਗਿਣਤੀ ਹੁੰਦੀ ਹੈ। ਤਾਂ ਇੱਕ ਨੋਰਮਲ ਜੀ ਗੱਲ ਹੈ ਕਿ ਜਦੋਂ ਕਿ ਕੈਵਿਟੀ ਹੁੰਦੀ ਜਿਸ ਵਿੱਚ ਦੋਨੋਂ ਪਾਸੇ ਬੰਦ ਹੁੰਦੇ ਨੇ, ਉਸ ਦੇ ਵਿੱਚ ਜੋ ਵੇਵਸ ਦੀ ਇੱਕ ਜਿਹੜੀ ਹੱਦ ਹੈ ਬੰਨੀ ਹੁੰਦੀ ਹੈ, ਉਸ ਦੇ ਵਿੱਚ ਮੌਜੂਦ ਕਣਾਂ ਦੇ ਬਾਹਰ ਆਉਣ ਦੀ ਉਹਨਾਂ ਦੀ ਜ਼ਿਆਦਾ ਸੰਭਾਵਨਾ, ਜਿਨ੍ਹਾਂ ਦੀ ਗਿਣਤੀ ਜ਼ਿਆਦਾ ਹੈ। ਇਸ ਤਰ੍ਹਾਂ ਕਿਸੇ ਮੋਮੈਂਟਮ ਖਾਨੇ ਵਿੱਚ ਇੱਕੋ ਕਣ ਦੀ ਹੋਂਦ ਦੀ ਜਗ੍ਹਾ ਸੈਂਕੜੇ ਹੀ ਕਣ ਮੌਜੂਦ ਰੱਖੇ ਜਾ ਸਕਦੇ ਹਨ, ਅਤੇ ਇਹਨਾਂ ਨੂੰ
ਇਹਨਾਂ ਦਾ ਕੁਆਂਟਮ ਮਕੈਨੀਕਲ ਐਂਪਲੀਟਿਊਡ ਕੋਐਫੀਸ਼ੀਐਂਟ ਹੈ ਜੋ ਉਨੇ ਕਣਾਂ ਦੀ ਗਿਣਤੀ ਦੇ ਵਰਗਮੂਲ ਦੇ ਵਾਲਾ ਹੁੰਦਾ ਜਿਸ ਦੇ ਨਾਲ ਐਟਮ ਦੇ ਜੇ ਮੋਮੈਂਟਮ ਰੱਖਣ ਵਾਲੇ ਕਣਾਂ ਦੇ ਵਿੱਚ ਰੇਡੀਏਟ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ। ਜਿਨ੍ਹਾਂ ਮੋਮੈਂਟਮ ਆਈਗਨ ਅਵਸਥਾਵਾਂ ਦੇ ਵਿੱਚ ਜ਼ਿਆਦਾ ਗਿਣਤੀ ਦੇ ਕਣ ਹੁੰਦੇ ਹਨ, ਯਾਨੀ ਕਿ ਇੱਕ ਐਟਮ ਅਜਿਹੀ ਅਵਸਥਾ ਦੇ ਰੇਡੀਏਸ਼ਨ ਦੇ ਵਿੱਚ ਵਿਕਰਿਤ ਹੁੰਦਾ ਰੇਡੀਏਟ ਹੁੰਦਾ ਜਿਵੇਂ ਸੈਂਕੜੇ ਫੋਟੋਨਾਂ ਦਾ ਨਿਕਾਸ ਹੋਇਆ ਹੋਵੇ, ਜ਼ਿਆਦਾ ਫੋਟੋਨ ਨਿਕਲੇ ਹੋਣ। ਇਸ ਦਾ ਅਰਥ ਇਹ ਵੀ ਸਮਝਿਆ ਜਾ ਸਕਦਾ ਹੈ ਕਿ ਕਿਸੇ ਇਸ ਤਰ੍ਹਾਂ ਦੇ ਸਟਿਮੂਲੇਟਡ ਐਮਿਸ਼ਨ ਦੇ ਅੰਦਰ ਕਿਸੇ ਦਿੱਤੀ ਹੋਈ ਕਿਸਮ ਦੇ ਕਣਾਂ ਦੀ ਹਾਜ਼ਰੀ ਇਸ ਗੱਲ ਦੀ ਪ੍ਰੋਬੇਬਿਲਿਟੀ ਵਧਾ ਦਿੰਦੀ ਹੈ ਕਿ ਉਸ ਐਟਮ ਦਾ ਡਿਕੇ ਤਾਂ ਵਾਪਰਦਾ ਹੈ ਜਦੋਂ ਅੰਤਿਮ ਮੋਮੈਂਟਮ ਉਹਨਾਂ ਮੌਜੂਦ ਕਣਾਂ ਦੇ ਮੋਮੈਂਟਮਾਂ ਜਿੰਨਾ ਹੁੰਦਾ ਹੈ। ਇਹ ਕਣਾਂ ਦੀ ਪਹਿਚਾਣ ਦਾ ਅੰਕੜਾਤਮਿਕ ਪ੍ਰਭਾਵ ਹੁੰਦਾ ਹੈ। ਤਾਂ ਸਟਿਮੂਲੇਟਡ ਐਕਸ਼ਨ ਦੇ ਅੰਦਰ ਕੀ ਹੁੰਦਾ ਕਿ ਜੋ ਕਣਾਂ ਦੀ ਗਿਣਤੀ ਵੱਧ ਜਾਂਦੀ ਹੈ, ਉਸ ਦੀ ਪ੍ਰੋਬੇਬਿਲਿਟੀ ਵੱਧ ਜਾਂਦੀ ਹੈ ਅਤੇ ਕਣਾਂ ਦਾ ਜਿਹੜਾ ਰੇਡੀਏਸ਼ਨ ਤਾਂ ਹੁੰਦੀ ਹੈ ਜੇ ਜੋ ਫਾਈਨਲ ਅਲਟੀਮੇਟ ਮੋਮੈਂਟਮ ਹੈ ਉਹਨਾਂ ਦੇ ਮੌਜੂਦ ਕਣਾਂ ਦੇ ਮੋਮੈਂਟਮਾਂ ਦੇ ਜਿੰਨਾ ਹੁੰਦਾ। ਇਹ ਕਣਾਂ ਦੀ ਪਹਿਚਾਣ ਦਾ ਅੰਕੜਾਤਮਿਕ ਪ੍ਰਭਾਵ ਹੈ, ਸਟੈਟਿਸਟੀਕਲ ਇਫੈਕਟ ਹੈ। ਪਰ ਸਾਰੇ ਕਣ ਅਜਿਹਾ ਨਹੀਂ ਕਰਦੇ ਕਿਉਂਕਿ ਕਣ ਦੋ ਕਿਸਮਾਂ ਵਿੱਚ ਆਉਂਦੇ ਹਨ, ਫਰਮੀਓਨ ਅਤੇ ਬੋਸੋਨ। ਬੋਸੋਨ ਉਹ ਕਣ ਹੁੰਦੇ ਹਨ ਜੋ ਉਸ ਤਰ੍ਹਾਂ ਦਰਸਾਏ ਜਾਂਦੇ ਹਨ ਜਿਵੇਂ ਅਸੀਂ ਹੁਣ ਤੱਕ ਦਰਸਾਇਆ ਹੈ, ਜਿਨ੍ਹਾਂ ਦੇ ਵਿੱਚ ਕ੍ਰੀਏਸ਼ਨ ਅਤੇ ਐਨੀਲੇਸ਼ਨ ਆਪਰੇਟਰਾਂ ਦਾ ਗਣਿਤ ਹਾਰਮੋਨਿਕ ਔਸੀਲੇਟਰਾਂ ਦੇ ਗਣਿਤ ਦੇ ਵਾਂਗ ਹੁੰਦਾ, ਯਾਨੀ ਕਿ ਅਵਸਥਾ ਵੈਕਟਰ ਦੀਆਂ ਅਵਸਥਾਵਾਂ ਦੀ ਉੱਚਤਮ ਉਪਲਬਧ ਸੰਖਿਅਕ ਮਾਤਰਾ ਜਿੰਨਾ ਵਰਗਮੂਲ ਕੋਐਫੀਸ਼ੀਐਂਟ ਅੰਤਿਮ ਅਵਸਥਾ ਵੈਕਟਰ ਦਾ ਕੋਐਫੀਸ਼ੀਐਂਟ ਹੁੰਦਾ, ਜੋ ਇਹ ਦੱਸਦਾ ਹੈ ਕਿ ਉਸੇ ਖਾਸ ਮੋਮੈਂਟਮ ਵਾਲੇ ਕਣਾਂ ਦੀ ਪੈਦਾਇਸ਼ ਦੀ ਪ੍ਰੋਬੇਬਿਲਿਟੀ ਕਿੰਨੀ ਤੈਅ ਹੁੰਦੀ ਹੈ। ਇੱਕ ਵਾਰ ਫਿਰ ਪੜ੍ਹਦੇ ਆਪਾਂ ਇਸ ਨੂੰ। ਸਾਰੇ ਕਣ ਐਸਾ ਨਹੀਂ ਕਰਦੇ ਕਿਉਂਕਿ ਕਣ ਜਿਹੜੇ ਦੋ ਕਿਸਮ ਦੇ ਹੁੰਦੇ ਆ, ਫਰਮੀਓਨ ਅਤੇ ਬੋਸੋਨ। ਫਰਮੀਓਨ ਬਾਰੇ ਆਪਾਂ ਬਾਅਦ ਵਿੱਚ ਪੜ੍ਹਾਂਗੇ, ਪਹਿਲਾਂ ਬੋਸੋਨ ਬਾਰੇ ਅਗਲੇ ਭਾਗ ਵਿੱਚ ਪੜ੍ਹਾਂਗੇ ਅਤੇ ਡਿਟੇਲ ਵਿੱਚ। ਫਿਲਹਾਲ ਬੋਸੋਨ ਉਹ ਕਣ ਹੁੰਦੇ ਆ ਜੋ ਅਸੀਂ ਹੁਣ ਤੱਕ ਦਰਸਾਏ ਆ। ਇਹ ਬੋਸੋਨਾਂ ਨੂੰ ਦਰਸਾਇਆ ਆਪਾਂ ਨੇ ਜਿਨ੍ਹਾਂ ਦੇ ਵਿੱਚ ਜਿਹੜੇ ਕ੍ਰੀਏਸ਼ਨ ਅਤੇ ਐਨੀਲੇਸ਼ਨ ਆਪਰੇਟਰਾਂ ਦਾ ਜਿਹੜਾ ਮੈਥ ਹੈ ਉਹ ਹਾਰਮੋਨਿਕ ਔਸੀਲੇਟਰਾਂ ਦੇ ਮੈਥ ਵਰਗਾ ਹੀ ਹੁੰਦਾ ਅਤੇ ਅਵਸਥਾ ਵੈਕਟਰ ਦੀਆਂ ਜਿਹੜੀਆਂ ਉੱਚਤਮ ਉਪਲਬਧ ਸੰਖਿਅਕ ਮਾਤਰਾਵਾਂ ਨੇ ਜੋ ਐਨ ਵਾਲੀ ਜੋ ਆਪਾਂ ਜਿਹਨਾਂ ਨਾਲ ਵਰਗਮੂਲ ਕਰਦੇ ਹਾਂ ਉਹਨਾਂ ਦਾ ਜਿੰਨਾ ਵਰਗਮੂਲ ਦਾ ਉਹਨਾਂ ਦਾ ਜਿਹੜਾ ਸਕੇਅਰ ਰੂਟ ਦਾ ਕੋਐਫੀਸ਼ੀਐਂਟ ਹੈ, ਗੁਣਾਂਕ ਹੈ, ਉਹ ਅੰਤਿਮ ਅਵਸਥਾ ਵੈਕਟਰ ਦਾ ਗੁਣਾਂਕ ਹੁੰਦਾ, ਜੋ ਇਹ ਦੱਸਦਾ ਹੈ ਕਿ ਖਾਸ ਮੋਮੈਂਟਮ ਵਾਲੇ ਕਣਾਂ ਦੀ ਜਿਹੜੀ ਪੈਦਾਇਸ਼ ਦੀ ਪ੍ਰੋਬੇਬਿਲਿਟੀ ਕਿੰਨੀ ਹੁੰਦੀ ਹੈ ਕਿ ਉਸਦਾ ਜਿਹੜਾ ਸਕੇਅਰ ਕਰਨ 'ਤੇ ਸਾਨੂੰ ਕਣਾਂ ਦੀ ਗਿਣਤੀ ਦਾ ਪਤਾ ਲੱਗਦਾ। ਸਕੈਟਰਿਕ ਰਿਐਕਸ਼ਨ ਦੇ ਵਿੱਚ ਵੀ ਇਹੀ ਕੁਛ ਵਾਪਰਦਾ, ਜਿਸ ਵਿੱਚ ਜੇਕਰ ਵੱਖਰੇ ਮੋਮੈਂਟਮ ਵਾਲੀਆਂ ਅਵਸਥਾਵਾਂ ਵਾਲੇ ਕਣ ਰਚਣ ਦੇ ਲਈ ਪ੍ਰਤੀਕਿਰਿਆ ਕੀਤੀ ਜਾਣੀ ਹੋਵੇ, ਜਿਸ ਵਿੱਚ ਕਿਸੇ ਸਿਸਟਮ ਵਿੱਚ ਪਹਿਲਾਂ ਤੋਂ ਹੀ ਕੋਈ ਨਿਸ਼ਚਿਤ ਮੋਮੈਂਟਮ ਮੌਜੂਦ ਹੋਵੇ, ਤਾਂ ਤਰਜੀਹ ਦੇ ਤੌਰ 'ਤੇ ਨਿਸ਼ਕਾਸ਼ਿਤ ਹੋਣ ਵਾਲੇ ਜਿਹੜੇ ਕਣ ਨੇ ਉਹ ਉਸੇ ਮੋਮੈਂਟਮ ਨਾਲ ਨਿਕਲਦੇ ਹਨ ਜੋ ਪਹਿਲਾਂ ਤੋਂ ਮੌਜੂਦ ਕਣਾਂ ਦਾ ਮੋਮੈਂਟਮ ਹੁੰਦਾ। ਇੱਕੋ ਜਿਹੇ ਮੋਮੈਂਟਮ ਵਾਲੇ ਕਣਾਂ ਦੀ ਹਾਜ਼ਰੀ ਉਸੇ ਮੋਮੈਂਟਮ ਦੇ ਵਿੱਚ ਰੇਡੀਏਟ ਹੋਣ ਦੀ ਪ੍ਰੋਬੇਬਿਲਿਟੀ ਨੂੰ ਵਧਾ ਦਿੰਦੀ ਹੈ। ਇੱਕ ਵਾਰੀ ਫਿਰ ਪੜ੍ਹਦੇ ਹਾਂ ਇਸ ਨੂੰ। ਇਸ ਸਕੈਟਰਿੰਗ ਰਿਐਕਸ਼ਨ ਦੇ ਵਿੱਚ ਵੀ ਇਹੀ ਕੁਛ ਹੁੰਦਾ ਕਿ ਜੇਕਰ ਵੱਖਰੇ ਮੋਮੈਂਟਮਾਂ ਵਾਲੀਆਂ ਸਟੇਟਸ ਦੇ ਜਿਹੜੇ ਕਣ ਨੇ ਉਹਨਾਂ ਨੂੰ ਰਚਣ ਦੇ ਲਈ ਕੋਈ ਰਿਐਕਸ਼ਨ ਕੀਤੀ ਜਾਣੀ ਹੋਵੇ, ਤਾਂ ਜੇਕਰ ਸਿਸਟਮ ਵਿੱਚ ਪਹਿਲਾਂ ਤੋਂ ਹੀ ਕੋਈ ਨਿਸ਼ਚਿਤ ਮੋਮੈਂਟਮ ਹੋਵੇ ਜੋ ਪਹਿਲਾਂ ਹੀ ਹੁੰਦਾ ਹੈ, ਤਾਂ ਤਰਜੀਹ ਦੇ ਤੌਰ 'ਤੇ ਜੋ ਨਿਕਲਣ ਵਾਲੇ ਕਣ ਨੇ ਉਹ ਉਸੇ ਮੋਮੈਂਟਮ ਦੇ ਨਾਲ ਨਿਕਲਦੇ ਹਨ ਜਿਸ ਵਿੱਚ ਪਹਿਲਾਂ ਜੋ ਮੋਮੈਂਟਮ ਹੁੰਦਾ, ਜੋ ਪਹਿਲਾਂ ਤੋਂ ਹੀ ਮੌਜੂਦ ਕਣਾਂ ਦਾ ਮੋਮੈਂਟਮ ਹੁੰਦਾ, ਉਹ ਉਸੇ ਦੇ ਨਾਲ ਬਾਹਰ ਨਿਕਲਦੇ ਆ। ਇੱਕੋ ਜਿਹੇ ਮੋਮੈਂਟਮ ਰੱਖਣ ਵਾਲੇ ਕਣਾਂ ਦੀ ਜਿਹੜੀ ਹਾਜ਼ਰੀ ਹੈ ਉਹ ਮੋਮੈਂਟਮ ਦੇ ਵਿੱਚ ਰੇਡੀਏਟ ਹੋਣ ਦੀ ਪ੍ਰੋਬੇਬਿਲਿਟੀ ਨੂੰ ਵਧਾ ਦਿੰਦੀ ਹੈ। ਜਿਵੇਂ ਆਪਾਂ ਹੁਣੇ ਕੁਐਸਚਨ 'ਚ ਦੇਖਿਆ ਕਿ ਉਹ ਡਬਲ ਕਰ ਦਿੰਦੀ ਹੈ, ਅਗਰ ਪਹਿਲਾਂ ਹੀ ਇੱਕ ਕਣ ਹੁੰਦਾ ਤਾਂ ਉਹ ਡਬਲ ਪ੍ਰੋਬੇਬਿਲਿਟੀ ਬਣ ਜਾਂਦੀ ਉਸਦੀ। ਤਾਂ ਇਹ ਇੱਕ ਮੈਂ ਇਸ ਦੇ ਬਾਰੇ ਤੁਹਾਨੂੰ ਬਾਅਦ ਵਿੱਚ ਦੱਸਾਂਗਾ, ਪਹਿਲਾਂ ਇਸ ਨੂੰ ਪੂਰਾ ਪੜ੍ਹ ਲਈਏ, ਇਸ ਤੋਂ ਬਾਅਦ ਮੈਂ ਥੋੜ੍ਹਾ ਟਾਈਮ ਲਗਾਵਾਂਗਾ ਇਸ 'ਤੇ ਕਿ ਇਸ ਦਾ ਕੀ ਮਤਲਬ ਹੈ ਇਸ ਦੇ ਉੱਤੇ
ਪਹਿਲਾਂ ਇਸ ਨੂੰ ਪੂਰਾ ਪੜ੍ਹ ਲਈਏ, ਥੋੜ੍ਹੇ ਜਿਹੇ ਹੋਰ ਰਹਿ ਗਏ ਨੇ ਪੇਜ ਇਸਦੇ, ਅਤੇ ਇਸ ਦੇ ਉੱਤੇ ਮੈਂ ਵਾਪਿਸ ਆਵਾਂਗਾ। ਇਸ ਤੋਂ ਉਲਟ ਪ੍ਰੋਬੇਬਿਲਿਟੀ 1 ਵਾਲੇ ਨਿਕਾਸ ਨੂੰ ਸਪੋਂਟੇਨੀਅਸ ਕਮਿਸ਼ਨ ਜਾਂ ਤਤਕਾਲ ਨਿਕਾਸ ਕਿਹਾ ਜਾਂਦਾ, ਇਹਦੀ ਪ੍ਰੋਬੇਬਿਲਿਟੀ 1 ਹੁੰਦੀ ਹੈ। ਇਹ ਨਿਕਾਸ ਉਦੋਂ ਵਾਪਰਦਾ ਹੈ ਜਦੋਂ ਪਹਿਲਾਂ ਤੋਂ ਕੋਈ ਫੋਟੋਨ ਜਾਂ ਕੋਈ ਹੋਰ ਬੋਸੋਨ ਕਣ ਮੌਜੂਦ ਨਾ ਹੋਵੇ। ਅਗਰ ਕੋਈ ਪਹਿਲਾਂ ਤੋਂ ਨਾ ਹੋਵੇ ਤਾਂ ਫਿਰ ਇਹ ਪ੍ਰੋਬੇਬਿਲਿਟੀ 1 ਵਾਲਾ ਨਿਕਾਸ ਹੁੰਦਾ, ਜਿਸ ਨੂੰ ਸਪੋਂਟੇਨੀਅਸ ਮਿਸ਼ਨ ਕਿਹਾ ਜਾਂਦਾ। ਇਹ ਅਜਿਹਾ ਨਿਕਾਸ ਹੁੰਦਾ ਐਸਾ ਮਿਸ਼ਨ ਹੁੰਦਾ ਜੋ ਹੋਰ ਵੱਖਰੇ ਇੱਥੇ ਇਸਨੂੰ 2 ਪੜ੍ਹਿਆ ਜਾਵੇ, ਮੈਂ ਠੀਕ ਕਰ ਦਾਂਗਾ ਇਸਨੂੰ। ਤਾਂ ਜਦੋਂ ਪਹਿਲਾਂ ਤੋਂ ਕੋਈ ਫੋਟੋਨ ਜਾਂ ਹੋਰ ਕੋਈ ਬੋਸੋਨ ਕਣ ਮੌਜੂਦ ਨਾ ਹੋਵੇ ਤਾਂ ਉਦੋਂ 1 ਪ੍ਰੋਬੇਬਿਲਿਟੀ ਵਾਲਾ ਸਪੋਂਟੇਨੀਅਸ ਮਿਸ਼ਨ ਵਾਪਰਦਾ। ਅਤੇ ਇਹ ਅਜਿਹਾ ਨਿਕਾਸ ਹੁੰਦਾ, ਅਜਿਹਾ ਮਿਸ਼ਨ ਹੁੰਦਾ ਜੋ ਹੋਰ ਵੱਖਰੇ ਮੋਮੈਂਟਮ ਰੱਖਣ ਵਾਲੇ ਵਾਧੂ ਕਣਾਂ ਦੀ ਹਾਜ਼ਰੀ ਤੋਂ ਪ੍ਰਭਾਵਿਤ ਨਹੀਂ ਹੁੰਦਾ, ਕਿਉਂਕਿ ਹੋਰ ਵਾਧੂ ਕਣ ਪਹਿਲਾਂ ਤੋਂ ਮੌਜੂਦ ਨਹੀਂ ਹੁੰਦੇ। ਇਸ ਲਈ ਸਟਿਮੂਲੇਟਡ ਮਿਸ਼ਨ ਹੋਰ ਕਣਾਂ ਦੇ ਨਿਕਾਸ ਦੀ ਪ੍ਰੋਬੇਬਿਲਿਟੀ ਨੂੰ ਤੇਜ਼ ਕਰ ਦਿੰਦਾ। ਤਾਂ ਇਹ ਇੱਕ ਬਹੁਤ ਇੰਪੋਰਟੈਂਟ ਗੱਲ ਹੈ ਕਿ ਸਟਿਮੂਲੇਟਡ ਮਿਸ਼ਨ ਹੈ ਜਿਹੜਾ, ਉਹ ਉਦੋਂ ਵਾਪਰਦਾ ਜਦੋਂ ਪਹਿਲਾਂ ਤੋਂ ਕੋਈ ਕਣ ਮੌਜੂਦ ਹੁੰਦਾ, ਅਤੇ ਸਪੋਂਟੇਨੀਅਸ ਮਿਸ਼ਨ ਉਦੋਂ ਵਾਪਰਦਾ, ਤਤਕਾਲ ਨਿਕਾਸ, ਜਦੋਂ ਪਹਿਲਾਂ ਤੋਂ ਕੋਈ ਕਣ ਮੌਜੂਦ ਨਹੀਂ ਹੁੰਦਾ। ਅਤੇ ਇਸਦਾ ਇਹਦੇ ਉੱਤੇ ਚਲੋ ਬਾਅਦ ਵਿੱਚ ਗੱਲ ਕਰਦੇ ਹਾਂ। ਇਤਫਾਕ ਦੇ ਨਾਲ ਇਸਦਾ ਇੱਕ ਕਲਾਸੀਕਲ ਤੁਲਨਾਤਮਿਕ ਰੂਪ ਵੀ ਹੁੰਦਾ, ਇਸ ਨੂੰ ਐਨਾਲੌਗ ਕਿਹਾ ਜਾਂਦਾ। ਕਲਾਸੀਕਲ ਐਨਾਲੌਗ, ਜੇਕਰ ਸਾਡੇ ਕੋਲ ਕੋਈ ਐਸਾ ਐਟਮ ਹੋਵੇ ਜੋ ਕਲਾਸੀਕਲ ਤੌਰ 'ਤੇ ਕਣਾਂ ਦਾ ਨਿਕਾਸ ਕਰ ਰਿਹਾ ਹੋਵੇ ਅਤੇ ਇੱਕ ਇਲੈਕਟ੍ਰੋਮੈਗਨੈਟਿਕ ਤਰੰਗ ਇਸ ਦੇ ਕੋਲੋਂ ਗੁਜ਼ਰ ਰਹੀ ਹੋਵੇ, ਤਾਂ ਇਹ ਮੈਂ ਕਹਿਣਾ ਚਾਹੁੰਦਾ ਸੀਗਾ। ਇੱਥੇ ਆਪਣੇ ਆਪ ਹੀ ਅੱਗੇ ਆ ਜਾਂਦਾ ਪੜ੍ਹਨ ਦੇ ਲਈ। ਇਹ ਇੱਕ ਐਸਾ ਐਟਮ ਹੋਵੇ ਜੋ ਕਣਾਂ ਦਾ ਨਿਕਾਸ ਕਰ ਰਿਹਾ ਹੋਵੇ ਅਤੇ ਉਸਦੇ ਕੋਲੋਂ ਕੋਈ ਇਲੈਕਟ੍ਰੋਮੈਗਨੈਟਿਕ ਵੇਵ ਲੰਘ ਰਹੀ ਹੋਵੇ, ਤਾਂ ਇਲੈਕਟ੍ਰੋਮੈਗਨੈਟਿਕ ਵੇਵ ਇਲੈਕਟ੍ਰੋਨਾਂ ਨੂੰ ਵਾਈਬ੍ਰੇਟ ਕਰਨਾ ਸ਼ੁਰੂ ਕਰ ਦਿੰਦੀ ਹੈ। ਇਸ ਦੇ ਨਾਲ ਇਲੈਕਟ੍ਰੋਨ ਹੋਰ ਜ਼ਿਆਦਾ ਪ੍ਰੋਬੇਬਿਲਿਟੀ ਦੇ ਨਾਲ ਇਮਿਟ ਹੋਣਾ ਸ਼ੁਰੂ ਹੋ ਜਾਂਦੇ ਨੇ, ਜੋ ਇਲੈਕਟ੍ਰੋਮੈਗਨੈਟਿਕ ਵੇਵ ਦੀ ਗੈਰ ਹਾਜ਼ਰੀ ਦੇ ਵਿੱਚ ਉਸ ਐਟਮ ਦੇ ਰੇਡੀਏਟ ਹੋਣ ਦੀ ਸੰਭਾਵਨਾ ਤੋਂ ਵੱਧ ਹੁੰਦੀ ਹੈ। ਯਾਨੀ ਕਿ ਜਦੋਂ ਇਲੈਕਟ੍ਰੋਮੈਗਨੈਟਿਕ ਵੇਵ ਨਹੀਂ ਲੰਘ ਰਹੀ ਹੁੰਦੀ ਤਾਂ ਜੋ ਇਲੈਕਟ੍ਰੋਮੈਗਨੈਟਿਕ ਵੇਵ ਦੀ ਗੈਰ ਹਾਜ਼ਰੀ ਦੇ ਵਿੱਚ ਉਸ ਐਟਮ ਦੇ ਰੇਡੀਏਟ ਹੋਣ ਦੀ ਸੰਭਾਵਨਾ ਤੋਂ ਵੱਧ ਹੁੰਦੀ ਹੈ। ਤਾਂ ਜਦੋਂ ਕੋਈ ਇਲੈਕਟ੍ਰੋਮੈਗਨੈਟਿਕ ਵੇਵ ਲੰਘਦੀ ਹੈ ਤਾਂ ਉਹ ਉਹਨਾਂ ਦੀ ਜਿਹੜੀ ਕੰਪਨ ਹੈ, ਵਾਈਬ੍ਰੇਸ਼ਨ ਹੈ, ਉਹ ਵਧਾ ਦਿੰਦੀ ਹੈ ਇਲੈਕਟ੍ਰੋਨਸ ਦੀ, ਅਤੇ ਉਹ ਹੋਰ ਵੀ ਤੇਜ਼ੀ ਦੇ ਨਾਲ ਇਮਿਟ ਹੋਣੇ ਸ਼ੁਰੂ ਹੋ ਜਾਂਦੇ ਨੇ। ਤਾਂ ਉਹ ਸਟਿਮੂਲੇਟਡ ਇਮਿਸ਼ਨ ਦੇ ਫੀਨੋਮੈਨਾ ਦੇ ਨਾਲ ਹੁੰਦੇ ਨੇ। ਇਸ ਦੇ ਨਾਲ ਇਲੈਕਟ੍ਰੋਮੈਗਨੈਟਿਕ ਤਰੰਗ ਉਸੇ ਮੋਮੈਂਟਮ ਵੇਵ ਨੰਬਰ ਅਤੇ ਦਿਸ਼ਾ ਵਿੱਚ ਨਿਕਲ ਕੇ ਆਉਣ ਲਈ ਮਜਬੂਰ ਹੋ ਜਾਂਦੀ ਹੈ। ਇਹ ਸੱਚਮੁੱਚ ਕਲਾਸੀਕਲ ਤੌਰ 'ਤੇ ਗਿਆਤ ਵਰਤਾਰੇ ਦਾ ਕੁਆਂਟਮ ਮਕੈਨੀਕਲ ਰੂਪ ਹੈ ਕਿ ਕੋਈ ਪਹਿਲਾਂ ਤੋਂ ਮੌਜੂਦ ਇਲੈਕਟ੍ਰੋਮੈਗਨੈਟਿਕ ਵੇਵ ਸਿਸਟਮ ਨੂੰ ਹੋਰ ਜ਼ਿਆਦਾ ਰੇਡੀਏਸ਼ਨ ਦਾ ਨਿਕਾਸ ਕਰਨ ਦੇ ਲਈ ਮਜਬੂਰ ਕਰ ਦਿੰਦੀ ਹੈ, ਐਂਪਲੀਫਾਈ ਕਰ ਦਿੰਦੀ ਹੈ, ਕਿਉਂਕਿ ਪੂਰਵ ਹਾਜ਼ਰ ਤਰੰਗ ਜਿਹੜੀ ਪਹਿਲਾਂ ਤੋਂ ਮੌਜੂਦ ਹੁੰਦੀ ਹੈ ਉਹ ਇਲੈਕਟ੍ਰੋਨਾਂ ਨੂੰ ਵਾਈਬ੍ਰੇਟ ਕਰਨ 'ਤੇ ਲਗਾ ਦਿੰਦੀ ਹੈ। ਇਸ ਨੂੰ ਇੱਕ ਵਾਰ ਫਿਰ ਪੜ੍ਹਦੇ ਹਾਂ। ਇਲੈਕਟ੍ਰੋਮੈਗਨੈਟਿਕ ਤਰੰਗ ਉਸੇ ਮੋਮੈਂਟਮ ਵੇਵ ਨੰਬਰ ਦੇ ਦਿਸ਼ਾ ਦੇ ਵਿੱਚ ਨਿਕਲ ਕੇ ਆਉਣ ਦੇ ਲਈ ਮਜਬੂਰ ਹੋ ਜਾਂਦੀ ਹੈ, ਸਿੰਕਰੋਨਾਈਜ਼ ਹੋ ਜਾਂਦੀ ਹੈ। ਕਿ ਇਹ ਸੱਚਮੁੱਚ ਕਲਾਸੀਕਲ ਤੌਰ ਦੇ ਉੱਤੇ ਜੋ ਸਾਨੂੰ ਪਤਾ ਹੈ ਉਸ ਦਾ ਕੁਆਂਟਮ ਮਕੈਨੀਕਲ ਰੂਪ ਹੁੰਦਾ ਕਿ ਕੋਈ ਪਹਿਲਾਂ ਤੋਂ ਮੌਜੂਦ ਇਲੈਕਟ੍ਰੋਮੈਗਨੈਟਿਕ ਵੇਵ ਹੈ ਜੋ ਕਿਸੇ ਵਾਈਬ੍ਰੇਸ਼ਨ ਦੇ ਨਾਲ ਪੈਦਾ ਹੋ ਰਹੀ ਹੁੰਦੀ ਹੈ, ਉਹ ਸਿਸਟਮ ਨੂੰ ਹੋਰ ਜ਼ਿਆਦਾ ਰੇਡੀਏਸ਼ਨ ਦਾ ਨਿਕਾਸ ਕਰਨ ਦੇ ਲਈ ਮਜਬੂਰ ਕਰ ਦਿੰਦੀ ਹੈ। ਅਤੇ ਕਿਉਂਕਿ ਪਹਿਲਾਂ ਤੋਂ ਜਿਹੜੀ ਮੌਜੂਦ ਤਰੰਗ ਹੈ, ਇਲੈਕਟ੍ਰੋਮੈਗਨੈਟਿਕ ਵੇਵ ਹੈ, ਉਹ ਇਲੈਕਟ੍ਰੋਨਾਂ ਨੂੰ ਵਾਈਬ੍ਰੇਟ ਕਰਨ 'ਤੇ ਲਗਾ ਦਿੰਦੀ ਹੈ। ਇਹ ਦੋਸਤੋ ਯੂਜ਼ ਹੁੰਦਾ ਜਿਸ ਦੇ ਬਾਰੇ ਮੈਂ ਦੱਸਣਾ ਚਾਹੁੰਦਾ ਸੀ ਰੇਡੀਓ ਦੇ ਵਿੱਚ, ਕਿ ਰੇਡੀਓ ਦੇ ਵਿੱਚ ਜਦੋਂ ਸਿਗਨਲ ਜਦੋਂ ਅਸੀਂ ਕੋਈ ਰੇਡੀਓ ਸਟੇਸ਼ਨ ਲਗਾਉਣਾ ਹੁੰਦਾ ਤਾਂ ਉਦੋਂ ਅਸੀਂ ਇੱਕ ਖਾਸ ਫਰੀਕੁਐਂਸੀ ਦੀ ਵੇਵ ਪਹਿਲਾਂ ਬਣਾ ਲੈਂਦੇ ਹਾਂ,
ਰੇਡੀਓ ਵੇਵ, ਅਤੇ ਉਹ ਫਿਰ ਜਿਹੜੀ ਉੱਥੋਂ ਸਿਗਨਲ ਰਾਹੀਂ ਵੇਵ ਆ ਰਹੀ ਹੁੰਦੀ ਹੈ, ਅਤੇ ਉਹ ਉਸਦੇ ਨਾਲ ਸਿੰਕਰੋਨਾਈਜ਼ ਹੋ ਕੇ ਹੋਰ ਵੀ ਜ਼ਿਆਦਾ ਉਸਨੂੰ ਐਂਪਲੀਫਾਈ ਹੋ ਜਾਂਦੀ ਹੈ, ਅਤੇ ਉਹ ਸਿਗਨਲ ਨੂੰ ਕੈਚ ਕਰ ਲੈਂਦੀ ਹੈ। ਤਾਂ ਪਹਿਲਾਂ ਤੋਂ ਮੌਜੂਦ ਜਿਹੜੀ ਇੱਕ ਵਾਈਬ੍ਰੇਸ਼ਨ ਹੈ ਜਾਂ ਫਰੀਕੁਐਂਸੀ ਹੈ, ਉਹ ਉਸਨੂੰ ਇਲੈਕਟ੍ਰੋਨਾਂ ਨੂੰ ਹੋਰ ਵੀ ਜ਼ਿਆਦਾ ਵਾਈਬ੍ਰੇਸ਼ਨ 'ਤੇ ਲਗਾ ਦਿੰਦੀ ਹੈ, ਅਤੇ ਉਹ ਉਸਨੂੰ ਕੈਚ ਕਰ ਲੈਂਦੀ ਹੈ। ਉਹ ਸਿਗਨਲ ਰੇਡੀਓ ਦੇ ਵਿੱਚ ਉਸ ਤਰੀਕੇ ਨਾਲ ਕੈਚ ਹੁੰਦੇ ਨੇ। ਇਸ ਦੇ ਬਾਰੇ ਮੈਂ ਦੱਸਣਾ ਚਾਹੁੰਦਾ ਸੀ। ਅਤੇ ਜਿਹੜਾ ਦੂਰ ਸੰਚਾਰ ਦੀ ਪ੍ਰਣਾਲੀ ਹੈ, ਇਹ ਇਸ ਸਟੀਮੂਲੇਸ਼ਨ ਜਿਹੜਾ ਮਿਸ਼ਨ ਹੈ, ਇਸ ਤੋਂ ਸਿੱਖ ਕੇ ਬਣਾਈ ਗਈ ਹੁੰਦੀ ਹੈ। ਆਓ ਅੱਗੇ ਪੜ੍ਹਦੇ ਹਾਂ। ਇਸ ਦੇ ਨਾਲ ਇਲੈਕਟ੍ਰੋਮੈਗਨੈਟਿਕ ਤਰੰਗ ਉਸੇ ਮੋਮੈਂਟਮ ਵੇਵ ਨੰਬਰ ਅਤੇ ਦਿਸ਼ਾ ਦੇ ਵਿੱਚ ਨਿਕਲ ਕੇ ਆਉਣ ਲਈ ਮਜਬੂਰ ਹੋ ਜਾਂਦੀ ਹੈ। ਇਹ ਸੱਚਮੁੱਚ ਕਲਾਸੀਕਲ ਤੌਰ 'ਤੇ ਗਿਆਤ ਵਰਤਾਰੇ ਦਾ ਕੁਆਂਟਮ ਮਕੈਨੀਕਲ ਰੂਪ ਹੈ। ਇਹ ਕੋਈ ਪਹਿਲਾਂ ਤੋਂ ਮੌਜੂਦ ਇਲੈਕਟ੍ਰੋਮੈਗਨੈਟਿਕ ਵੇਵ ਸਿਸਟਮ ਨੂੰ ਹੋਰ ਜ਼ਿਆਦਾ ਰੇਡੀਏਸ਼ਨ ਦਾ ਨਿਕਾਸ ਕਰਨ ਲਈ ਮਜਬੂਰ ਕਰ ਦਿੰਦੀ ਹੈ, ਕਿਉਂਕਿ ਪੂਰਵ ਹਾਜ਼ਰ ਤਰੰਗ ਪਹਿਲਾਂ ਤੋਂ ਜੋ ਮੌਜੂਦ ਤਰੰਗ ਹੈ, ਇਲੈਕਟ੍ਰੋਨਾਂ ਨੂੰ ਵਾਈਬ੍ਰੇਟ ਕਰਨ 'ਤੇ ਲਗਾ ਦਿੰਦੀ ਹੈ। ਤਾਂ ਇਸ ਦੇ ਨਾਲ ਇਹ ਸਾਡਾ ਅੱਜ ਦਾ ਭਾਗ 4 ਖਤਮ ਹੁੰਦਾ, ਅਤੇ ਆਪਾਂ ਅਗਲੇ ਭਾਗ ਵਿੱਚ ਬੋਸੋਨ ਕਣ ਬਾਰੇ ਪੜ੍ਹਾਂਗੇ। ਮਿਲਦੇ ਹਾਂ ਅਗਲੇ ਭਾਗ 5 ਵਿੱਚ।